कि जो ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਤੁਸੀਂ ਵੈਸੇ ਟਾਈਮ ਟੂ ਟਾਈਮ ਕਾਫੀ ਪੇਪਰਾਂ ਦੇ ਵਿੱਚ ਤੁਸੀਂ ਇਹਦੀ ਕਰ ਰਹੇ ਹੋ। ਅੱਜ ਜੋ ਅਸੀਂ ਇਹਨਾਂ 4 ਸਾਲਾਂ 'ਚ ਅਚੀਵਮੈਂਟ ਲਿਆਂਦੀਆਂ ਨੇ, ਖਾਸ ਕਰਕੇ ਕੋਵਿਡ ਦੇ ਵਿੱਚ ਕੋਆਪਰੇਟਿਵ ਔਰ ਜੇਲ੍ਹ ਡਿਪਾਰਟਮੈਂਟ ਨੇ ਜਿਹੜੀ ਆਪਣੀ ਪਰਫਾਰਮੈਂਸ ਦਿਖਾਈ ਆ, ਤੇ ਮੇਰੇ ਖਿਆਲ ਹੈ ਕਿ ਦੋਨੋਂ ਹੀ ਡਿਪਾਰਟਮੈਂਟ ਨੇ ਆਪਣੀ ਫਸਟ ਲਾਈਨ ਹੁੰਦਿਆਂ ਵੀ ਇਹਦੇ 'ਤੇ ਬਹੁਤ ਜ਼ਿਆਦਾ ਕੰਮ ਕੀਤਾ। ਜਿਵੇਂ ਸਾਡਾ ਕੋਆਪਰੇਟਿਵ ਬੈਂਕ ਨੇ, ਜਿਹਨੂੰ PSCB ਕਹਿੰਦੇ, ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਉਹਦੇ 'ਚ ਵੱਖ-ਵੱਖ ਜਿਹੜੀਆਂ ਸੁਸਾਇਟੀਆਂ, ਮਾਈਕਰੋ ਫਾਈਨਾਂਸ, ਜਿਹੜੇ ਰੀਸਟਰਕਚਰਿੰਗ, ਜਿਹੜੇ ਬੈਂਕਾਂ ਦੇ ਵਿੱਚ ਘੁਟਾਲੇ ਫੜੇ, ਤੇ ਮੇਰੇ ਖਿਆਲ ਕਿ ਇਹ ਬਹੁਤ ਵੱਡੀ ਅਚੀਵਮੈਂਟ ਸੀਗੀ। RCS ਸਾਹਿਬ ਤੇ ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਤੇ MD ਜਿਹੜੇ ਸਾਡੇ ਡਿਪਾਰਟਮੈਂਟਾਂ ਦੇ ਨੇ, ਸਾਡੀ ਜਿਹੜੀ ਮੇਨ ਸੀਗੀ ਕਿ ਜਿਹੜੇ ਪੰਜਾਬ ਦੇ ਫਾਰਮਰਸ ਨੇ, ਖਾਸ ਕਰਕੇ ਪੈਕਸ ਦੇ ਵਿੱਚ ਜਿਨ੍ਹਾਂ ਨੂੰ ਪ੍ਰਾਇਮਰੀ ਐਗਰੀਕਲਚਰ ਸੁਸਾਇਟੀਜ਼ ਕਿਹਾ ਜਾਂਦਾ, ਕਿ ਪ੍ਰਾਇਮਰੀ ਐਗਰੀਕਲਚਰ ਸੁਸਾਇਟੀਜ਼ ਨੂੰ ਕਿਵੇਂ ਸਟਰੈਂਥਨ ਕਰਨਾ, ਕਿਵੇਂ ਪੰਜਾਬ ਦੇ ਜਿਹੜੇ ਕਿਸਾਨ ਨੇ ਤੇ ਖੇਤ ਮਜ਼ਦੂਰ ਨੇ, ਉਹਨਾਂ ਦੀ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਦੇ ਵਿੱਚ ਕੰਟਰੀਬਿਊਸ਼ਨ ਕਿਵੇਂ ਲੈਣੀ ਹੈ। ਸਾਡੀਆਂ ਜਿਹੜੀਆਂ ਕੋਈ 3500 ਕੋਆਪਰੇਟਿਵ ਸੁਸਾਇਟੀਜ਼ ਨੇ ਪੰਜਾਬ ਦੇ ਵਿੱਚ, ਉਹਦੇ 'ਚ 500 ਤੋਂ 700 ਜਿਹੜੀ ਆ ਇਹ ਹੁਣ ਡਿਫਾਲਟ 'ਚ ਰਹੀਆਂ ਨੇ, ਬਾਕੀ ਸਾਰੀਆਂ ਅਸੀਂ ਉਹਦੇ 'ਚੋਂ ਬਾਹਰ ਕੱਢ ਲਈਆਂ ਨੇ। ਕੋਈ ਮੇਰੇ ਖਿਆਲ 600 ਜਿਹੜੀ ਆ ਡਿਫਾਲਟ 'ਚੋਂ ਬਾਹਰ ਕੱਢ ਕੇ ਅਸੀਂ ਪ੍ਰੋਫਿਟ 'ਤੇ ਉਹਨਾਂ ਨੂੰ ਲੈਣ ਦਾ। ਜਿਹੜੀਆਂ ਰਹਿ ਗਈਆਂ ਨੇ ਬਾਕੀ, ਉਹਨਾਂ ਦੀ ਰੀਸਟਰਕਚਰਿੰਗ, ਉਹਨਾਂ ਨੂੰ ਮਰਜ ਕਰਨਾ ਜਾਂ ਉਹਨਾਂ ਨੂੰ ਬਾਈਫਰਕੇਟ ਕਰਨਾ ਕਿ ਕਿੱਦਾਂ ਉਹਨੂੰ ਕਰਨਾ, ਉਹਦੇ ਬਾਰੇ ਅਸੀਂ ਜਿਹੜੀ ਆ ਵੱਖ-ਵੱਖ ਤਰੀਕੇ ਨਾਲ ਕਰ ਰਹੇ ਹਾਂ। ਦੂਸਰੀ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਅਸੀਂ ਇਹ ਜਿਹੜੀਆਂ ਸੁਸਾਇਟੀਜ਼ ਨੇ ਇਹਨਾਂ ਨੂੰ ਮੈਗਾ ਜਿਹੜੇ ਸੁਸਾਇਟੀਜ਼ ਬਣਾਉਣਾ ਚਾਹੁੰਦੇ ਹਾਂ, ਉਹਦੇ ਵਿੱਚ ਪ੍ਰਾਈਵੇਟ ਜਿਹੜੀਆਂ ਨੇ ਉਹਨਾਂ ਨੂੰ ਵੀ, ਔਰ ਜਿੰਨੇ ਸਾਡੇ ਡਿਪਾਰਟਮੈਂਟ ਦੇ ਪ੍ਰੋਡਕਟ ਨੇ, ਮਾਰਕਫੈਡ, ਮਿਲਕਫੈਡ ਤੇ ਜਾਂ ਹੋਰ ਵੀ ਜਿਹੜੇ, ਉਹਨਾਂ ਸਾਰਿਆਂ ਦਾ ਇੱਕ ਮੈਗਾ ਸਟੋਰ ਬਣਾ ਕੇ ਉੱਥੇ ਉਹ ਵੇਚਣ, ਜਿਹੜੇ ਸੁਸਾਇਟੀ ਦੇ ਮੈਂਬਰ ਨੇ ਉਹ ਉੱਥੋਂ ਆਪਣਾ ਸਮਾਨ ਖਰੀਦ ਸਕਦੇ ਨੇ, ਔਰ ਜਦੋਂ ਫਸਲ ਦੀ ਪੇਮੈਂਟ ਹੁੰਦੀ ਹੈ ਉਦੋਂ ਉਹਦੇ 'ਚ ਉਹ ਆਪਣੇ ਪੈਸੇ ਦੇ ਸਕਦੇ। ਅਤੇ ਨਾਲ ਹੀ ਜਿਹੜੇ ਵੱਖ-ਵੱਖ ਡਿਪਾਰਟਮੈਂਟ ਨੇ ਸਾਡੇ, ਜਾਂ ਜੇਲ੍ਹ ਡਿਪਾਰਟਮੈਂਟ ਲੈ ਲਓ ਜਾਂ ਕੋਆਪਰੇਟਿਵ ਡਿਪਾਰਟਮੈਂਟ ਲੈ ਲਓ, ਅਸੀਂ ਇੱਕ MOU ਸਾਈਨ ਕੀਤਾ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਾਲ ਕਿ ਸਾਡੀਆਂ ਜੇਲ੍ਹਾਂ ਦੇ ਵਿੱਚ ਔਰ ਜਿਹੜੀਆਂ ਸ਼ੂਗਰ ਮਿਲਸ ਨੇ, ਜਿਹੜੇ ਸਾਡੇ ਮਾਰਕੀਟ ਦੇ ਜਿੱਥੇ ਸਾਈਟਸ ਪਈਆਂ ਨੇ, ਉਹਨਾਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਕੀਤਾ। ਉਹਨਾਂ ਨੇ ਪਹਿਲਾ ਜਿਹੜਾ ਪੈਟਰੋਲ ਪੰਪ ਆ ਉਹ ਮਰਿੰਡਾ ਦੇ ਵਿੱਚ ਸਾਡਾ ਅੱਜ ਚਾਲੂ ਆ, ਔਰ ਸਾਡੀ ਬੜੀ ਵਧੀਆ ਸੇਲ ਉੱਥੇ ਜਿਹੜੀ ਚੱਲ ਰਹੀ ਹੈ। ਔਰ ਉਹ ਸਾਡੀ ਸ਼ੂਗਰ ਮਿਲ ਬਰਿੰਡਾ ਚਲਾ ਰਹੀ ਹੈ, ਬਟਾਲਾ ਸ਼ੂਗਰ ਮਿਲ ਦਾ, ਗੁਰਦਾਸਪੁਰ ਬਟਾਲਾ ਦੀ ਗੁਰਦਾਸਪੁਰ ਸ਼ੂਗਰ ਮਿਲ, ਔਰ ਜਿਹੜੀ ਜੀਰਾ ਦੀ ਬੰਦ ਸ਼ੂਗਰ ਮਿਲ ਪਈ ਆ, ਉਹਦੇ ਵਿੱਚ ਵੀ ਸਾਡੀ ਤਕਰੀਬਨ 9 ਥਾਵਾਂ 'ਤੇ ਉਹਨਾਂ ਸ਼ੂਗਰ ਮਿਲਾਂ ਦੇ ਵਿੱਚ ਸਾਨੂੰ ਉਹਨਾਂ ਨੇ ਕਰ ਦਿੱਤਾ ਜਿਹੜਾ MOU, ਜਿਹੜਾ ਉਹਨਾਂ ਨੇ ਸਾਨੂੰ ਪੰਪ ਜਿਹੜੇ ਅਲਾਟ ਕਰ ਦਿੱਤੇ ਨੇ। ਨਾਲ ਦੂਸਰੇ ਪਾਸੇ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਪਿੰਡਾਂ ਦੇ ਵਿੱਚ, ਉਹ ਵੀ ਉਹਨਾਂ ਨੇ ਆਇਡੈਂਟੀਫਾਈ ਕਰਕੇ, ਔਰ ਇਹ ਪਾਇਲਟ ਪ੍ਰੋਜੈਕਟ ਮੈਂ ਬੜੇ ਤੁਹਾਨੂੰ ਕਹਿ ਸਕਦਾ ਕਿ ਪੰਜਾਬ ਗੌਰਮੈਂਟ ਨੇ ਪਹਿਲਾ MOU ਸਾਈਨ ਕੀਤਾ ਇੰਡੀਆ ਦੇ ਵਿੱਚ, ਔਰ ਅਸੀਂ ਬੜਾ ਸਕਸੈਸਫੁਲੀ ਉਹਦੇ 'ਚ ਕਾਮਯਾਬ ਹੋਏ। ਜਿਹੜੀਆਂ ਪਿੰਡਾਂ ਦੀਆਂ ਸੁਸਾਇਟੀਜ਼ ਨੇ ਉਹਨਾਂ ਦਾ ਵੀ ਅਸੀਂ ਉਹਨਾਂ ਨੂੰ ਕੀਤਾ ਕਿ ਤੁਸੀਂ ਉਹਦੇ ਕਾਫੀ ਸੁਸਾਇਟੀਆਂ ਨੂੰ ਆਇਡੈਂਟੀਫਾਈ ਕਰਕੇ ਔਰ ਉਹਨਾਂ ਦਾ ਪ੍ਰੋਫਿਟ ਦੇਖ ਕੇ ਕਿ ਕਿੰਨੀ ਸੇਲ ਹੋ ਸਕਦੀ ਆ, ਉਹ ਵੀ ਅਸੀਂ ਉਹਨਾਂ ਦੇ ਨਾਲ, ਉਹਨਾਂ ਨੇ ਸਾਨੂੰ ਡੀਜ਼ਲ ਜਿਹੜੇ ਹੈਗੇ ਨੇ ਉੱਥੇ ਪੰਪ, ਉਹਨਾਂ ਦੀ ਸਾਨੂੰ ਦੇ ਦਿੱਤੀ ਹੈ। ਕੋਆਪਰੇਟਿਵ ਬੈਂਕ ਦੇ ਵਿੱਚ IT ਸੋਧਾਂ ਬਿੱਲ ਦੀ ਜਿਹੜੀ ਹੈ ਕਿ RTGS ਤੋਂ ਹੀ ਪਹਿਲਾਂ ਦੇਖਿਆ ਹੋਣਾ ਕਿ ਕੋਆਪਰੇਟਿਵ ਬੈਂਕ ਸਿਰਫ ਉਸੇ ਬ੍ਰਾਂਚ ਹੀ ਰਹਿ ਜਾਂਦਾ ਸੀ, ਜਿਹੜਾ ਸਭ ਤੋਂ ਵੱਡਾ ਸਾਡਾ ਡਰਾਬੈਕ ਸੀਗਾ। ਉਹਨੂੰ ਅਸੀਂ ਹੁਣ ਜਿਹੜਾ ਮਰਜਰ ਹੋਣ ਲੱਗਾ, ਉਹਦੇ 'ਚ ਇਹ ਪੂਰਾ ਦੂਸਰਾ ਇੱਕ ਬੈਂਕ, ਪੂਰੇ ਫੁੱਲ ਫਲੈਜ ਬੈਂਕ ਹੋਏਗਾ ਪੰਜਾਬ, ਔਰ ਇਹਦੀ ਕਿਸੇ ਵੀ ਬ੍ਰਾਂਚ 'ਚ ਜਾ ਕੇ ਜਾਂ ਕਿਸੇ ਵੀ ਸਟੇਟ 'ਚ ਜਾ ਕੇ ਅਸੀਂ ਇਹਦੇ ਪੈਸੇ ਜਿਹੜੇ ਕਢਵਾ ਸਕਦੇ ਹਾਂ ਜਾਂ ਆਪਣਾ ਲੈਣ ਦੇਣ ਕਰ ਸਕੀਏ। ਸਟੈਂਪ ਅਸੀਂ ਇਹਦੇ ਵਿੱਚ ਸਟੈਂਪ ਜਿਹੜੀ ਕਿ ਪਿੰਡ ਜਿਹੜੇ ਤੁਸੀਂ ਸਟੈਂਪ ਪੇਪਰ ਲੈਣੇ ਹੁੰਦੇ ਸੀ, ਉਹ ਅਸੀਂ ਆਪਣੇ ਬੈਂਕਾਂ ਦੇ ਵਿੱਚ ਸਟਾਰਟ ਕਰ ਦਿੱਤਾ। ਕੋਈ 84 ਲੱਖ ਦੇ ਸਟੈਂਪ ਪੇਪਰ ਅਸੀਂ ਜਾਰੀ ਕੀਤੇ ਸੀਗੇ
ਤੇ ਉਹਦੇ 'ਚ ਵੀ ਸਾਨੂੰ ਇਹਨਾਂ 'ਚ ਬੀਮਾ ਅਸੀਂ ਸ਼ੁਰੂ ਕੀਤਾ। ਔਰ ਮੈਂ ਤੁਹਾਨੂੰ ਇੱਕ ਤੁਸੀਂ ਹੁਣ ਬੜੀਆਂ ਖਬਰਾਂ ਲੱਗੀਆਂ, ਮੇਰੇ ਬੜੇ ਫਰੈਂਡ ਨੇ, ਤੁਹਾਨੂੰ ਸਾਰਿਆਂ ਨੂੰ ਪਤਾ, ਤੇ ਜਿਹੜੀ ਅਸੀਂ ਆਪਣੇ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਤਿੰਨੇ ਚਾਰੇ ਅਦਾਰੇ ਸੀਗੇ, ਉਹਨਾਂ ਨੇ ਕੋਵਿਡ 'ਚ ਇੰਸ਼ੋਰੈਂਸ ਸਟਾਰਟ ਕੀਤੀ ਸੀ। ਕੋਈ 2,10,000 ਸਾਨੂੰ ਪ੍ਰੀਮੀਅਮ, 2 ਕਰੋੜ 10 ਲੱਖ ਸਾਨੂੰ ਪ੍ਰੀਮੀਅਮ ਦੇਣਾ ਪਿਆ। ਉਹਦੇ 'ਚ ਮੇਰੇ ਖਿਆਲ ਕਿ 4 ਜਾਂ 5 ਜਿਹੜੇ ਸਾਡੇ ਇੰਪਲਾਈ ਸੀ, 5 ਇੰਪਲਾਈਜ਼ ਜਿਹੜੇ ਸੀਗੇ ਉਹਨਾਂ ਦੀ ਜਾਨ ਚਲੀ ਗਈ, ਤੇ ਉਹਦੇ 'ਚ 25-25 ਲੱਖ ਰੁਪਇਆ ਇਮੀਡੀਏਟਲੀ ਉਹਨਾਂ ਨੂੰ ਅਸੀਂ ਉਹ ਕੀਤਾ। ਮੇਰੇ ਖਿਆਲ ਪਹਿਲਾ ਡਿਪਾਰਟਮੈਂਟ ਹੈ, ਬਾਕੀ ਦੇ ਪੰਜਾਬ ਗਵਰਨਮੈਂਟ ਹੀ ਕਰਦੀ ਸੀ, ਤੇ ਉਹਦੇ 'ਚ ਅਸੀਂ ਉਹ ਵੀ ਲੈ ਕੇ ਜਿਹੜੇ ਸਾਡੇ ਮੇਰੇ ਖਿਆਲ ਡੇਲੀ ਵੇਜਸ ਸੀਗੇ ਉਹਨਾਂ ਨੂੰ ਵੀ ਅਸੀਂ ਕਵਰ ਕੀਤਾ ਕਿ ਇਸ ਕਰਕੇ ਜਿਹੜਾ ਇੰਪਲਾਈ ਕੰਮ ਕਰ ਰਿਹਾ ਭਾਵੇਂ ਉਹ ਪਰਮਾਨੈਂਟ ਹੈ, ਉਹਨੂੰ ਡੇਲੀ ਵੇਜਸ ਨੂੰ ਉਹ ਅਸੀਂ ਸਹੂਲਤ ਦਿੱਤੀ ਔਰ ਪੂਰੀ ਫੈਮਿਲੀ ਉਹਦੇ 'ਚ ਕਵਰ ਕੀਤੀ। ਤੇ ਉਹਨਾਂ ਨੂੰ ਅਸੀਂ ਮੇਰੇ ਖਿਆਲ ਉਹਦੇ 'ਚ 1.25 ਕਰੋੜ ਰੁਪਇਆ ਸਾਡਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਚਲ ਗਿਆ। ਭਾਈ ਕਨ੍ਹਈਆ ਸਕੀਮ 'ਚ ਜਿਹੜੀ ਸਾਡੀ ਉਹ ਬੜੀ ਸਕਸੈਸਫੁਲ ਚੱਲੀ ਹੈ। ਤੇ ਨਾਲ ਹੀ ਉਹਦੇ 'ਚ ਇੱਕ ਅਸੀਂ ਹੋਰ ਐਡ ਕਰ ਦਿੱਤਾ ਕਿ ਜਿਹੜੀਆਂ ਲੜਕੀਆਂ ਦੇ ਜਨਮ ਲੈਣਗੀਆਂ ਉਹਨਾਂ ਨੂੰ ਮਹਿਲਾਵਾਂ ਨੂੰ 2100 ਰੁਪਇਆ ਸ਼ਗਨ ਦੇ ਤੌਰ ਤੇ ਵੀ ਮੇਰੀ ਭਾਈ ਕਨ੍ਹਈਆ ਸਕੀਮ 'ਚ ਲੈ ਕੇ ਆਏ। ਤੇ ਹੁਣ ਤੱਕ 12,500 ਜਿਹੜੇ ਬੈਨੀਫਿਸ਼ਰੀਜ਼ ਨੇ, ਉਹਨਾਂ 'ਚ 15,27 ਲੱਖ ਦੀ ਅਸੀਂ ਜਿਹੜੀ ਇਲਾਜ ਜਿਹੜਾ ਉਹਨਾਂ ਦਾ ਆਪਣੇ ਕੋਆਪਰੇਟਿਵ ਵੱਲੋਂ ਕਰਵਾਇਆ। ਇਸੇ ਤਰ੍ਹਾਂ ਹੀ ਸਾਡਾ ਕੋਆਪਰੇਟਿਵ SADB ਜਿਹਨੂੰ ਪ੍ਰਾਇਮਰੀ ਲੈਂਡ ਬੈਂਕ ਕਹਿੰਦੇ ਆ, ਐਗਰੀਕਲਚਰ ਲੈਂਡ ਡਿਵੈਲਪਮੈਂਟ ਬੈਂਕ, ਹੁਣ ਇਹਨੂੰ ਇਹਦਾ ਨਾਮ SADB ਹੋ ਗਿਆ। ਇਹਦੇ 'ਚ ਕਾਫੀ ਮੇਰੇ ਖਿਆਲ 87 ਸਾਡੀਆਂ ਬ੍ਰਾਂਚਿਸ ਨੇ। ਉਹਦੇ 'ਚ ਮੋਰ ਦੈਨ 80% ਸਾਡੀਆਂ C ਕੈਟਾਗਰੀ 'ਚ ਜਿਹਦੇ 'ਚ ਅਸੀਂ ਕੰਮ ਨਹੀਂ ਬਿਲਕੁਲ ਕਰ ਸਕਦੇ। ਤੇ ਆਲਮੋਸਟ ਇਹ ਵਾਈਂਡ ਅਪ ਹੋਣ ਤੇ ਡਿਪਾਰਟਮੈਂਟ ਬੈਠਾ ਸੀਗਾ। ਉਹਦੇ 'ਚ ਗਵਰਨਮੈਂਟ ਦੇ ਆਪਣੇ ਨਬਾਰਡ ਕੋਲ ਜਾ ਕੇ 3,000 ਕਰੋੜ ਪੂਰੇ ਇੰਡੀਆ ਲਈ ਉਹਨਾਂ ਕੋਲ ਆਇਆ ਸੀ। ਉਹਦੇ 'ਚੋਂ ਅਸੀਂ 2 ਮਹੀਨੇ ਪਹਿਲਾਂ ਸਾਡੇ RCS ਸਾਹਿਬ ਤੇ MD ਸਾਹਿਬ ਇਹ ਸਾਰੇ ਜਾ ਕੇ ਆਏ ਹਾਂ। ਔਰ ਚੇਅਰਮੈਨ ਸਾਹਿਬ ਦਾ ਮੈਂ ਨਬਾਰਡ ਦੇ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਸਾਨੂੰ 750 ਕਰੋੜ ਰੁਪਇਆ ਰੀਸਟਰਕਚਰਿੰਗ ਲਈ ਇਹ ਪੈਸਾ ਦਿੱਤਾ, ਜਿਹੜਾ ਅਸੀਂ ਵੱਖ-ਵੱਖ ਥਾਵਾਂ ਤੋਂ ਲਿਆ ਸੀਗੇ ਵੱਧ ਵਿਆਜ ਤੇ ਪੈਸੇ ਲੈ ਕੇ। ਉਹਦੇ 'ਚ ਉਹਨਾਂ ਸਾਨੂੰ 4 ਤੋਂ 5% ਦੇ ਵਿੱਚ ਉਹਨਾਂ ਨੇ ਸਾਨੂੰ ਕੀਤਾ। ਤੇ ਅਸੀਂ ਆਪਣੇ ਉਹ ਪੈਸੇ ਵਾਪਸ ਕਰਕੇ ਵੱਖ-ਵੱਖ ਬੈਂਕਾਂ ਦੇ ਉਹਨਾਂ ਕੋਲੋਂ ਅਸੀਂ 400 ਕਰੋੜ ਵਾਪਸ ਆਇਆ। 350 ਕਰੋੜ ਉਹਨਾਂ ਨੇ ਸਾਨੂੰ ਰੀਫਾਈਨੈਂਸਿੰਗ ਲਈ ਉਹ ਦੇ ਦਿੱਤਾ। ਨਾਲ ਹੀ ਇਹਦੇ 'ਚ ਇੰਟਰਸਟ, ਪੀਨਲ ਇੰਟਰਸਟ ਅਸੀਂ ਮਾਫ ਕੀਤਾ। ਇਹਦੇ 'ਚ ਲੈਂਡ ਐਗਰੀਕਲਚਰ ਡਿਵੈਲਪਮੈਂਟ ਬੈਂਕ 'ਚ ਪੀਨਲ ਇੰਟਰਸਟ, ਤੇ ਉਹਨਾਂ ਦੇ ਜਿਹੜੇ ਖਾਤੇ ਨੇ ਰੀਸਟਰਕਚਰ ਕਰ ਦਿੱਤੇ ਨੇ ਕਿ ਤੁਸੀਂ ਆਪਣਾ ਕਰਜ਼ਾ ਜਿਹੜਾ ਉਹਨੂੰ ਰੀਸਟਰਕਚਰ ਕਰ ਲਓ, ਤੇ ਤੁਹਾਨੂੰ ਉਹਦੇ 'ਚ ਅਸੀਂ ਜੋ ਬੈਨੀਫਿਟਸ ਨੇ ਉਹ ਵੀ ਕਰਾਂਗੇ। ਦੂਜਾ ਅਸੀਂ ਚੀਫ ਮਿਨਿਸਟਰ ਰਿਲੀਫ ਫੰਡ 'ਚ ਇਸੇ ਬੈਂਕ ਕੋਲੋਂ 15,17,000 ਰੁਪਇਆ, ਕਿਉਂਕਿ ਡਿਫਾਲਟ 'ਚ ਹੁੰਦਿਆਂ ਵੀ ਫਿਰ ਵੀ ਇਹ ਬੈਂਕ ਸਾਡਾ ਅੱਗੇ ਹੋ ਗਿਆ। ਟੋਟਲ ਸਾਡੇ ਡਿਪਾਰਟਮੈਂਟ ਕੋਈ 2 ਕਰੋੜ ਤੋਂ ਉੱਪਰ ਸਾਰੇ ਡਿਪਾਰਟਮੈਂਟ ਨੇ ਕੋਵਿਡ ਦੇ ਵਿੱਚ ਵੀ ਆਪਣੀ ਕੰਟਰੀਬਿਊਸ਼ਨ ਉੱਥੇ ਦਿੱਤੀ। ਤੀਸਰਾ ਮਿਲਕਫੈਡ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਜਿਸ ਤਰੀਕੇ ਦੇ ਨਾਲ ਅਸੀਂ ਕੋਵਿਡ ਦੇ ਵਿੱਚ ਜਦੋਂ ਲਾਕਡਾਊਨ ਵੀ ਆ ਗਿਆ ਔਰ ਹਰ ਪਾਸੇ ਦੁੱਧ ਦੀ ਕੀ ਇੱਕਦਮ ਸਾਰਾ ਕੁਝ ਹੀ ਖੜਾ ਹੋ ਗਿਆ ਕਿ ਕਰਫਿਊ ਜਿਸ ਵੇਲੇ ਲੱਗਾ, ਉਹਦੇ 'ਚ ਵੇਰਕਾ ਔਰ ਮਾਰਕਫੈਡ ਨੇ ਤੁਹਾਨੂੰ ਪਤਾ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਪੂਰੇ ਪੰਜਾਬ ਦੇ ਵਿੱਚ, ਔਰ ਸ਼ੂਗਰਫੈਡ ਨੇ, ਤਿੰਨਾਂ ਨੇ। ਵੇਰਕਾ ਡੇਅਰੀ ਨੇ ਮੈਕਸੀਮਮ ਜਿਹੜਾ ਮੇਰੇ ਖਿਆਲ ਇੱਕ ਦਿਨ ਸਾਨੂੰ ਪ੍ਰੋਬਲਮ ਆਈ ਸੀ, ਤੁਹਾਡੇ ਸਾਰਿਆਂ ਦੇ ਟੈਲੀਫੋਨ ਆਉਂਦੇ ਰਹੇ ਕਿ ਇੱਥੇ ਦੋ ਨਹੀਂ ਪਹੁੰਚਿਆ ਜਾਂ ਹੋਰ ਕਿਤੇ ਨਹੀਂ ਪਹੁੰਚਿਆ, ਔਰ ਇਮੀਡੀਏਟਲੀ ਉਹਨੂੰ ਅਸੀਂ ਕੰਟਰੋਲ ਕਰ ਲਿਆ। ਵੇਰਕੇ ਦੇ ਵਿੱਚ ਤੁਹਾਨੂੰ ਹੈਰਾਨਗੀ ਹੋਈ ਕਿ 1962 ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਅੰਮ੍ਰਿਤਸਰ ਵੇਰਕਾ ਉੱਤੇ ਬਣਾਇਆ। ਜਦੋਂ ਐਸਟੈਬਲਿਸ਼ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਕੋਈ ਉਹਦੀ ਐਕਸਪੈਂਸ਼ਨ ਨਹੀਂ ਸੀ। MD ਵੀ ਸਾਡੇ ਬੈਠੇ ਨੇ, ਸੰਘਾ ਸਾਹਿਬ ਉਹਦੇ ਮਿਲਕਫੈਡ ਦੇ, ਅਸੀਂ ਪਿਛਲੇ ਐਸੇ ਸਾਲ ਹੀ ਉਹਦੀ ਇਨੈਗੋਰੇਸ਼ਨ ਕੀਤੀ। ਉਹਦੀ ਜਿਹੜੀ ਸਮਰੱਥਾ ਉਹਨੂੰ ਡਬਲ ਕਪੈਸਿਟੀ ਤੇ ਅਸੀਂ ਉਹਨੂੰ ਕਰ ਦਿੱਤਾ। ਪਹਿਲਾਂ 1,05,000 ਲੀਟਰ ਪਰ ਡੇ ਸੀ ਉਹਦੀ, ਉਹ ਹੁਣ 2,05,000
पर लीटर डे हो गई है कि 2-2.5 लाख लीटर वो प्रोसैस करेगा, तो उन्होंने इनहांस करके 5 लाख तक असी वो कैपेसिटी कर दी है, ताकि फ्यूचर के कोई वो कमी ना। इस तरह ही लुधियाना मोहाली वाला जोड़ा प्लांट है, ये बहुत सारे तुसी देखा होना बड़ा ड्रास्टिक स्टैप्स लैके उन्होंने असी दूसरे जोड़े कोई होर प्लांट जोड़े मैन्युफैक्चरर ने उन्होंने तो असी बैटर अपना वो स्ट्रक्चर खड़ा कर लिया। मिल्कफेड कैटल जी है साड़ी, ये वाकई पंजाब नहीं, मैं कहूँगा कि पूरे इंडिया के साड़ी बेस्ट है। ਜਿਹੜੇ ਸਾਡੇ ਇਹ ਅਸੀਂ ਖਰੀਦ ਕਰਦੇ ਹਾਂ ਜਿਹੜੀ ਕੋਈ ਉਹਦੇ ਇਨਗਰੀਡੀਐਂਟਸ ਪੈਂਦੇ ਨੇ, ਉਹਦੇ ਲਈ ਅਸੀਂ ਮੈਂ ਦੋਨਾਂ ਪਲਾਂਟਾਂ ਦੇ ਉੱਤੇ 35 ਲੱਖ ਦੀਆਂ 2 ਲੈਬੋਰਟਰੀਜ਼ ਲਾਈਆਂ ਨੇ ਕਿ ਇਮੀਡੀਏਟਲੀ ਮੇਰਾ ਖਿਆਲ 2 ਮਿੰਟ ਦੇ ਵਿੱਚ ਸਾਡੇ ਕੋਲ ਰਿਜ਼ਲਟ ਆ ਜਾਂਦਾ ਕਿ ਇਹਦੇ 'ਚ ਮੱਕੀ 'ਚ ਕਿੰਨੇ ਕੰਟੈਂਟਸ ਨੇ ਜਾਂ ਦੂਸਰੇ ਐਡੀਬਲ ਆਇਲ ਜਿਹੜਾ ਪਾਉਂਦੇ ਉਹਦੇ 'ਚੋਂ ਰਾਈਸ ਬ੍ਰੈਨ ਆਇਲ ਪੈਂਦਾ, ਉਹਦੇ ਇਹ ਸਾਰੀ ਚੀਜ਼ਾਂ ਕਰਕੇ ਕਿ ਬੈਸਟ ਫੀਡ ਜਿਹੜੀ ਆ साड़ी तैयार हो रही है। और मेरा ख्याल कि साड़ी जी मैन्युफैक्चर कर रहे हैं 125% तक साढ़े वो प्लांट चल रहे हैं, तो जी साड़ी इतों नहीं हिमाचल और JNK भी साड़ी जी बेस्ट सेल जी चल रही है। असी परसों ही उतों का लैफ्टिनेंट जोड़े गवर्नर ने सारा डिपार्टमेंट असी उन्होंने जाके मीटिंग करके आए हैं कि साड़ियाँ जोड़े पंजाब के प्रोडक्ट ने मिल्कफेड शुगरफेड और मार्कफेड के, उन्होंने सानू एश्योरेंस दी है कि जी थोड़ी कैटल फीड है वो पहले ही साढ़े आती है, वो लैके आओ असी होर यदी सेल ज़्यादा करांगे। नाल ही उन्होंने सानू ये भी कहा कि तुसीं अपना एक मिल्क प्लांट का जोड़ा कोई यूनिट है वो साढ़े लाओ, ताकि पंजाब का जोड़ा मिल्क है वो इतने प्रोसैस करके सानू JNK दे विच सप्लाई दी जाए। उन्होंने साड़ी परसों मीटिंग तो मैं वापस आया। इस तरह ही डेयरी किसानों की जी ट्रेनिंग है, फार्मर्स की ट्रेनिंग तो CFP खन्ना विखे असी जो कैटल फीड प्लांट है उत्थे फार्मर्स नूं ट्रेनिंग भी देने और उन्होंने दसते हैं मिल्कफेड दे विच बल्क पैकिंग जी करनी असी देर वो असी कर रहे हैं। सब तो वड्डी गल यह है कि तुसी डेयरी वाइटनर अजकल मेरे ख्याल एक ही फर्म बनाते सी, अमुल वाले बनाते सी, वो असी अपना डेयरी वाइटनर जोड़ा वो असी कर दिता। हाँ छोटा वाला जो निके 1 कप जे की पौच पैंदा सी, ਉਹਨੂੰ ਅਸੀਂ ਉਹ ਤਿਆਰ ਕੀਤੀ ਹੈ। ਤੇ ਨਾਲ ਹੀ ਅਸੀਂ 4 ਫਲੇਵਰ ਜਿਹੜੇ ਨੇ ਇਹਦੇ ਆਈਸਕ੍ਰੀਮ ਦੇ ਨੈਚੁਰਲ ਜਿਹੜੇ ਆ ਕਿ ਉਹਦੇ 'ਚੋਂ ਇਹਦੇ ਬਾਕੀ ਤੁਸੀਂ ਦੇਖਿਆ ਹੋਣਾ ਕਿ ਆਇਲ ਪਾਉਂਦੇ ਆ, ਔਰ ਮੇਰੇ ਤੁਸੀਂ ਜਦੋਂ ਉਹਦਾ ਚਾਹੋਗੇ ਸਾਡੀ ਜਿਹੜੀ ਆਈਸਕ੍ਰੀਮ ਬਣਦੀ ਉਹ ਪਿਓਰ ਮਿਲਕ ਤੋਂ ਬਣਦੀ ਹੈ, ਉਹਦੇ 'ਚ ਕੋਈ ਹੋਰ ਚੀਜ਼ ਨਹੀਂ ਲਿਆਦੀ ਜਾਂਦੀ। ਜਿਹੜੇ ਫਰੂਟਸ ਨੇ ਇਹ ਵੀ ਜਿਹੜੇ ਫਰੈਸ਼ ਫਰੂਟਸ ਨੇ ਉਹ ਪਾ ਕੇ ਉਹਦਾ ਜਿਹੜਾ ਕੀਤਾ ਜਾਂਦਾ। ਮੈਂ ਮੇਰੇ ਖਿਆਲ ਕਿ ਪਤਾ ਨਹੀਂ ਆਪਾਂ ਲੈ ਕੇ ਆਏ ਕਿ ਨਹੀਂ, ਤੇ ਅੱਜ ਇਹਨਾਂ ਨੂੰ ਵੈਸੇ ਇਹਨਾਂ ਨੂੰ ਟੇਸਟ ਕਰਾਉਣਾ ਚਾਹੀਦਾ ਸੀ ਸਾਨੂੰ। ਉਹ ਤੁਸੀਂ ਕਰੋ ਕਿਸੇ ਨੂੰ ਆਰਡਰ ਇੰਨੇ ਚਿਰ 'ਚ ਪਹੁੰਚ ਜਾਣੀ ਹੈ, ਔਰ ਵਾਕਈ ਉਹ ਤੁਸੀਂ ਉਹਨੂੰ ਕਰੋਗੇ ਠੰਡ ਨਹੀਂ ਗੀ, ਉਹਦੇ ਨਾਲ ਖਾ ਕੇ ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬ ਆਪਣਾ ਕਿੱਥੋਂ ਤੱਕ ਅਸੀਂ ਕੀ ਕੀ ਕਰ ਰਹੇ ਹਾਂ। ਔਰ ਨਾਲ ਹੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਸ ਵੇਲੇ ਕੋਵਿਡ 'ਚ ਲੋਕੀ ਦੁੱਧ 'ਚ ਹਲਦੀ ਪਾ ਕੇ ਪੀਂਦੇ ਸੀ, ਕੋਈ ਪਾਣੀ 'ਚ ਪਾ ਕੇ ਪੀਂਦਾ ਸੀ, ਸਾਡੇ ਇਸ ਮਿਲਕਫੈਡ ਵਾਲੇ ਨੇ ਹਲਦੀ ਮਿਲਕ ਜਿਹੜਾ ਉਹ ਤਿਆਰ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਦਿੱਤਾ। ਮੈਂ ਆਪਣੇ ਸਾਰੇ ਡਿਪਾਰਟਮੈਂਟ ਨੂੰ ਉਹਦੇ 'ਚ ਮੁਬਾਰਕਬਾਦ ਵੀ ਦੇਣਾ। ਇਸੇ ਤਰ੍ਹਾਂ ਅਸੀਂ ਚੋਕੋ ਡਿਲਾਈਟ ਆਈਸਕ੍ਰੀਮ ਕੀਤੀ ਹੈ, ਕੁਕੀ ਡਿਲਾਈਟ ਆਈਸਕ੍ਰੀਮ ਹਲਦੀ ਦੁੱਧ ਵਾਲਾ ਮੈਂ ਤੁਹਾਨੂੰ ਦੱਸ ਹੀ ਦਿੱਤਾ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਇਹਨਾਂ ਨੇ ਕੀਤੀਆਂ। ਅਤੇ ਅਗਲੇ ਪਾਸੇ ਸਾਡਾ ਸ਼ੂਗਰ ਜਿਹੜਾ ਫੈਡ ਡਿਪਾਰਟਮੈਂਟ ਆ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਤੇ ਮੇਰੇ ਖਿਆਲ ਉਹਦੇ ਬਾਰੇ ਤੁਸੀਂ ਬਾਅਦ 'ਚ ਮੈਨੂੰ ਕੁਐਸਚਨ ਕਰਨੇ ਉਹ ਬਾਅਦ 'ਚ ਕਰਾਂਗੇ। ਇਹ ਬੰਦ ਪਈਆਂ ਜਿਹੜੀ ਫਰੀਦਕੋਟ ਸਾਡੀ ਸ਼ੂਗਰ ਮਿਲ ਸੀ, ਮੈਨੂੰ ਬੜੀ ਇੱਕ ਤੁਸੀਂ ਵੀ ਜਦੋਂ ਜਾ ਕੇ ਦੇਖੋਗੇ ਕਿ ਜਿਸ ਵੇਲੇ ਅਸੀਂ ਅਨਪਲਾਨਡ ਤਰੀਕੇ ਦੇ ਨਾਲ ਫੈਕਟਰੀਆਂ ਲਾ ਦਿੰਦੇ ਉਹਦੇ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੁੰਦਾ, ਔਰ ਉਹੀ ਡਿਪਾਰਟਮੈਂਟ ਜਿਹੜੇ ਨੇ ਉਹ ਘੱਟ 'ਚ ਜਾਣੇ ਸਟਾਰਟ ਹੋ ਜਾਂਦੇ। ਕਿਉਂਕਿ ਜਿਵੇਂ ਮਰੋੜ 'ਚ ਜਿਸ ਵੇਲੇ ਸ਼ੂਗਰ ਮਿਲ ਲੱਗੀ ਤਾਂ ਉਹ ਮਾਰਕੀਟ ਬੈਠ ਗਿਆ, ਜਿਵੇਂ ਫਰੀਦਕੋਟ ਲੱਗੀ ਸ਼ੂਗਰ ਫੈਡ ਵੱਲੋਂ ਉਹ ਆਪਣੇ ਸ਼ੂਗਰ ਫੈਡ ਵਾਲੇ ਉਹਨਾਂ ਦਾ ਕੰਮ ਡਾਊਨ ਚਲਾ ਗਿਆ। ਇਹ ਜਿਹੜੀ ਚੀਜ਼ਾਂ ਨੇ ਉੱਥੋਂ ਮੇਰੇ ਆਉਣ ਤੋਂ ਪਹਿਲਾਂ ਪਿਛਲੀ ਸਰਕਾਰ ਨੇ ਜਿਹੜੇ ਫਰੀਦਕੋਟ ਮਿਲ ਸੀਗੀ ਉਹਨੂੰ ਵੇਚ ਦਿੱਤਾ ਸੀ, ਉਹਦੀ ਮਸ਼ੀਨਰੀ ਉੱਥੇ ਪਈ ਸੀ। ਅਸੀਂ ਆ ਕੇ ਭੋਗਪੁਰ ਜਿਹੜੀ ਆ ਉਹਦੀ 1000 ਕੈਪੈਸਿਟੀ ਸੀਗੀ,
ਤੇ ਉਹਨੂੰ ਉਤੋਂ ਸ਼ਿਫਟ ਕਰਕੇ ਜੇ ਅਸੀਂ ਨਵੀਂ ਸ਼ੂਗਰ ਮਿਲ ਲਾਉਂਦੇ ਕੋਈ 250-300 ਕਰੋੜ ਉਹਦੇ ਖਰਚ ਆਉਂਦਾ ਸੀ। ਟੋਟਲ ਸਾਡਾ 109 ਕਰੋੜ ਜਿਹੜੀ ਉਹਦੇ ਤੇ ਕੀਤਾ। ਸਾਰੀ ਮਸ਼ੀਨਰੀ ਅਸੀਂ ਉੱਥੇ ਲਿਆ ਕੇ ਸ਼ਿਫਟ ਕਰਕੇ 3000 TCD ਦੀ ਉਹ ਕਰ ਦਿੱਤੀ ਹੈ, ਔਰ ਨਾਲ ਹੀ ਉਹਦੇ 15 ਮੈਗਾਵਾਟ ਦਾ ਕੋਜਨਰੇਸ਼ਨ ਪਲਾਂਟ ਜਿਹੜਾ ਲਾਇਆ 3 ਸਾਲਾਂ ਦੇ ਵਿੱਚ ਉਹ 43 ਕਰੋੜ ਦੀ ਬਿਜਲੀ ਪੈਦਾ ਕਰੇਗਾ। ਤੇ ਜਿਹੜੀ ਕਿਸਾਨਾਂ ਦੀ ਵੱਖ-ਵੱਖ ਪ੍ਰੋਬਲਮਸ ਆ ਰਹੀਆਂ ਨੇ, ਜੇ ਇੱਕ ਚੀਜ਼ ਮੈਂ ਦੱਸ ਦੇਣੀ ਚਾਹੁੰਦਾ ਤੁਹਾਨੂੰ ਕਿ ਅਗਰ ਅਸੀਂ ਕੱਲੀ ਸ਼ੂਗਰ ਬਣਾਵਾਂਗੇ ਕਦੀ ਵੀ ਸ਼ੂਗਰ ਮਿਲਾਂ ਜਿਹੜੀਆਂ ਸਸਟੇਨ ਨਹੀਂ ਕਰ ਪਾਉਣਗੀਆਂ। ਜੇ ਉਹਨਾਂ ਨੂੰ ਅਸੀਂ ਮੈਗਾ ਪ੍ਰੋਜੈਕਟ ਉਹਨਾਂ ਦੇ ਤਿਆਰ ਕਰਾਂਗੇ, ਉਹਨਾਂ ਨੂੰ ਸ਼ੂਗਰ ਕੰਪਲੈਕਸ ਬਣਾਵਾਂਗੇ ਤੇ ਉਹ ਸ਼ੂਗਰ ਮਿਲਾਂ ਫੇਰ ਪ੍ਰੋਫਿਟ ਆਉਣਗੀਆਂ। ਇਹਦੇ 'ਚ ਉਹਦੇ 'ਚ ਜਿਹੜੀ ਬਿਜਲੀ ਦੀ ਆ ਉਹਦਾ ਕਰ ਰਿਹਾ। ਹੁਣੇ ਅਸੀਂ 2-3 ਦਿਨ ਪਹਿਲਾਂ ਬੈਠ ਕੇ ਮੀਟਿੰਗ ਕੀਤੀ ਹੈ ਕਿ ਜਿੰਨੀਆਂ ਸ਼ੂਗਰ ਮਿਲਸ ਨੇ, ਇੱਕ ਪ੍ਰੈਸ ਮੱਡ ਹੁੰਦਾ ਜਿਹੜਾ ਬਾਹਰ ਕਾਲੇ ਜਿਹੇ ਕਲਰ ਦਾ ਪਿਆ ਹੁੰਦਾ, ਉਹਦੀ ਕੋਈ ਯੂਟੀਲਾਈਜੇਸ਼ਨ ਨਹੀਂ ਹੁੰਦੀ। ਅਸੀਂ ਉਹ ਕਰਨ ਲੱਗੇ ਕਿ ਜਿੰਨੀਆਂ ਸਾਰੀਆਂ ਸ਼ੂਗਰ ਮਿਲਾਂ ਨੂੰ ਕਰਕੇ ਵੱਖ-ਵੱਖ ਸ਼ੂਗਰ ਮਿਲਾਂ ਦੇ ਵਿੱਚ ਅਸੀਂ ਉਹਦੇ ਤੋਂ CNG ਤਿਆਰ ਕਰਕੇ ਉਹਦੀ ਵੀ ਜਿਹੜੀ ਇਨਕਮ ਹੋਣੀ ਹੈ ਉਹ ਵੀ ਸ਼ੂਗਰ ਮਿਲਾਂ 'ਚ ਜਾਏਗੀ ਤਾਂ ਕਿ ਫਾਰਮਰਸ ਦੀ ਉਹਦੀ ਵੀ ਜਲਦੀ ਪੇਮੈਂਟ ਹੋ ਸਕੇ। ਇਸੇ ਤਰ੍ਹਾਂ ਹੀ ਹਰ ਸ਼ੂਗਰ ਮਿਲ 'ਚ ਨਹੀਂ, ਜਿਵੇਂ ਬਟਾਲੇ 'ਚ ਲੱਗੇਗਾ ਉਹਨੂੰ ਗੁਰਦਾਸਪੁਰ ਫੀਡ ਕਰੇਗੀ, ਅਜਨਾਲੇ 'ਚ ਲੱਗੇਗਾ ਉਹਦੇ 'ਚ ਜਿਹੜੀ ਮਿਊਨਿਸਪਲ ਵੇਸਟ ਹੈ ਤੇ ਜਿਹੜੀਆਂ ਸਬਜ਼ੀਆਂ ਜਿਹੜੀਆਂ ਉੱਥੇ ਮੰਡੀ 'ਚ ਜਿਹੜੀ ਹੈ ਉਹ ਸਾਰਾ ਕੁਝ ਤੇ ਮਿਲਕ ਪਲਾਂਟ ਦਾ ਉਹਦੇ ਕਰਕੇ ਉੱਥੇ ਕਰਾਂਗੇ। ਇਹ ਜਿੰਨੀਆਂ ਵੇਸਟ ਨੇ ਜਿਹੜੀ ਕੋਈ ਯੂਟੀਲਾਈਜ਼ ਨਹੀਂ ਕਿਤੇ ਹੁੰਦਾ ਉਹਨਾਂ ਨੂੰ ਅਸੀਂ ਇਸੇ ਤਰ੍ਹਾਂ ਭੋਗਪੁਰ ਕਰਾਂਗੇ, ਭੋਗਪੁਰ ਔਰ ਸਾਡਾ ਨਕੋਦਰ ਵਾਲੀ ਮਿਲ ਕਰਾਂਗੇ, ਬਟ ਇੱਥੇ ਕਰਾਂਗੇ ਮੋਰਿੰਡਾ 'ਚ ਕਰਾਂਗੇ। ਇਹਦੇ ਨਾਲ ਬੁੱਢੇਵਾਲ ਔਰ ਸਾਡੀ ਨਵਾਂ ਸ਼ਹਿਰ ਜਿਹੜੀ ਸ਼ੂਗਰ ਮਿਲ ਉਹਨੂੰ ਉਹਦੇ ਨਾਲ ਕੀਤਾ ਜਾਏਗਾ। ਇਹਦੇ ਵਿੱਚ ਹੀ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਸ਼ੂਗਰ ਫੈਕਟ 'ਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੋਰਿੰਡੇ ਸਾਡਾ ਪੰਪ ਚੱਲ ਰਿਹਾ। ਬਾਕੀ ਸਾਡੀਆਂ ਜਿਹੜੀ ਮਨਜ਼ੂਰੀਆਂ ਮਿਲ ਗਈਆਂ ਇਮੀਡੀਏਟਲੀ ਅਸੀਂ ਉਹਨੂੰ ਸਟਾਰਟ ਕਰ ਦੇਣ ਲੱਗੇ। ਇਹ ਮੈਨੂੰ ਕਰ ਦਿੱਤਾ ਜੀ ਆਊਟਲੈਟ ਜਿਹੜੀ ਯੂਨੀਵਰਸਿਟੀ ਆਊਟਲੈਟ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਕਿ ਜਿੰਨੇ ਇੰਡੀਅਨ ਆਇਲ ਦੇ ਪੈਟਰੋਲ ਪੰਪ ਨੇ ਆਊਟਲੈਟ ਨੇ ਉਹਨਾਂ ਦੇ ਉੱਤੇ ਸਾਡੇ ਉਹ ਪ੍ਰੋਡਕਟ ਕਾਰਪੋਰੇਸ਼ਨ ਦੇ ਉੱਥੇ ਰੱਖ ਕੇ ਉਹ ਸਾਨੂੰ ਫ੍ਰੀ ਆਫ ਕਾਸਟ ਆਪਣਾ ਦੇਣਗੇ ਤੇ ਆਪਣੇ ਉਹਨਾਂ ਥਾਵਾਂ ਤੇ ਉਹਨਾਂ ਦਾ ਡਿਪਾਰਟਮੈਂਟ ਇੰਡੀਅਨ ਆਇਲ ਵਾਲੇ ਉਹ ਸਾਡੇ ਪ੍ਰੋਡਕਟ ਸੇਲ ਕਰਨਗੇ। ਇਹਨਾਂ ਬੜੀ ਵੱਡੀ ਸਾਨੂੰ ਹੋਰ ਮਿਲੇਗੀ। ਪੰਜਾਬ 'ਚ ਵੀ ਉਹ ਕਹਿੰਦੇ ਜੇ ਤੁਸੀਂ ਬਾਹਰ ਵੀ ਕਰਨਾ ਚਾਹੁੰਦੇ ਕਹਿੰਦੇ ਤੁਹਾਡੇ ਬਾਹਰ ਵੀ ਤੁਹਾਡੇ ਨਾਲ ਚੈੱਕ ਕਰਾਂਗੇ। ਟੋਟਲ ਪੰਪ ਹੈ ਕਿ ਨਹੀਂ ਉਹਨਾਂ ਦੀ ਕਿੰਨੀ? ਉਹਨਾਂ ਦੀ ਮੈਨੂੰ ਜਿੰਨੇ ਤੁਸੀਂ ਵੇਖੋ ਇੰਡੀਅਨ ਆਇਲ ਤੇ ਮੇਰੇ ਖਿਆਲ ਮੇਨ ਹੈ ਹੀ ਇੰਡੀਅਨ ਆਇਲ ਹੈ ਪੰਜਾਬ ਦੇ ਵਿੱਚ ਤੇ ਉਹਨਾਂ ਸਾਰੇ ਪੰਪਾਂ ਦੇ। ਹਾਂਜੀ ਨਹੀਂ, ਰਿਲਾਇੰਸ ਨਾਲ ਤੇ ਨਹੀਂ ਸਾਡੇ ਹੋਣਗੇ, ਸਾਡੇ ਤੇ ਇੰਡੀਅਨ ਆਇਲ ਦੇ ਨਾਲ ਹੀ ਨੇ ਤੇ ਉਹਨਾਂ ਦੇ ਨਾਲ ਜਿੰਨਾ ਸਾਡੇ ਨਾਲ ਕੀਤਾ ਉਹਨਾਂ ਨਾਲ ਹੀ ਰੱਖਾਂਗੇ। ਮੇਰੇ ਖਿਆਲ ਉੱਧਰ ਤੇ ਅਸੀਂ ਸਾਨੂੰ ਜਾਣ। ਸਭ ਤੋਂ ਵੱਡੀ ਜਿਹੜੀ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇੰਡੀਅਨ ਆਇਲ ਨੇ ਸਾਡੇ ਨਾਲ ਰਖੜਾ ਸ਼ੂਗਰ ਮਿਲ 'ਚ 180 ਕਰੋੜ ਦਾ ਕੀਤਾ MOU ਸਾਈਨ ਕੀਤਾ। ਉਹਦੇ 'ਚ ਜਿਹੜੀ ਪਰਾਲੀ ਤੋਂ ਉਹਦੇ ਤੋਂ CNG ਉਹਨੂੰ ਉਹ ਤਿਆਰ ਕਰਨਾ। ਔਰ ਮੇਰੇ ਖਿਆਲ ਹੈ ਕਿ 1,20,000 ਮੀਟਰਿਕ ਟਨ ਜਿਹੜੀ ਆ ਉਹ ਪਰਾਲੀ ਕੀਤੀ ਜਾਊਗੀ। ਫਿਰ ਇਹ ਪਟਿਆਲਾ ਡਿਸਟ੍ਰਿਕਟ ਤਕਰੀਬਨ ਉਹ ਕੰਜ਼ਿਊਮ ਕਰ ਲੈਣਗੇ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਬਾਕੀ ਥਾਵਾਂ ਤੇ ਵੀ ਤੁਸੀਂ ਉਹ ਸਾਨੂੰ ਜਿੱਥੇ ਕੋਈ ਸਾਡੀ ਸ਼ੂਗਰ ਮਿਲ ਜੇ ਕੋਈ ਬੰਦ ਪਈ ਹੈ ਜਾਂ ਹੋਰ ਕਿਤੇ ਉਹ ਵੀ ਸਾਡੇ ਨਾਲ ਮੇਰੇ ਖਿਆਲ ਇੱਕ ਅੱਧੇ ਦਿਨ 'ਚ ਮੀਟਿੰਗ ਕਰਨਗੇ ਤੇ ਅਸੀਂ ਉਹਨਾਂ ਕਹਾਂਗੇ ਕਿ ਉਹ ਵੀ ਕਰੀਏ। ਨਾਲ ਹੀ ਅਸੀਂ ਇਹਦੇ 'ਚ MD ਸਾਹਿਬ ਬੈਠੇ ਨੇ, ਇਹਨਾਂ ਨੇ ਇੱਕ ਬੜੀ ਵਧੀਆ ਸੁਜੈਸ਼ਨ ਦਿੱਤੀ ਆ ਕਿ ਜਿਹੜਾ ਸਾਡੀ ਭੋਗਪੁਰ ਕੋਜਨ ਚੱਲ ਰਿਹਾ ਕਿ ਉਹਦੇ 'ਚ ਸਿਰਫ 140 ਦਿਨ ਉਹ ਚੱਲਦੀ ਆ, ਜਿੰਨੇ ਦਿਨ ਮਿਲ ਚੱਲਦੀ ਹੈ ਤੇ ਉਹਨੇ ਦਿਨ ਬਿਜਲੀ ਬਣੇਗੀ ਜਿਹੜੀ 15 ਮੈਗਾਵਾਟ। ਇਹਨਾਂ ਦੀ ਸੁਜੈਸ਼ਨ ਇਹ ਕਿ ਕਿਉਂ ਨਾ ਉਹਨੂੰ ਅਸੀਂ ਪੂਰੇ 360 ਦਿਨ ਜਿਹੜੇ ਆ 65 ਦਿਨ ਜਿਹੜੇ ਉਹਨੂੰ ਉਹਦੇ 'ਤੇ ਚਲਾਇਆ ਜਾਏ। ਉਹਦਾ ਤੇ ਇਹਨਾਂ ਨੇ ਪ੍ਰਪੋਜ਼ਲ ਬਣਾਈ ਹੈ। ਉਸ ਇਲਾਕੇ ਦੀ ਸਾਰੀ ਪਰਾਲੀ ਲੈ ਕੇ ਥੋੜ੍ਹੀ ਜਿਹੀ ਵਿੱਚ ਮਾਡਰਨ ਉਹਦੀ ਮੇਰਕਲ ਹੋਏਗੀ, ਆਲਟਰੇਸ਼ਨ ਹੋਏਗੀ ਤੇ ਉਹਦੇ 'ਚ ਅਸੀਂ ਕਰਕੇ ਉਹ ਵੀ ਅਸੀਂ ਪੂਰਾ ਸਾਲ ਚਲਾਵਾਂਗੇ ਤੇ ਉਹਦੇ 'ਚ ਉਹ ਸਾਨੂੰ ਬੜਾ ਵੱਡਾ ਬੈਨੀਫਿਟ ਮਿਲੇਗਾ। 15 ਮੈਗਾਵਾਟ ਉਹ ਹੋਏਗੀ ਤੇ ਜੇ 15 ਮੈਗਾਵਾਟ ਨਾਲ ਜੇ ਪੂਰਾ ਸਾਲ ਚਲੇਗੀ ਤੇ ਮੈਨੂੰ ਨਹੀਂ ਲੱਗਦਾ ਕਿ ਸ਼ੂਗਰ ਮਿਲ ਕੋਈ ਵੀ ਜਿਹੜੀ ਆ ਉਹ ਪ੍ਰੋਫਿਟ 'ਚ ਨਾ ਰਹੇ ਤੇ ਉਹਦੇ ਨਾ ਪੇਮੈਂਟ ਹੋਏ। ਦੂਸਰੀ ਜਿਹੜੀ ਅਸੀਂ ਕਰ ਰਹੇ ਹਾਂ ਕਿ ਸਭ ਤੋਂ ਵੱਡਾ ਜਿਹੜਾ ਸਾਡੀ ਗਵਰਨਮੈਂਟ ਨੇ ਕੀਤਾ ਕਿ ਪਿਛਲੇ 15-20 ਸਾਲ ਤੋਂ ਮੇਰੇ ਖਿਆਲ 25 ਸਾਲ ਤੋਂ ਹੀ
ਜਿਸ ਵੇਲੇ ਗੜੇ ਵਾਲਾ ਜਲੰਧਰ ਵਾਲਾ ਕੇਂਡ ਰਿਸਰਚ ਸੈਂਟਰ ਬੰਦ ਹੋਇਆ, ਉੱਥੇ ਬਹੁਤ ਵੱਡਾ ਰਿਸਰਚ ਸੈਂਟਰ ਸੀਗਾ, ਉਦੋਂ ਤੱਕ ਸਾਨੂੰ ਮਿਲਦੇ ਰਹੇ। 100 ਏਕੜ ਕਲਾਨੌਰ ਦੀ ਪੰਚਾਇਤ ਨੇ ਕੋਆਪਰੇਟਿਵ ਡਿਪਾਰਟਮੈਂਟ ਨੂੰ ਉਹ ਦੇ ਦਿੱਤਾ। ਉਹਦੇ 'ਚ ਇਹਨਾਂ ਨੇ ਅੱਗੋਂ ਸ਼ੂਗਰਫੈਡ ਨੂੰ ਸਬਲੈਟ ਕਰ ਦਿੱਤਾ। ਉੱਥੇ 100 ਏਕੜ ਦੇ ਵਿੱਚ ਸਾਡਾ ਰਿਸਰਚ ਸੈਂਟਰ ਜਿਹੜਾ ਉਹਨੂੰ ਅਸੀਂ ਕਰ ਰਹੇ ਹਾਂ ਕਿ ਨਵੀਆਂ ਵੈਰਾਈਟੀ ਜਿਹੜੀ ਆ। ਕੱਲ੍ਹ ਵੀ ਬੈਠੇ ਸੀ ਅਸੀਂ ਸਾਰੇ, ਸਾਡੇ ਕੋਲੋਂ ਉੱਥੋਂ ਦੇ ICR ਕਰਨਾਲ ਦੇ ਉਹ ਵੀ ਆ ਕੇ ਉਹ ਗੱਲ ਕਰਕੇ ਗਏ ਨੇ ਕਿਹੜੀ ਨਵੀਂ ਵੈਰਾਈਟੀ ਸੀਗੀ 1253 ਕਿਹੜੀ 1503 ਉਹਦੀ ਉਹਨਾਂ ਨੇ ਦੱਸੀ ਆ। ਉਹਨੂੰ ਅਸੀਂ ਹੁਣ ਤੱਕ ਸਾਡੇ ਕੋਲ ਕਾਫੀ ਜਿਹੜੀਆਂ ਫਾਰਮਰਸ ਨੂੰ ਅਸੀਂ ਆਪਣੇ ਸ਼ੂਗਰ ਮਿਲਾਂ 'ਚ ਵੀ ਉਹਦੇ ਕਰ ਰਹੇ ਹਾਂ, ਟਰਾਇਲ ਲੈ ਰਹੇ ਹਾਂ। ਔਰ ਉਹਦੀ ਜਿਹੜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਯੀਲਡ ਆ ਉਹਦਾ ਝਾੜ ਆ ਉਹ ਕੋਈ 550 450 ਤੋਂ ਲੈ ਕੇ 550 ਕੁਇੰਟਲ ਦੇ ਵਿੱਚ। ਤੇ ਇਸ ਵੇਲੇ ਜਿਹੜੀ ਸਾਡੀ ਪੰਜਾਬ ਦੀ ਆ ਰਹੀ ਆ ਉਹ ਕੋਈ 250 ਤੱਕ 240 250 ਦੇ ਵਿੱਚ ਐਵਰੇਜ ਜਿਹੜੀ ਉਹ ਮੇਰੀ ਝਾੜ ਦੀ ਆ ਰਹੀ। ਜੇ ਇਹਦੇ ਜੇ ਡਬਲ ਹੋ ਜਾਂਦਾ ਤੇ ਇਹ ਬੜੀ ਸਾਡੇ ਵੱਡੀ ਲਈ ਅਚੀਵਮੈਂਟ। ਉਹਦੇ 'ਚ ਸਾਡੇ ਉੱਥੋਂ ਦਾ ਅਸੀਂ ਹੁਣ ਉਹਦਾ ਲੈਣ ਲੱਗੇ ਹਾਂ। ਇੰਤਕਾਲ ਸਾਡੇ ਨਾਲ ਹੋ ਗਿਆ ਸਾਡੇ ਡਿਪਾਰਟਮੈਂਟ ਦੇ ਨਾਲ। ਇਹ ਅਸੀਂ ਐਸੇ ਸਾਲ ਦੇ ਵਿੱਚ ਉਹਨੂੰ ਸਟਾਰਟ ਕਰ ਦੇਣ ਲੱਗੇ ਹਾਂ। ਇਹ ਕਿਰਾਏ ਤੇ ਠੇਕੇ ਤੇ ਨਹੀਂ ਹੈ? ਨਹੀਂ, ਇਹ ਗਵਰਨਮੈਂਟ ਨੂੰ ਪੰਚਾਇਤ ਨੇ ਟਰਾਂਸਫਰ ਕਰ ਦਿੱਤੀ ਹੈ। ਹਾਂ, ਟਰਾਂਸਫਰ ਕਰ ਦਿੱਤੀ ਹੈ ਉਹਦੇ ਲਈ ਗੰਨੇ ਰਿਸਰਚ ਲਈ। ਔਰ ਇਹ ਪਹਿਲਾ ਹੋਏਗਾ ਕਿ ਅਸੀਂ ਰਿਸਰਚ ਜਿਹੜੀ ਆ ਉੱਥੇ ਕਰਕੇ ਔਰ ਸਾਡਾ ਬੋਰਡ ਵੀ ਬਣ ਗਿਆ। ਉਹਦੇ 'ਚ ਡਾਇਰੈਕਟਰ ਅਸੀਂ ਅਪੁਆਇੰਟ ਕਰ ਰਹੇ ਹਾਂ ਬਹੁਤ ਜਲਦੀ। ਸਾਡੀ 12 ਨੂੰ ਮੇਰੇ ਖਿਆਲ ਕਿ 11 ਨੂੰ ਮੀਟਿੰਗ ਆ, ਉਹਦੇ 'ਚ ਅਸੀਂ ਉਸ ਦਿਨ ਡਾਇਰੈਕਟਰ ਅਪੁਆਇੰਟ ਕਰ ਦੇਣਾ ਤਾਂ ਕਿ ਇਹਨੂੰ ਵਧੀਆ ਤਰੀਕੇ ਨਾਲ ਅਸੀਂ ਚਲਾ ਸਕੀਏ। ਦੂਸਰਾ ਉਹਦੇ ਬਾਅਦ ਸਾਡਾ ਮਾਰਕਫੈਡ ਜਿਹੜੀ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਬੜੀ ਵੱਡੀ ਅਚੀਵਮੈਂਟ ਹੋਈ ਆ ਸ਼ਹਿਰ ਦੇ ਵਿੱਚ ਕਿ ਸ਼ਹਿਰ ਦੇ ਵਿੱਚ ਪੂਰੇ 13 ਜਿਹੜੇ ਕਿ ਉਹਨਾਂ ਦਾ ਟੈਸਟ ਹੋਇਆ ਉਹਦੇ 'ਚ ਪਤੰਜਲੀ ਵੀ ਉੱਡ ਗਈ। ਉਹਦੇ 'ਚ ਮੇਰੇ ਖਿਆਲ ਆ ਜੋ ਜਿਹੜਾ ਡਾਬਰ ਵਾਲੇ ਚਲੇ ਗਏ, ਇੱਕ ਹੋਰ ਬੜਾ ਵੱਡਾ ਨਾਂ ਸੀ ਵੈਦਿਆਨਾਥ। ਇਹ ਜਿਹੜੀਆਂ ਜਿੰਨੇ ਸੀ ਉਹਨਾਂ 'ਚੋਂ ਸਾਡਾ 1 ਨੰਬਰ ਤੇ ਸਾਡਾ ਹੈ ਵੇਦਕਾ। ਮੈਂ ਆਪਣੇ ਮਾਰਕੀਟ ਨੂੰ ਮੁਬਾਰਕਬਾਦ ਵੀ ਦੇਣਾ। ਔਰ ਇਹਨਾਂ ਦੀ ਜਿਹੜੀ ਉਹਦਾ ਟੇਸਟ ਜਾਂ ਉਹਦੇ 'ਚ ਕੰਟੈਂਟ ਤੇ ਦੂਜਿਆਂ 'ਚੋਂ ਸ਼ੂਗਰ ਪਾਈ, ਸਾਡੇ 'ਚੋਂ 0% ਸ਼ੂਗਰ ਆਈ। ਔਰ ਇਹ ਸਾਡੀ ਬੜੀ ਵੱਡੀ ਅਚੀਵਮੈਂਟ ਹੈ। ਸੇਲ ਦੀ ਇਨਕਰੀਜ਼ ਸਾਡੇ ਕੋਲ ਉੱਤੇ 10 ਟਾਈਮਸ ਤੋਂ ਜ਼ਿਆਦਾ ਹੋ ਗਈ। ਤੇ ਉਹਦੇ 'ਚ ਥੋੜੀ ਸਾਡੀਆਂ ਇਹ ਹੈਗੀਆਂ ਨੇ ਕਿ ਬਾਬਾ ਰਾਮਦੇਵ ਵਾਂਗੂ ਅਸੀਂ ਬਹੁਤ ਐਡਵਰਟਾਈਜ਼ ਨਹੀਂ ਕਰ ਸਕੇ। ਤੇ ਜਿਵੇਂ ਮੰਤਰੀ ਤੁਸੀਂ ਦੱਸਿਆ 10% ਇਨਕਰੀਜ਼ ਹੋ ਗਿਆ 10 ਟਾਈਮ ਪਰ ਪ੍ਰੋਕਿਊਰਮੈਂਟ ਕੀ ਕੁਆਲਿਟੀ ਉਹੀ ਸੇਮ ਮੇਨਟੇਨ। ਮੈਂ ਕਿਹਾ ਜੀ ਤੁਸੀਂ ਉਹਦੇ ਟੈਸਟ ਫੇਰ ਦੁਬਾਰਾ ਕਰਵਾ ਲਓ ਨਾ। ਵੀ ਉਹਦੇ 'ਚ ਵੇਖੋ ਸਾਡੀ ਅਟੈਂਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ ਨੇ ਤੇ ਜੇ ਉਹ ਨਹੀਂ ਕਲੀਅਰ ਤੇ ਫੇਰ ਉਹ ਨਹੀਂ ਹੋ ਸਕਦਾ। ਇਹ ਜਿਹੜੇ ਡਿਪਾਰਟਮੈਂਟ ਹੁੰਦੇ ਸਾਡੇ ਕੋਆਪਰੇਟਿਵ ਡਿਪਾਰਟਮੈਂਟ ਆ, ਇਹ ਪ੍ਰੋਫਿਟ ਵਾਲੇ ਨਹੀਂਗੇ ਸਾਡੇ। ਇਹ ਸਾਡਾ ਨੋ ਪ੍ਰੋਫਿਟ ਨੋ ਲਾਸ ਤੇ ਚਲੇ ਜਾਣ, ਇਹ ਪਬਲਿਕ ਦੇ ਨੇ। ਇਹ ਪ੍ਰਾਈਵੇਟ ਕੰਪਨੀ ਨਹੀਂ ਹੈ ਕਿ ਅਸੀਂ ਉਹਦੇ 'ਚ ਕਿਤੇ ਸਸਤਾ ਲੈ ਕੇ ਮਹਿੰਗਾ ਵੇਚਾਂਗੇ। ਸੈਲਫ ਹੈਲਪ ਗਰੁੱਪ ਵੀ ਕੰਟਰੀਬਿਊਟ ਕਰ ਰਹੇ ਨੇ ਜਿਹੜੇ ਕੋਈ ਵਧੀਆ ਜਿਹੜੇ ਫਾਰਮਰਸ ਨੇ ਜਿਹੜੇ ਆਪਣੇ ਜਿਹੜੇ ਚੰਗੇ ਤਰੀਕੇ ਨਾਲ ਕਰ ਰਹੇ ਨੇ ਉਹਨਾਂ ਨੂੰ ਅਸੀਂ ਹੋਰ ਇਨਕਰੇਜ ਕਰ ਰਹੇ ਹਾਂ ਤਾਂ ਕਿ ਜਿਹੜਾ ਆਉਣ ਵਾਲਾ ਸਾਲ ਆ ਉਹਦੇ ਅਸੀਂ ਆਪਣੇ ਕੋਆਪਰੇਟਿਵ ਸੁਸਾਇਟੀਜ਼ ਵੱਲੋਂ ਉਹਨਾਂ ਨੂੰ ਲੋਨ ਵੀ ਦੇਣਾ ਚਾਹੁੰਦੇ ਹਾਂ ਕਿ ਉਹ ਲੈ ਕੇ ਤੇ ਆਪਣੇ ਜਿਹੜੇ ਮੱਖੀਆਂ ਉਹਨਾਂ ਨੂੰ ਹੋਰ ਪਾਲਣ। ਤੇ ਇਹਦੇ 'ਚ ਅੱਗੇ ਲੋਕਾਂ ਨੂੰ ਇਹ ਸੀ ਕਿ ਸ਼ਾਇਦ ਇਹ ਕੰਮ ਬਹੁਤ ਵਧੀਆ ਨਹੀਂ, ਪਰ ਜੋ ਹੁਣ ਆ ਇਹ ਲੋਕਾਂ ਨੂੰ ਪਤਾ ਲੱਗਾ ਤੇ ਕਾਫੀ ਲੋਕ ਸਾਨੂੰ ਕੰਟੈਕਟ ਵੀ ਕਰ ਰਹੇ ਨੇ। ਮੇਨ ਜਿਹੜੇ ਪ੍ਰੋਕਿਊਰ ਜਿਹੜਾ ਪੂਰਾ ਪੰਜਾਬ 'ਚ ਹੁੰਦਾ ਕਿ ਆਪਾਂ ਬਾਹਰੋਂ ਵੀ ਲੈਣੇ? ਆਪਾਂ ਹਿਮਾਚਲ 'ਚੋਂ ਵੀ ਲੈਣੇ, JNK 'ਚੋਂ ਲੈਣੇ। ਜਿੱਥੇ ਉਹ ਨਹੀਂ ਕੀਤਾ ਜਾਏਗਾ ਕਿ ਜਿੱਥੇ ਜਿਹਦੇ ਖੇਤੀ ਜ਼ਿਆਦਾ, ਜਿੱਥੇ ਗ੍ਰੀਨਰੀ ਆ ਫਲਾਵਰਿੰਗ ਜਿੱਥੇ ਆ ਸਾਡਾ ਉਹਦੇ ਤੇ ਮੇਨ ਫੋਕਸ ਹੈ ਕਿ ਉਹਨਾਂ ਨੂੰ ਲਿਆ ਜਾ, ਬਾਕੀ ਕੋਈ ਸ਼ਾਇਦ ਨਾ ਕਰੀ ਜਾਵੇ। ਜਿਹੜੀ ਐਨੂਅਲ ਪ੍ਰੋਡਕਸ਼ਨ ਕਿੰਨੀ ਹੈ ਸ਼ਾਇਦ ਦੀ ਪੰਜਾਬ ਦੇ ਵਿੱਚ ਜਿਹੜੀ ਟਰਨਓਵਰ ਲਾਈਕ ਕੋਈ ਪ੍ਰੋਫਿਟ ਹੁੰਦਾ ਹੈ ਕਿ ਨਹੀਂ ਹੁੰਦਾ? ਪ੍ਰੋਫਿਟ ਤੇ ਤਾਂ ਹੀ ਚੱਲ ਰਹੇ ਆ ਪਰ ਤੁਸੀਂ ਉਹਨੂੰ ਦੱਸਿਆ ਕਿ ਪ੍ਰੋਫਿਟ ਚ ਪ੍ਰੋਫਿਟ ਹੁੰਦਾ
ਨਹੀਂ, ਮੈਂ ਤੁਹਾਨੂੰ ਕਿਹਾ ਕਿ ਸਾਡਾ ਇਹ ਕੰਮ ਨਹੀਂ ਕਿ ਹੁਣ 30% ਵਿੱਚ ਉਹਦੇ 'ਚ ਕਿ ਸ਼ੂਗਰ ਜਿਹੜੀ ਉਹਨੂੰ ਮਿਕਸ ਕਰ ਦਈਏ। ਇਹ ਮੈਂ ਕਿਹਾ ਤੁਹਾਨੂੰ ਕਿ ਪ੍ਰੋਫਿਟ ਜਿਹੜਾ ਇਹਦੇ 'ਚ ਵੀ ਪ੍ਰੋਫਿਟ ਹੈ, ਪਰ ਇਹ ਨਹੀਂ ਕਿ ਬਹੁਤ ਜ਼ਿਆਦਾ ਪ੍ਰੋਫਿਟ ਨਹੀਂ ਕਿ ਅਸੀਂ ਐਡ ਪਰ ਰੱਖ ਕੇ ਲੋਕਾਂ ਨੂੰ ਤੇ ਤਾਂ ਹੀ ਪਤਾ ਲੱਗੇਗਾ ਕਿ ਗਵਰਨਮੈਂਟ ਤੇ ਪ੍ਰਾਈਵੇਟ ਦਾ ਕੀ ਫਰਕ ਹੈ। ਹੁਣ ਸਾਡੀ ਮੇਰੇ ਖਿਆਲ ਅਜੇ ਤੱਕ ਅਸੀਂ ਰੇਟ ਨਹੀਂ ਵਧਾਇਆ, ਜੋ ਸਾਡਾ ਸੀਗਾ ਸੇਮ ਰੇਟ ਰੱਖਿਆ ਕਿ ਇੰਨੀ ਪ੍ਰੋਡਕਸ਼ਨ ਔਰ ਇੰਨੀ ਉਹਦੀ ਪਰਚੇਜ ਤੇ ਵੀ। ਤੇ ਜੇ ਕੋਈ ਪ੍ਰਾਈਵੇਟ ਹੁੰਦਾ ਤੇ ਮੇਰਾ ਖਿਆਲ ਹੈ ਕਿ 50 ਰੁਪਏ ਜ਼ਰੂਰ। ਉਹ ਹੁਣ ਕਰਾਂਗੇ। ਸਾਡੀ ਜਿਹੜੀ ਅੱਜ ਤੱਕ ਜਿਹੜੀ ਆਪਣੀ ਪਲਾਂਟ ਦੀ ਕਪੈਸਿਟੀ ਉਹ 3000 ਮੈਟ੍ਰਿਕ ਟਨ ਹੈ ਤੇ ਸਾਡੇ ਕੋਲ ਆਪਣੀ ਬਹੁਤ ਹੈ। ਬਾਕੀ ਹੁਣ ਅਸੀਂ ਸਾਡੇ ਪਿੱਛੇ ਵੀ ਮੀਟਿੰਗ ਕੀਤੀ ਹੈ, ਅਸੀਂ ਇਹਦੀ ਜਿਹੜੀ ਪਰਚੇਜ਼ ਜਿਹੜੀ ਉਹਨੂੰ ਵਧਾਉਣ ਲੱਗੇ ਹਾਂ ਤਾਂ ਕਿ ਇਹਨੂੰ ਐਕਸਪੋਰਟ ਵਾਲੇ ਪਾਸੇ ਅਸੀਂ ਇਹ ਲੈ ਕੇ ਜਾ ਰਹੇ ਹਾਂ। ਮੰਤਰੀ ਜੀ, ਇੱਕ ਟੈਕਨੀਕਲ ਜਿਹਾ ਸਵਾਲ ਹੈ ਕਿ ਉਹ ਜਿੱਦਾਂ ਡਾਬਰ ਤੇ ਵੈਦਨਾਥ ਫੇਲ ਹੋਏ, ਸਫੋਲਾ ਤੇ ਮਾਰਕਫੈਡ ਪਾਸ ਹੋਏ, ਉਹ ਇਹੋ ਜੀ ਕਿਹੜੀ ਮਿਨਿਊਟ ਚੀਜ਼ ਹੈ ਜਿਹੜੇ ਉਹਦੇ ਚ ਮਿਲਾਵਟ ਕਰਦੇ ਆ? ਉਹ ਕੀ ਹੈ? ਜੇ ਤੁਸੀਂ ਉਹਦਾ ਬੋਲਦੇ ਹੋ ਵੀ ਉਹ ਲੋਕੀ ਅਵੇਅਰ ਹੋਣਗੇ ਵੀ ਉਹ ਕਿੱਦਾਂ ਉਹ ਕਰ ਜਾਂਦੇ ਵੀ। ਦੇਖੋ, ਉਹਨਾਂ ਦੇ ਵਿੱਚ ਜਿਹੜੀ ਮੈਂ ਜਿਹੜੀ ਵੇਖੀ ਕਿ ਪਤੰਜਲੀ ਵਾਲਿਆਂ ਦੀ, ਉਹਨਾਂ ਦੀ 30% ਵਿੱਚ ਸ਼ੂਗਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ 10 ਟੈਸਟਾਂ ਚੋਂ 10ਵੇਂ ਨੰਬਰ ਤੇ ਉਹ ਫੇਲ ਹੋਏ ਡਾਬਰ ਵਾਲੇ, 9 ਚੋਂ ਪਾਸ ਹੋ ਗਏ ਤੇ ਮਾਰਕਫੈਡ 10 ਚੋਂ ਪਾਸ ਹੋਏ। 10 ਚੋਂ ਪਾਸ ਹੋਏ। ਕਿਹੜੀ ਚੀਜ਼ ਉਹ ਕਿਵੇਂ ਮਿਕਸ ਕਰਦੇ ਟੈਕਨੀਕਲੀ? ਇਹ ਤਾਂ ਹੁਣ ਮੈਂ ਵੀ ਬਹੁਤਾ ਨਹੀਂ, ਮੈਂ ਤਾਂ ਇਹੋ ਹੀ ਦੇਖਿਆ ਤੇ ਮੇਰੇ ਖਿਆਲ ਇਹਨਾਂ ਨੂੰ ਪਤਾ ਹੋਏਗਾ ਮੈਨੂੰ ਜ਼ਿਆਦਾ। ਸਿਰਫ ਹੁੰਦਾ ਸਰ ਇੱਕ ਚਾਈਨੀਜ਼ ਚਾਈਨ- ਸਪੈਸ਼ਲ ਆਉਂਦਾ ਹੈ। ਹਾਂ, ਉਹ ਜਨਰਲੀ ਸਾਰੇ ਟੈਸਟ ਜੇਕਰ ਉਹ ਵਧੀਆ ਟੈਸਟ ਨਾ ਹੋਣ ਤਾਂ ਉਹ ਫੜਿਆ ਨਹੀਂ ਜਾਂਦਾ ਸਰ। ਸੋ ਇੱਕ ਐਨਐਮਆਰ ਟੈਸਟ ਹੁੰਦਾ ਹੈ, NMR ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ ਟੈਸਟ ਹੁੰਦਾ ਹੈ। ਸੋ ਉਹਦੇ ਵਿੱਚ ਉਹ ਫੜਿਆ ਜਾਂਦਾ ਹੈ। ਉਹ ਜਨਰਲੀ ਜਰਮਨ ਦੀ ਲੈਬ ਦਾ ਉੱਥੋਂ ਟੈਸਟ ਕਰਾਈਦਾ ਹੈਗਾ, ਤਾਂ ਹੀ ਕਰਕੇ ਇਹਦੇ ਵਿੱਚ ਜਿਹੜੇ ਬਾਕੀ ਦੇ ਬ੍ਰਾਂਡ ਉਹਦੇ ਵਿੱਚ ਫੇਲ ਹੋ ਗਏ। ਇਹ ਲੈਬੋਰਟਰੀ ਕਾਫੀ ਸਰ ਜਰਮਨੀ ਦੀ ਸਰ ਲੈਬੋਰਟਰੀਜ਼ ਹੈਗੀਆਂ ਜਿਹੜੀ ਐਨਐਮਆਰ ਟੈਸਟ ਕਰਦੀਆਂ ਹੈ। ਦੂਸਰਾ ਜੀ ਸਾਡੇ ਮਾਰਕਫੈਡ ਦੀ ਦੂਸਰੀ ਜਿਹੜੀ ਅਸੀਂ ਮਾਰਕਫੈਡ ਦੇ ਸਭ ਤੋਂ ਵੱਡੀ ਸਾਡੀ ਅਚੀਵਮੈਂਟ ਹੋਈ ਹੈ ਕਿ ਜਿਹੜਾ ਸਾਡੇ ਪ੍ਰੋਡਕਟ ਨੇ ਦਾਲਾਂ, ਐਡੀਬਲ ਆਇਲਸ, ਉਹਦੇ 'ਚ ਜੇਲ ਡਿਪਾਰਟਮੈਂਟ ਬੈਠਾ, ਅਸੀਂ ਟੋਟਲ ਜਿਹੜੀ ਆ ਸਪਲਾਈ ਓਪਨ ਮਾਰਕੀਟ ਚੋਂ ਲੈ ਕੇ ਉਹ ਸਾਰੀ ਦੀ ਸਾਰੀ ਮਾਰਕਫੈਡ ਔਰ ਮਿਲਕਫੈਡ ਤੇ ਸ਼ੂਗਰਫੈਡ ਕੋਲੋਂ ਜੇਲ੍ਹਾਂ ਦੇ ਵਿੱਚ ਵੀ ਅਸੀਂ ਕੀਤੀ। ਨਾਲ ਦੀ ਨਾਲ ਹੀ ਸਾਡੇ ਜਿਹੜੀ ਹੌਸਪਿਟੈਲਿਟੀ ਡਿਪਾਰਟਮੈਂਟ ਹੈ, ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ, ਰਾਸ਼ਨ ਡਿਪੂ ਜਿਹੜੇ ਨੇ ਉੱਥੇ ਜਿਹੜੀ ਪਤਾ ਤੁਹਾਨੂੰ ਉੱਥੇ ਜਾ ਰਿਹਾ। ਫਿਰ ਇਸੇ ਤਰ੍ਹਾਂ ਹੀ ਸਾਨੂੰ ਗਵਰਨਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕੋਈ 5 ਕਰੋੜ ਦਾ ਹੈ ਜੀ, 12 ਕਰੋੜ ਦਾ ਸਾਨੂੰ ਮਾਰਕਫੈਡ ਨੂੰ ਇੱਥੋਂ ਹੀ ਮਿਲਿਆ ਸੀ। ਇਸੇ ਤਰ੍ਹਾਂ ਹੈਲਥ, ਫਿਰ ਸਾਡੇ ਜਿਹੜੇ ਆਂਗਨਵਾੜੀ ਸੈਂਟਰਸ ਨੇ ਉਹਨਾਂ ਦੇ ਵਿੱਚੋਂ ਹੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਉਹ ਕਰਕੇ ਦਿਓ। ਇਸ ਕਰਕੇ ਕਾਫੀ ਜਿਹੜੀ ਕੋਈ ਹੈਗੀ ਹੈ ਪਰਚੇਜ਼ ਸੇਲ ਆ ਉਹ ਸਾਡੀ ਅਸੀਂ ਗਵਰਨਮੈਂਟ ਦੀ ਜਿਹੜੀ ਹੈ ਕਿ ਉਹ ਮਾਰਕੀਟ ਦੇ ਓਪਨ ਮਾਰਕੀਟ 'ਚ ਉਹਨਾਂ ਨੂੰ ਕੋਈ ਖਰੀਦਣ ਦੀ ਬਜਾਏ ਉਹਨਾਂ ਨੂੰ ਕਿਹਾ ਕਿ ਸਾਡੇ ਕੋਲੋਂ ਕੋਈ ਮਾਰਕਫੈਡ ਡਿਪਾਰਟਮੈਂਟ ਕੋਲੋਂ ਇਹ ਸਪਲਾਈ ਲਈ ਜਾਏ। ਇਹ ਬੜੀ ਵੱਡੀ ਸਾਡੇ ਲਈ ਇਨਕਰੀਜ਼ ਹੋਈ ਹੈ। ਮੇਨਲੀ ਸਾਡੀ ਜੀ ਇੰਸਟੀਟਿਊਸ਼ਨਲ ਆਫ ਪਲਸਿਸ ਹੈ ਇਨਕਰੀਜ਼ 800% ਸਾਡੀ ਦਾਲਾਂ ਦੇ ਵਿੱਚ ਇਨਕਰੀਜ਼ ਆ ਇਹਨਾਂ ਡਿਪਾਰਟਮੈਂਟਸ ਨੂੰ ਵੱਖਰੇ ਵੱਖਰੇ ਨੂੰ ਕਰਨ ਦੇ ਵਿੱਚ। ਜਿਹੜੀ ਦਾਲਾਂ ਦੀ ਖਰੀਦ ਹੈ ਇਹ ਆਪਾਂ ਕੰਟਰੈਕਟ ਫਾਰਮਿੰਗ ਤੇ ਕਰਾ ਰਹੇ ਹਾਂ ਜਾਂ ਓਪਨ ਮਾਰਕੀਟ ਚੋਂ ਲੈ ਰਹੇ ਹਾਂ? ਟੈਂਡਰ ਕਰ ਇਹ ਟੈਂਡਰ ਕਰਦੇ ਆ। ਸਰ ਇਹ ਤਾਂ ਘੱਟੋ ਘੱਟ ਆਪਣੇ ਫਾਰਮਰ ਨੂੰ ਦੇ ਦਿੰਦੇ ਉਹਨਾਂ ਨੂੰ ਫਾਰਮਰ ਹੀ ਉਸ ਪਾਰਟਿਸਿਪੇਟ ਕਰਦੇ, ਕਈ ਸੋਸਾਇਟੀ ਦਾ ਪਾਰਟਿਸਿਪੇਟ ਕਰਦੇ। ਅਜੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਬਹੁਤ ਦਾਲਾਂ ਦੇ ਵਿੱਚ ਲੋਕਾਂ ਦਾ ਇੰਟਰਸਟ ਹੈ ਨਹੀਂ। ਹੁਣ ਜਦੋਂ ਇੱਕ ਪਤਾ ਲੱਗਾ ਤੇ ਜ਼ਰੂਰ ਆਉਣਾ। ਜੇ ਮਾਰਕੀਟ ਉਹਨੂੰ ਅੱਛੀ ਕੀਮਤ ਦੇਗਾ ਤਾਂ ਨੈਚੁਰਲੀ ਉਹ ਕਰਨਗੇ। ਬਿਲਕੁਲ ਇਹ ਕਰਾਂਗੇ। ਹੁਣ ਉਹਨਾਂ ਨੂੰ ਇਹ ਆਪਣੀਆਂ ਸੁਸਾਇਟੀਜ਼ ਦੇ ਵਿੱਚ ਬਕਾਇਦਾ ਇਸ਼ਤਿਹਾਰ ਲਾਏ ਨੇ ਕਿ ਜਿਹੜੇ ਫਾਰਮਰਸ ਆਉਣਾ ਚਾਹੁੰਦੇ ਸਾਡੇ ਨਾਲ ਡਾਇਰੈਕਟ ਵੀ ਡੀਲ ਕਰ ਸਕਦੇ। ਐਸਜੀਪੀਸੀ ਭਾਵੇਂ ਤੁਹਾਡੇ ਤੋਂ ਘਿਓ ਖੇਲਣਾ ਖਰੀਦਣਾ ਬੰਦ ਕਰ ਗਈ ਹੈ, ਤੁਸੀਂ ਫਾਰਮਰਸ ਤੁਸੀਂ ਉਹ ਵਾਹਿਗੁਰੂ ਨੇ ਸਾਨੂੰ ਹੋਰ ਰਸਤੇ ਕੀ ਦੇ ਦਿੱਤੇ ਸੀ। ਮੈਂ ਅੱਗੇ ਮਾਰਕੀਟ ਦਾ ਮਿਲਕਫੈਡ ਦਾ ਵੀ ਆਵਾਂਗਾ, ਉਹ ਮੈਂ ਤੁਹਾਨੂੰ ਦੱਸਾਂਗਾ। ਸਾਡੀ ਵੈਸੇ ਐਮਡੀ ਸਾਹਿਬ ਬੈਠੇ, ਇਹਨਾਂ ਨੇ ਮੇਰੇ ਖਿਆਲ 25% ਸਾਡੀ ਸੇਲ ਅਬਾਵ ਹੋ ਗਈ ਜੀ ਘਿਓ ਸੀ। 32% ਸਾਨੂੰ ਬਾਬੇ ਨੇ ਹੋਰ ਕਿਰਪਾ ਕਰਤੀ, ਉਹਦੀ ਕੋਈ ਗੱਲ ਨਹੀਂ। ਔਰ ਪੂਰੀ ਪ੍ਰਾਈਸ ਤੇ ਕਿ ਉੱਥੇ ਸਾਨੂੰ 12 ਕਰੋੜ ਜਿਹੜਾ ਸੀਗਾ ਤੇ ਲਾਸ ਹੁੰਦਾ ਸੀ, 12 ਕਰੋੜ ਜਿਹੜਾ ਅਸੀਂ ਉਹਨਾਂ ਨੂੰ ਸਪਲਾਈ ਕਰਦੇ ਸੀ
ਤੇ ਉਹਨਾਂ ਦੇ ਬੰਦ ਹੋਣ ਨਾਲ ਤੇ ਉੱਥੇ ਜਿਹੜੀਆਂ ਅਰਦਾਸਾਂ ਹੋਈਆਂ ਕਿ ਮਾਰਕੀਟ ਨੂੰ ਮਿਲਕਫੈਡ ਨੂੰ ਕਿਉਂ ਨਹੀਂ ਲਿਆ, ਉਹਦੇ ਤੋਂ ਬਿਨਾਂ ਸਾਡੀ 32% ਇਨਕਰੀਜ਼ ਹੋਈ। ਉਹਦੇ 'ਚ ਉਹ ਸਾਰਾ ਕੁਝ ਉਹ ਨੈਕਸਟ ਪੁਆਇੰਟ ਲਿਖਾਂਗੇ ਹੁਣ ਤੇ। ਜਿਹੜੀ ਮੰਤਰੀ ਜੀ ਤੁਸੀਂ ਗੱਲ ਕੀਤੀ, ਥੋੜੇ ਜਿਹੇ ਇਹਨੂੰ ਐਲੈਬੋਰੇਟ ਕਰਿਓ ਵੀ 12 ਕਰੋੜ ਦਾ ਲਾਸ ਕਿੱਦਾਂ ਹੁੰਦਾ ਸੀ? ਉੱਥੇ ਜਿਹੜਾ ਟੈਂਡਰ ਦੇਈਦਾ ਸੀ, ਅਸੀਂ ਉਹਨੂੰ ਟੈਂਡਰ ਨੂੰ ਲੈਸ ਕਰ ਦਿੰਦੇ ਸੀ, ਸਸਤਾ ਵੇਚੀਦਾ ਸੀ ਉਹਨੂੰ, ਮਾਰਕੀਟ ਨੂੰ ਉਹਨੂੰ ਸਸਤਾ ਵੇਚ ਦਿੰਦੇ ਸੀ ਗੁਰਦੁਆਰਾ ਸਾਹਿਬ ਕਰਕੇ ਗੁਰਦੁਆਰਾ ਸਾਹਿਬ ਕਰਕੇ, ਐਸਜੀਪੀਸੀ ਕਰਕੇ ਨਹੀਂ, ਗੁਰਦੁਆਰਾ ਸਾਹਿਬ ਕਰਕੇ। ਹਾਂਜੀ, ਪ੍ਰਧਾਨ ਕੇ ਦਾ ਨੁਕਸਾਨ ਹੋਇਆ ਹੁਣ ਪਤਾ ਨਹੀਂ। ਇਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਸੋਨਾ ਐਡੀਬਲ ਆਇਲ ਆ, ਇਹਦੇ ਐਕਸਪੋਰਟ ਕਰ ਰਹੇ ਹਾਂ ਅਸੀਂ। ਇਹ ਸੋਨਾ ਵਾਲੇ ਮਾਰਕੀਟ ਵਾਲੇ 101 ਕੰਟੇਨਰ ਜਿਹੜੇ ਨੇ ਅਸੀਂ ਉਹਨਾਂ ਨੂੰ ਬਾਹਰਲੇ ਕੰਟਰੀਆਂ 'ਚ ਭੇਜ ਰਹੇ ਹਾਂ। ਤੇ ਹੁਣ ਸਾਡੀ ਇਹ ਹੈ ਕਿ ਅਸੀਂ ਐਕਸਪੋਰਟ ਨੂੰ ਜ਼ਿਆਦਾ ਵਧਾਉਣ ਲੱਗੇ। 1 ਕੰਟੇਨਰ ਚ ਰੁਪੀਸ ਚ ਦੱਸ ਇਹਦਾ ਆ ਜਾਏਗਾ ਜੀ, ਕਿੰਨੇ ਕਰੋੜ ਦਾ ਆ ਗਿਆ ਜੀ? 15 ਕਰੋੜ ਦੇ 15 ਕਰੋੜ ਦਾ। ਇਹ ਚ ਜਾ ਕੀ ਰਿਹਾ ਸਰ? ਸਾਗ ਵਗੈਰਾ ਸਾਰੇ ਜਿੰਨੇ ਪ੍ਰੋਡਕਟ ਨੇ ਸਾਡੇ ਟੋਟਲ। ਆ ਜਾਂਦੇ ਗਲਫ 'ਚ ਜਾ ਰਿਹਾ ਜੀ, ਇੱਧਰ ਦੁਬਈ ਸਾਈਡ ਇਹਨਾਂ ਇੱਧਰ ਜਾ ਰਿਹਾ। ਬਾਕੀ ਹੁਣ ਸਾਨੂੰ ਇਹ ਕਾਫੀ ਡਿਮਾਂਡ ਆਈ ਹੈ ਇੱਧਰੋਂ ਯੂਰਪ 'ਚੋਂ ਵੀ। ਮਤਲਬ ਇਹ ਚ ਇਨਕਰੀਜ਼ ਕਿੰਨੀ ਹੈ? ਇਨਕਰੀਜ਼ ਇਹਦੀ ਹੈਗੀ ਆ ਜੀ ਅਗੇਂਸਟ 312 ਇਨਕਰੀਜ਼ ਇਹਦੀ 87 ਤੋਂ ਅਸੀਂ ਅਜੇ 101 ਤੇ ਪਹੁੰਚੇ। ਕੋਵਿਡ ਦੇ ਦੌਰਾਨ 87 ਸੀਗੇ ਪਹਿਲਾਂ ਕੰਟੇਨਰ ਜਾਂਦੇ, ਤੇ ਹੁਣ ਸਾਡਾ 101 ਚਲੇ ਗਏ। ਤੇ ਇਹਦੇ 'ਚੋਂ ਹੋਰ ਵਧੇਗੀ, ਜਿਹੜਾ ਕਿ ਲੋਕਡਾਊਨ ਕਰਕੇ ਤੇ ਰੇਲ ਰੋਕੋ ਕਰਕੇ ਵੀ ਸਾਡੇ ਕੰਟੇਨਰ ਜਿਹੜੇ ਕਾਫੀ ਰੁਕੇ ਰਹੇ ਨੇ, ਹੁਣ ਉਹ ਸਾਰੇ ਨਿਕਲੇ ਨੇ। ਇੱਕਦਮ ਵਧੇਗੀ ਹੋਰ ਵੀ। ਤੇ ਨਾਲ ਹੀ ਸਾਨੂੰ ਜਿਹੜੇ ਯੂਰਪ ਤੇ ਹੋਰਨਾਂ ਕੰਟਰੀ ਦੇ ਵਿੱਚੋਂ ਵੀ ਸਾਨੂੰ ਹੁਣ ਐਪਲੀਕੇਸ਼ਨ ਆ ਰਹੀਆਂ ਕਿ ਅਸੀਂ ਤੁਹਾਡੇ ਡੀਲਰ ਬਣਨਾ ਚਾਹੁੰਦੇ ਹਾਂ। ਉਹਦੇ ਕੋਲ ਅਸੀਂ ਇਹ ਹੁਣ ਜਲਦੀ ਉਹ ਵੀ ਸਟਾਰਟ ਕਰਾਂਗੇ। ਸਾਡੇ 2 ਕੈਟਲ ਫੀਡ ਪਲਾਂਟ ਨੇ, ਔਰ ਉਹਦੇ 'ਚ ਜਿਹੜਾ ਕਪੂਰਥਲਾ ਵਾਲਾ ਉਹਦੀ ਅਸੀਂ 150 ਟਨ ਤੋਂ 300 ਟਨ ਤੇ ਉਹਦੀ ਕਪੈਸਿਟੀ ਲੈ ਗਏ। ਕੋਈ ਉਹਦੇ ਟੋਟਲ ਜਿਹੜਾ ਸੈਟਅਪ ਕਰਦੇ 13 ਕਰੋੜ ਜਿਹੜਾ ਉਹਦੇ 'ਤੇ ਸਾਡਾ ਖਰਚਾ ਆਇਆ ਕਿ ਉੱਥੇ ਦੀ। ਔਰ ਦੂਸਰਾ ਜਿਹੜਾ ਉੱਥੇ ਗਿੱਦੜਵਾ ਲੱਗਾ, ਉਹਦੀ ਵੀ ਅਸੀਂ ਹੁਣ ਕਰਨ ਲੱਗੇ ਰੈਨੋਵੇਸ਼ਨ। ਤੇ ਮੈਂ MD ਸਾਹਿਬ ਨੂੰ ਕਿਹਾ ਕਿ ਉਹਨੂੰ ਦੇਖ ਕੇ, ਬਹੁਤ ਪੁਰਾਣਾ ਪਲਾਂਟ ਲੱਗਾ, ਤੇ ਉਹਦੀ ਵੀ ਅਸੀਂ ਨਾਲ ਕਰਨ ਲੱਗੇ। ਔਰ ਇਹਦੇ 'ਚ ਸਾਡੀ ਜਿਹੜੀ ਦੋਨਾਂ ਡਿਪਾਰਟਮੈਂਟਾਂ ਦੀ ਮਿਲਕਫੈਡ ਤੇ ਮਾਰਕਫੈਡ ਦੀ ਸੇਲ ਜਿਹੜੀ ਹੈ ਇਹ ਕਾਫੀ ਵਧੀਆ ਜਿਹੜੀ ਹੈ ਕਿ ਉਹਦੇ 'ਚ ਇਨਕਰੀਜ਼ ਹੈ। ਔਰ ਲੋਕਾਂ ਦੇ ਵਿੱਚ ਇਹਨਾਂ ਦੋਨਾਂ ਹੀ ਡਿਪਾਰਟਮੈਂਟਾਂ ਲਈ ਮੈਕਸਿਮਮ ਜਿਹੜੇ ਵੱਡੇ ਫਾਰਮਰਸ ਨੇ ਉਹਨਾਂ ਦੇ ਵਿੱਚ ਬੜਾ ਹੈਗਾ ਇੰਟਰਸਟ ਹੈ ਕਿ ਅਸੀਂ ਆਪਣੀ ਫੀਡ ਬਣਾਉਣ ਦੀ ਬਜਾਏ ਇਹ ਅਸੀਂ ਹੁਣ ਵੈਦਰ ਵਾਈਜ਼ ਉਹਦੇ ਕਰ ਦਿੱਤੇ, ਗਰਮੀਆਂ ਵਾਲੀ, ਸਰਦੀਆਂ ਵਾਲੀ, ਇਹ ਸਾਰੀਆਂ ਵੱਖਰੀਆਂ ਫੀਡ ਜਿਹੜੀ ਬਣਾ ਕੇ ਜਿਵੇਂ ਬਾਹਰਲੇ ਕੰਟਰੀ 'ਚ ਉਹ ਅਸੀਂ ਉਸੇ ਤਰੀਕੇ ਦੇ ਨਾਲ ਹੀ ਫੀਡ ਇਹਨਾਂ ਨੂੰ ਜਿਹੜੀ ਦੇਣ ਲੱਗ ਪਏ ਹਾਂ। ਸਾਡੇ ਐਗਰੋ ਕੈਮੀਕਲ ਜਿਹੜਾ ਪਲਾਂਟ ਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ। ਫਰਟੀਲਾਈਜ਼ਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਪਰ ਇੱਕ ਜ਼ਰੂਰ ਚੀਜ਼ ਵੇਖਣ ਚਾਹੀਏ ਕਿ ਸਾਡੀ ਜੋ ਕਪੈਸਿਟੀ ਸੀ ਐਤਕੀ 4 ਲੱਖ ਟਨ ਅਸੀਂ ਦੇਣੀ, 4.5 ਲੱਖ 'ਚੋਂ ਅਜੇ ਤੱਕ ਅਸੀਂ 3 ਲੱਖ ਟਨ ਉਹ ਦੇ ਪਾਏ ਹਾਂ। ਤੇ ਮੇਰੇ ਖਿਆਲ ਇਹਨੂੰ ਜੇ ਇਹ ਕਹੀਏ ਕਿ ਘੱਟ ਕਿਉਂ ਵੀ, ਕਿ ਮੈਂ ਕਹੂੰਗਾ ਕਿ ਬਹੁਤ ਵਧੀਆ ਹੋਇਆ ਕਿ ਕਿਸਾਨਾਂ ਦੇ ਉੱਤੇ ਜਿਹੜਾ ਇਹਨੇ ਓਵਰਡੋਜ਼ ਦੇ ਦਿੰਦੇ ਸੀ ਉਹਦੇ 'ਚ ਉਹਨਾਂ ਨੂੰ ਥੋੜ੍ਹੀ ਜਿਹੀ ਹਟ ਕੇ ਪਤਾ ਲੱਗ ਜੂਗਾ ਕਿ ਘੱਟ ਯੂਰੀਆ ਦੇ ਨਾਲ ਵੀ ਵਧੀਆ ਝਾੜ ਆ ਸਕਦਾ। ਇਸੇ ਤਰ੍ਹਾਂ ਪੈਡੀ ਰਾਈਸ ਦੇ ਵਿੱਚ ਅਸੀਂ 24% ਜਿਹੜੀ ਹੈ ਸਾਡਾ ਮਾਰਕਫੈਡ ਜਿਹੜਾ ਪਰਚੇਜ਼ ਕਰਦਾ ਟੋਟਲ ਪੰਜਾਬ ਦੇ ਉਹਦੇ ਪ੍ਰੋਕਿਉਰਮੈਂਟ 'ਚ, ਉਹਦਾ ਸਾਡਾ ਉਹਦੇ 'ਚ ਹੈਗਾ। ਇਹ ਪਿਛਲੀ ਤੁਹਾਡੀ ਗਵਰਨਮੈਂਟ ਨੇ ਕਿਹਾ ਸੀ ਕਿ ਮਾਰਕੀਟ ਨੂੰ ਆਪਾਂ ਇਸ ਤੋਂ ਬਾਹਰ ਕੱਢਾਂਗੇ ਖਰੀਦ ਤੋਂ, ਪਰ ਮੇਰੇ ਖਿਆਲ ਉਹ ਪੋਸੀਬਲ ਨਹੀਂ ਹੋ ਸਕਿਆ। ਸਿਰਫ ਪੰਜਾਬ ਐਗਰੋ ਨੂੰ ਉਹਨਾਂ ਨੇ ਬਾਹਰ ਕੀਤਾ, ਕਿਉਂਕਿ ਇਹ ਸਾਰਾ ਕੁਝ ਇਹਨਾਂ ਬਰਡਨ ਕਾਫੀ ਜਿਹੜਾ ਉਧਰ ਨੂੰ ਚਲਾ ਜਾਣਾ ਸੀ। ਇਸੇ ਤਰ੍ਹਾਂ ਹੀ ਨੈਕਸਟ ਆ ਗਿਆ ਜੀ ਸਾਡਾ ਸਹਿਕਾਰਤਾ ਵਿਭਾਗ ਦੇ ਹੁਣ ਜਿਹੜੇ ਮੇਨ ਜਿਹੜੀ ਚੀਜ਼ ਹੈ ਕਿ ਜੋ ਅਸੀਂ ਕੀਤੀ ਆ ਕਿ ਵੱਖ-ਵੱਖ ਬ੍ਰਾਂਚਾਂ ਤੇ ਜਿਹੜੀਆਂ ਐਗਰੀਕਲਚਰ
ਸੁਸਾਇਟੀਜ਼ ਨੇ ਉਹਨਾਂ ਦੇ ਵਿੱਚ ਘਪਲੇਬਾਜ਼ੀ ਬਹੁਤ ਹੋਈ ਹੈ। ਜਿਵੇਂ ਉੱਚਾ ਪਿੰਡ ਹੈ ਜਲੰਧਰ ਦੇ ਵਿੱਚ, ਉੱਥੋਂ ਕੋਆਪਰੇਟਿਵ ਵੀ ਜਿਹੜੇ ਆਡਿਟ ਵਾਲੇ ਇੰਸਪੈਕਟਰ ਵੀ ਅਤੇ ਉੱਥੋਂ ਦੇ ਸੈਕਟਰੀ ਵੀ, ਉੱਥੋਂ ਜਿਹੜੀ ਐਮਬੈਸਡਮੈਂਟ ਫੜੀ, ਦੋਨਾਂ ਨੂੰ ਹੀ ਅੰਦਰ ਕੀਤਾ ਗਿਆ। ਜਿਹੜੇ ਆਫੀਸਰ ਨੇ ਉਹਨਾਂ ਨੂੰ ਚਾਰਜਸ਼ੀਟ ਕੀਤਾ। ਨਾਲ ਦੀ ਨਾਲ ਹੀ ਇੱਕ ਚੁਗਾਵਾਂ ਅੰਮ੍ਰਿਤਸਰ ਤਰਸਿੱਕਾ ਕੋਆਪਰੇਟਿਵ ਬੈਂਕ ਹੈ ਸਾਡਾ, ਉੱਥੇ ਉਹਦੇ 3 ਵੱਖ-ਵੱਖ ਸੁਸਾਇਟੀਜ਼ ਸੀਗੀਆਂ। ਉਹਨਾਂ ਦੇ ਵਿੱਚੋਂ ਅਸੀਂ ਐਮਬੈਸਡਮੈਂਟ ਫੜੀ ਔਰ ਉਹ ਕੋਈ 29 ਕਰੋੜ ਤੱਕ ਹੁਣ ਤੱਕ ਸੁਸਾਇਟੀਆਂ ਦੀ ਜਿਹੜੀ ਚਲੀ ਗਈ। ਉੱਥੋਂ ਦੇ ਸੈਕਟਰੀ ਸਾਹਿਬ ਨੇ ਉਹ ਜਿਹੜੇ ਫੋਰਨ ਦੇ ਟੂਰ ਵੀ ਨੇ ਉਹ ਵੀ ਬੈਂਕ ਉਹਦੇ ਚੋਂ ਕੋਆਪਰੇਟਿਵ ਸੁਸਾਇਟੀ ਚੋਂ ਕਰਦੇ ਰਹੇ ਔਰ ਉਹ ਵੀ ਉਹ ਬਿਜ਼ਨਸ ਕਲਾਸ 'ਚ ਕਰਦੇ ਰਹੇ ਨੇ। ਉਹ ਦੂਸਰੀ ਆਰਡੀਨਰੀ 'ਚ ਵੀ ਨਹੀਂ ਕਰਦੇ ਰਹੇ। 30-35 ਲੱਖ ਦੇ ਤਾਂ ਮੇਰੇ ਖਿਆਲ ਬਿਜ਼ਨਸ ਕਲਾਸ ਦੇ ਵਿੱਚ ਉਹ ਸੈਰ ਹੀ ਕਰਕੇ ਹੈਗੇ। ਇਸੇ ਤਰ੍ਹਾਂ ਹੀ ਨਾਲ ਹੀ ਕੁਲਾਰ ਸੁਸਾਇਟੀ ਇੱਕ ਜਲੰਧਰ ਦੇ ਵਿੱਚ, ਉਹਦੇ ਚੋਂ 7 ਕਰੋੜ ਦੀ ਇਨਵੈਸਟਮੈਂਟ ਫੜੀ। ਇਹ ਜਿਹੜੀ ਤੁਸੀਂ ਤਰਸੀਕਰ ਗਏ 29 ਕਰੋੜ 29 ਕਰੋੜ ਹੈ। ਇਹਦੇ ਤੋਂ ਵੱਧ ਜਾਣੀ ਹੈ ਮੇਰੇ ਖਿਆਲ ਹੈ ਕਿ ਜੀ ਇਨਕੁਆਇਰੀ ਚੱਲ ਰਹੀ ਹੈ ਤੇ ਇਹਨਾਂ ਦੇ ਬੰਦੇ ਅਸੀਂ ਅਰੈਸਟ ਕਰ ਲਏ ਨੇ। ਕੋਲੇ ਵਾਲੀ ਦੀ ਜਦ ਥੋੜੀ ਜਿਹੀ ਰਹਿ ਗਈ, ਉਹ ਬਿਮਾਰ ਹੋ ਗਿਆ। ਮੈਂ ਵੀ ਉਹਨੂੰ ਮੇਰੇ ਖਿਆਲ ਕਹਿੰਦੇ ਉਹਨਾਂ ਬੜਾ ਸੀਰੀਅਸ ਕੋਈ ਪ੍ਰੋਬਲਮ ਆ ਗਈ ਆ ਤੇ ਉਹਨਾਂ ਦੇ ਪੈਸੇ ਮੇਰੇ ਖਿਆਲ 1 ਕਰੋੜ ਸਾਡੇ ਕੋਲ ਆ ਗਿਆ। 1 ਕਰੋੜ ਹੈ ਕਿ ਫਿਰ ਤਾਂ 50 ਲੱਖ ਹੀ ਦੇ 50 ਲੱਖ ਹੀ ਦੇ ਕੇ ਗਏ। ਚਲੋ ਹਸਪੀਟਲ 'ਚ ਚਲੇ ਜਾਏ। ਤੇ ਦੂਸਰੀ ਜਿਹੜੀ ਸਾਡੀ ਇਹਨਾਂ ਦੀ ਵਾਕਿਆ ਹੀ ਜਿਹੜੇ ਕੋਆਪਰੇਟਿਵ ਸੈਕਟਰ ਦੇ ਵਿੱਚ ਮੈਨੂੰ ਬੜੀ ਹੈਰਾਨਗੀ ਹੋਈ ਹੈ ਕਿ ਵੱਡੇ ਬਾਦਲ ਸਾਹਿਬ ਨੇ ਹਮੇਸ਼ਾ ਕਿਹਾ ਕਿ ਮੈਂ ਐਗਰੀਕਲਚਰਿਸਟ ਵੀ ਕਿਸਾਨਾਂ ਦੇ ਨਾਲ ਹਾਂ, ਮੈਂ ਕੋਆਪਰੇਟਿਵ ਦਾ ਮਸੀਹਾ 10 ਸਾਲ ਉਹਨਾਂ ਕੋਲ ਡਿਪਾਰਟਮੈਂਟ ਰਿਹਾ। ਤੇ ਤੁਹਾਨੂੰ ਮੈਂ ਇੱਕ ਰਿਕੁਐਸਟ ਵੀ ਜ਼ਰੂਰ ਕਰੂੰਗਾ ਕਿ ਉਹਨਾਂ ਦੇ ਡਿਸਟ੍ਰਿਕਟ 'ਚ ਜਾ ਕੇ ਮੁਕਤਸਰ ਦੇ ਵਿੱਚ ਵੇਖੋ ਕਿ ਕਿਵੇਂ ਕੋਆਪਰੇਟਿਵ ਡਿਪਾਰਟਮੈਂਟ ਦੀ ਧੱਜੀਆਂ ਉਡਾ ਦਿੱਤੀਆਂ। ਜੇ ਕੋਈ ਸਭ ਤੋਂ ਅੱਜ ਪਿੱਛੇ ਜਾ ਰਿਹਾ ਤੇ ਉਹ ਮੁਕਤਸਰ ਡਿਸਟ੍ਰਿਕਟ ਦੇ ਵਿੱਚ ਇਨਵੈਸਟਮੈਂਟ, ਉੱਥੋਂ ਦੇ ਕੋਆਪਰੇਟਿਵ ਸੁਸਾਇਟੀਆਂ, ਉੱਥੋਂ ਦੇ ਕੋਆਪਰੇਟਿਵ ਬੈਂਕ, ਉੱਥੋਂ ਦਾ ਲੈਂਡ ਮੌਰਗੇਜ ਬੈਂਕ। ਇਹ ਤੁਸੀਂ ਆਪ ਦੇਖੋ ਕਿ ਉਹਨਾਂ ਨੇ ਕਿਵੇਂ ਇਸ ਇੰਸਟੀਟਿਊਸ਼ਨ ਨੂੰ ਬੰਦ ਕਰ ਲਈ ਕਿ ਜੋ ਕੀਤਾ। ਮੇਰੇ ਖਿਆਲ ਕਿ ਕੋਈ ਚੀਫ ਮਿਨਿਸਟਰ ਵੀ ਇਹੋ ਜਿਹੇ ਨਹੀਂ ਕਰ ਸਕਦਾ। ਇਹ ਜ਼ਰੂਰ ਸੀਗਾ ਕਿ ਉਹ ਤੁਹਾਨੂੰ ਬਾਅਦ 'ਚ ਭੇਜ ਦਾਂਗੇ, ਸਾਰਾ ਕੁਝ ਕਰ ਦਾਂਗੇ। ਦੱਸ ਹੀ ਦਿੱਤਾ ਕਿ ਕੋਲਿਆਂ ਵਾਲੀ ਹੋ ਗਿਆ, ਇੱਕ ਉਹਨਾਂ ਦਾ ਹੋਰ ਚੇਅਰਮੈਨ ਹੁੰਦਾ ਸੀ ਬਲਕਰਨ ਸਿੰਘ, ਉਹਨੇ ਪੌਣੇ 2 ਕਰੋੜ ਦੇਣਾ। ਕੋਈ ਹੋਰ ਸੀਗਾ ਉਹ ਕਾਫੀ ਜਿਹੜੇ ਮੇਨ ਮੈਂ ਇੱਥੇ ਨਾਂ ਨਹੀਂ ਲੈਣਾ ਚਾਹੁੰਦਾ। ਪ੍ਰਾਪਤੀ ਮੈਂ ਦੱਸ ਦਿੱਤੀ ਕਿ ਤੁਸੀਂ ਜਾ ਕੇ ਉੱਥੋਂ ਵੀ ਜਾ ਕੇ ਉਹਨਾਂ ਨੂੰ ਵੀ ਪੁੱਛ ਲਿਓ ਕਿ ਜੀ ਤੁਹਾਨੂੰ ਮੈਂ ਨਾਂ ਦੇ ਦਾਂਗਾ ਉਹਨਾਂ ਦੇ ਵੱਡੇ ਲੀਡਰਾਂ ਦੇ, ਤੇ ਜਿਨ੍ਹਾਂ ਨੇ ਨਹੀਂ ਦਿੱਤੇ ਉਹਨਾਂ ਨੂੰ, ਕਿਉਂਕਿ ਇਹਦੇ 'ਚ ਵੈਸੇ ਨਹੀਂ ਠੀਕ ਲੱਗਦਾ ਕਿ ਕੱਲ੍ਹ ਨੂੰ ਕੋਈ ਰਿਸ਼ਤੇ ਕਰਨੇ ਹੁੰਦੇ ਆ, ਕਿਤੇ ਜਾਣਾ ਹੁੰਦਾ, ਕਹਿੰਦੇ ਤੂੰ ਤਾਂ ਇੰਨਾ ਵੱਡਾ ਕਰਜ਼ਾਈ ਹੈ, ਮੈਂ ਉਹ ਵੀ ਨਹੀਂ ਕਰਨਾ ਚਾਹੁੰਦਾ। ਉਹਨਾਂ ਦੇ ਪੂਰੀ ਠੋਕੇ ਕਾਰਵਾਈ ਹੋਈ ਹੈ ਔਰ ਉਹਨਾਂ ਦੇ ਅਸੀਂ ਵਾਰੰਟ ਵੀ ਕੱਢੇ ਨੇ। ਜਿਸ ਵੇਲੇ ਸਾਡੇ ਬੈਂਕ ਵਾਲੇ ਜਾਂਦੇ ਉਹ ਪੈਸੇ ਵੀ ਦਿੰਦੇ ਨੇ, ਇਸ ਕਰਕੇ ਕੋਈ ਢਿੱਲ ਨਹੀਂ। ਅਸੀਂ 2 ਨਵੀਆਂ ਸ਼ੂਗਰ ਮਿਲਸ ਬਟਾਲਾ ਔਰ ਗੁਰਦਾਸਪੁਰ ਉਹਨਾਂ ਨੂੰ ਲਾਉਣ ਲਈ ਜਾ ਰਹੇ ਹਾਂ। ਜਿਹੜੀ ਗੁਰਦਾਸਪੁਰ ਸ਼ੂਗਰ ਮਿਲ ਹੋਏਗੀ ਇਹਦੀ ਅਪਰੋਕਸੀਮੇਟਲੀ 450 ਕਰੋੜ ਦੀ 450 ਕਰੋੜ ਦਾ ਪ੍ਰੋਜੈਕਟ ਹੋਏਗਾ। ਇਹਦੇ 'ਚ ਕੋਜਨ ਹੋਏਗੀ। ਇਹਦੇ ਨਾਲ ਹੀ ਅਸੀਂ ਉਹਦੇ ਸ਼ੂਗਰ ਦੀ ਬਜਾਏ ਐਥਨੋਲ ਜਿਹੜੀ ਆ ਉਹ ਟੋਟਲ ਉਹਦੇ 'ਤੇ ਉਹਨੂੰ ਡਾਇਰੈਕਟ ਜੂਸ ਤੋਂ ਐਥਨੋਲ ਉਹਨੂੰ ਬਣਾਵਾਂਗੇ। ਸ਼ੂਗਰ ਨਹੀਂ ਬਣੇਗੀ, ਜੇ ਸ਼ੂਗਰ ਵੀ ਬਣੇਗੀ, ਜੇ ਸ਼ੂਗਰ ਜਿਹੜੀ ਮਹਿੰਗੀ ਹੋ ਜਾਏਗੀ ਫਿਰ ਸ਼ੂਗਰ ਬਣਾਵਾਂਗੇ, ਜੇ ਐਥਨੋਲ ਮਹਿੰਗੀ ਹੋਏਗੀ ਤਾਂ ਫਿਰ ਉਹਨੂੰ ਐਥਨੋਲ 'ਤੇ ਹੀ ਚਲਾਇਆ ਜਾਏਗਾ। ਇਹਦੇ ਦੋਵੇਂ ਪ੍ਰੋਵੀਜ਼ਨ ਰੱਖੀਆਂ ਨੇ। ਗਵਰਨਮੈਂਟ ਕਰੇਗਾ ਉਹ ਮੇਰੇ ਖਿਆਲ 67 ਰੁਪਏ ਕਰ ਦਿੱਤਾ ਜੀ, 67 ਰੁਪਏ ਕਰ ਦਿੱਤਾ। ਜਿਹੜੀ ਚੀਨੀ ਉਹ ਮੇਰੇ ਖਿਆਲ 30-32 ਰੁਪਏ ਹੈ ਤੇ ਸਾਨੂੰ ਇਹਦੇ 'ਚ ਜ਼ਿਆਦਾ ਬੈਨੀਫਿਟ ਹੈ। ਇਸੇ ਕਰਕੇ ਉਹਦਾ ਅਸੀਂ ਕਰਤਾ। ਸਾਡੀ DPR ਤਿਆਰ ਹੋ ਗਈ ਹੈ। ਥੋੜ੍ਹੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਟੈਂਡਰ ਲੱਗ ਜਾਏਗਾ। ਨੈਕਸਟ ਮੰਥ ਜਿਹੜਾ ਟੈਂਡਰ ਅਲਾਟ ਵੀ ਕਰ ਦਿੱਤਾ ਜਾਏਗਾ। ਬਟਾਲਾ ਜਿਹੜਾ ਸਾਡਾ ਪਲਾਂਟ ਹੋਏਗਾ ਇਹਦੇ 'ਚ ਕੋਜਨ ਹੋਏਗਾ, CNG ਹੋਏਗੀ ਔਰ ਨਾਲ ਹੀ ਇਹਦੇ 'ਚ ਜਿਹੜੀ ਚੀਨੀ ਬਣੇਗੀ ਇਹ ਫਾਰਮਾਸਿਊਟੀਕਲ ਚੀਨੀ ਜਿਹੜੀ ਆ ਉਹਨੂੰ ਸ਼ੂਗਰ ਜ਼ਿਆਦਾ ਉਹਦੇ 'ਚ ਲੈ ਕੇ ਜਾਵਾਂਗੇ, ਕਿਉਂਕਿ ਜਿਹੜੇ ਬੱਦੀ ਜਾਂ ਹੋਰ ਜਿਹੜੀ ਇੱਥੇ ਫਾਰਮਾਸਿਊਟੀਕਲ ਪਲਾਂਟ ਲੱਗੇ ਨੇ ਇਹਨਾਂ ਦੇ ਵਿੱਚ ਜਿਹੜੀ ਉਹ ਅਜੇ ਕੋਈ ਪੰਜਾਬ ਦਾ ਪਲਾਂਟ ਨਹੀਂ, ਉਹ ਸਾਰੇ ਬਾਹਰਲੀਆਂ ਸਟੇਟਾਂ 'ਚ ਮੰਗਾਉਂਦੇ ਤੇ ਮੇਰੇ ਖਿਆਲ 30 to 40% ਐਕਸਪੋਰਟ ਕਰਦੇ ਨੇ, ਇੰਪੋਰਟ ਕਰਦੇ ਨੇ ਤੇ ਇੱਥੋਂ ਸਾਡੇ ਪੰਜਾਬ ਦੇ ਵਿੱਚੋਂ ਅਸੀਂ ਉਹਨੂੰ ਇਹ ਦੇਵਾਂਗੇ। ਇਹ ਕੋਈ ਖਾਸ
ਕਿੰਨੇ ਜਿਹੜੀ ਉਹਦੇ ਤੁਹਾਡੇ ਇਹਦੇ 'ਚ ਯੂਟੀਲਾਈਜ਼ ਹੁੰਦੀ ਆ ਸਿਰਫ ਜਿਹੜੇ ਨੇ ਜਾਂ ਉਹਦੇ 'ਚ ਹਾਂ ਗਲੂਕੋਜ਼ ਵਗੈਰਾ ਉਹਦੇ 'ਚ ਜਿਹੜੀ ਹੁੰਦੀ ਹੈ। ਦੂਸਰਾ ਸਾਡਾ ਜਿਹੜਾ ਮਰਜਰ ਕੇ ਬੈਂਕ ਦਾ ਜਿਹੜਾ DCCB ਤੇ PSEB ਉਹਦਾ ਸਾਡਾ ਪ੍ਰੋਸੈਸ ਜਿਹੜਾ ਪੂਰਾ ਹੋ ਗਿਆ RBI ਕੋਲ ਚਲਾ। ਇਹਦੇ 'ਚ ਸਾਨੂੰ ਸਭ ਤੋਂ ਵੱਡਾ ਬੈਨੀਫਿਟ ਇਹ ਮਿਲੇਗਾ ਕਿ ਜਿਹੜੀਆਂ ਬ੍ਰਾਂਚਾਂ ਜਿਹੜੀਆਂ ਸੀਗੀਆਂ ਇੱਕ ਬੈਂਕ ਇਹ ਹੋ ਜਾਏਗਾ ਕਿ ਅਸੀਂ ਦੂਸਰੇ ਬੈਂਕਾਂ ਦੇ ਨਾਲ ਜਿਹਨੂੰ ਪਤਾ ਨਹੀਂ ਸੀ ਲੱਗਦਾ ਸਾਨੂੰ ਕਿ ਸਾਡੇ ਬੈਂਕ ਕੋਲੋਂ ਲੋਨ ਲੈ ਗਏ ਉੱਧਰੋਂ ਲੈ ਗਏ, ਉਹ ਸਾਰੇ ਬੈਂਕਾਂ ਦੀ ਕੋਰ ਬੈਂਕਿੰਗ ਦੇ ਵਿੱਚ ਅਸੀਂ ਉਹਦੇ 'ਚ ਆ ਜਾਵਾਂਗੇ ਤੇ ਜਿਹੜੀ ਇਨਵੈਸਟਮੈਂਟ ਸੀਗੀ ਇਹ ਟੋਟਲ 100% ਜਿਹੜੀ ਅਸੀਂ ਰੋਕ ਦੇਵਾਂਗੇ। ਇਹਦੇ 'ਚ ਇਹ ਸਾਨੂੰ ਸਭ ਤੋਂ ਵੱਡੇ ਫਰਟੀਲਾਈਜ਼ਰ ਫਾਰਮਰਸ ਨੂੰ ਇਹ ਸੀਗਾ ਜਿਵੇਂ ਸੈਕਟਰੀ ਕੋਲੋਂ ਕਿਸਾਨ ਦੇ ਗਿਆ ਚੈੱਕ ਹੀ ਇਕੱਲਾ ਦੇ ਗਿਆ ਤੇ ਉਹਨੇ ਜਮ੍ਹਾਂ ਕਰਾਇਆ ਕਿ ਨਹੀਂ ਕਰਾਇਆ, ਉਹਦੇ ਉੱਤੇ ਨਾਲ ਦੀ ਨਾਲ ਹੀ ਜਿਸ ਫਾਰਮਰ ਦਾ ਉੱਤੇ ਨੰਬਰ ਹੋਏਗਾ ਜੇ ਉਹਦੇ ਪੈਸੇ ਕ੍ਰੈਡਿਟ ਹੋਇਆ ਡੈਬਿਟ ਹੋਇਆ ਉਹਨੂੰ ਨਾਲ ਦੀ ਨਾਲ ਹੀ ਇਨਫੋਰਮੇਸ਼ਨ ਪਹੁੰਚੇਗੀ। ਤੇ ਜਦੋਂ ਉਹਦੇ ਚੈੱਕ ਦੇ ਵਿੱਚ ਉਹਨੂੰ ਇਹ ਵੀ ਪਤਾ ਹੋਏਗਾ ਕਿ ਮੈਂ ਚੈੱਕ ਸੈਕਟਰੀ ਨੂੰ ਦੇ ਕੇ ਆਇਆ ਤੇ ਮੇਰੇ ਮੋਬਾਈਲ ਦੇ ਉੱਤੇ ਮੈਨੂੰ ਮੈਸੇਜ ਨਹੀਂ ਅਜੇ ਤੱਕ ਆਇਆ। ਇਹ ਬੜੀ ਵੱਡੀ ਸਾਡੀ ਜਿਹੜੀ ਅਚੀਵਮੈਂਟ ਹੋਏਗੀ ਕਿ ਫਾਰਮਰ ਜਾਂ ਦੂਸਰਿਆਂ ਦੀ ਉਹ ਜਿਹੜੀ ਚੋਰ ਬਜ਼ਾਰੀ ਉਹਨੂੰ ਰੋਕਿਆ ਜਾਏਗਾ। ਕੰਪਲੈਕਸ ਫਰਟੀਲਾਈਜ਼ਰ ਵਿਲ ਬੀ ਸਟਾਰਟਡ ਟੂ ਬੀ ਪ੍ਰੋਵਾਈਡਡ ਅ ਫਾਰਮਰਸ ਮਾਰਕੀਟ। ਇਹ ਟੈਂਡਰ ਜਿਹੜਾ ਅਸੀਂ ਕਰ ਦਿੱਤਾ ਕਿ ਜਿਹੜੀਆਂ ਸਾਰੀ ਫਰਟੀਲਾਈਜ਼ਰ ਇਹ ਇੱਧਰੋਂ ਅਸੀਂ ਇੱਕ ਕੰਪਲੈਕਸ ਬਣਾ ਕੇ ਇੱਥੋਂ ਫਾਰਮਰਸ ਨੂੰ ਡਾਇਰੈਕਟ ਦੇਵਾਂਗੇ। ਦੂਸਰੀ ਜਿਹੜੀ ਸਾਡੇ ਡਿਪਾਰਟਮੈਂਟ ਨੇ ਕੀਤੀ ਹੈ ਕਿ ਸਾਡੀ ਕੋਆਪਰੇਟਿਵ ਹਾਊਸਿੰਗ ਸੁਸਾਇਟੀਜ਼ ਉਹਦੇ ਬਾਰੇ ਅਸੀਂ ਕੀਤਾ ਕਿ ਜਿੰਨੇ ਸਾਡੇ ਇੰਪਲਾਈਜ਼ ਦੇ ਉਹਨਾਂ ਦੀ ਅਸੀਂ ਆਪਣੇ ਪਲਾਟ ਲੈ ਕੇ ਉਹਦੇ 'ਚੋਂ ਉਹਨਾਂ ਨੂੰ ਅਸੀਂ ਜਿਹੜੇ ਘਰ ਜਿਹੜੇ ਨੇ ਮੋਹਾਲੀ ਦੇ ਵਿੱਚ ਜਾਂ ਜਿਹੜਾ ਨਿਊ ਚੰਡੀਗੜ੍ਹ ਬਣ ਰਿਹਾ ਉਹਦੇ 'ਚ ਅਸੀਂ ਉਹਨਾਂ ਨੂੰ ਕਰਾਂਗੇ। ਤੇ ਨਾਲ ਹੀ ਮੈਂ ਇਹਨਾਂ ਨੂੰ ਇਹ ਵੀ ਕਹੂੰਗਾ ਡਿਪਾਰਟਮੈਂਟ ਵਾਲਿਆਂ ਨੂੰ ਕਿ ਜਿੱਥੇ ਆਫਿਸਰਾਂ ਦਾ ਵੀ ਅਸੀਂ ਕਰਨ ਲੱਗੇ ਹਾਂ ਤੇ ਉੱਥੇ ਇਹਨਾਂ ਦੇ ਵੀ ਇੱਕ ਕਰਕੇ ਸਕੀਮ ਦੇ ਕੇ ਤੇ ਜਿਹੜੇ ਜਿੰਨੇ ਪ੍ਰੈਸ ਵਾਲੇ ਨੇ ਇਹਦੇ 'ਚ ਮੈਂ ਇਹ ਖੁਸ਼ ਕਰਨ ਵਾਲੇ ਨੇ ਵਾਕਿਆ ਜਦੋਂ ਸਾਹਮਣੇ ਬੈਠੇ ਹੋਈਏ ਤੇ ਚੰਗਾ ਜੇ ਪ੍ਰਪੋਜ਼ਲ ਆਵੇ ਕਿਉਂਕਿ ਕੋਆਪਰੇਟਿਵ ਸਾਡੇ ਕੋਲ ਡਿਪਾਰਟਮੈਂਟ ਹੈ ਹਾਊਸਫੈਡ ਜਿਹੜਾ ਬਿਲਕੁਲ ਡਿਫੰਕਟ ਹੋ ਗਿਆ ਬੰਦ ਹੋਣ ਦੇ ਕਿਨਾਰੇ ਹੋ ਗਿਆ। ਉਸ ਡਿਪਾਰਟਮੈਂਟ ਨੂੰ ਇਹਦੇ 'ਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਰਿਵਾਈਵ ਕਰ ਸਕਦੇ। ਉਹਦੇ 'ਚ ਅਸੀਂ ਫਿਰ ਦੁਬਾਰਾ ਜਿਵੇਂ ਪੁਰਾਣੇ ਬਣੇ ਸੀ ਉੱਦਾਂ ਤਾਂ ਨਹੀਂ ਹੈ ਕਿ ਕੋਈ ਜਾ ਕੇ 30 ਕਿਲੋਮੀਟਰ ਸ਼ਹਿਰ ਤੋਂ ਬਾਹਰ ਬਣਾ ਦਿਓ ਤੇ ਉਹਨੂੰ ਫੇਲ ਕਰ ਦਿਓ। ਉਹ ਨਹੀਂ ਕਰਨਾ ਕਿ ਸਾਨੂੰ 4.5 ਏਕੜ ਤੱਕ ਜਾਂ 1 ਏਕੜ ਤੱਕ ਜਿੱਥੇ ਤੱਕ ਜਿੰਨੇ ਫਲੈਟਸ ਜਿਹਦੀ ਡਿਮਾਂਡ ਹੈਗੀ ਆ ਕੋਈ ਸੁਸਾਇਟੀ ਬਣਾ ਕੇ ਸਾਡੇ ਤੱਕ ਪਹੁੰਚ ਕਰੇਗਾ ਅਸੀਂ ਉਹਦੀ ਜ਼ਮੀਨ ਅਲਾਟ ਆਪਣੇ ਕਰਵਾ ਕੇ ਉਹਨਾਂ ਲੋਕਾਂ ਨੂੰ ਹਾਊਸਿੰਗ ਸੁਸਾਇਟੀ ਡਿਪਾਰਟਮੈਂਟ ਵੱਲੋਂ ਉਹ ਪ੍ਰਾਈਵੇਟ ਨਹੀਂ ਕਿ ਉਹਨਾਂ ਦੇ ਬਹੁਤ ਝਗੜੇ ਨੇ ਡਿਪਾਰਟਮੈਂਟ ਉਹਨਾਂ ਦੇ ਨਾਲ ਇਨਵੋਲਵ ਹੋ ਕੇ ਉਹਨਾਂ ਨੂੰ ਤਿਆਰ ਕਰਕੇ ਦੇਗਾ। ਇਹ ਤੇ ਸਾਡੇ ਕੋਆਪਰੇਟਿਵ ਡਿਪਾਰਟਮੈਂਟ ਸੀ ਤੇ ਹੁਣ ਕਿ ਜਿਹੜੇ ਆਪਣੇ ਅਕਾਊਂਟਸ ਨੇ ਇੰਪਲਾਈ ਦੇ ਉਹ ਸਾਰੇ ਕੋਆਪਰੇਟਿਵ ਬੈਂਕਾਂ ਦੇ ਵਿੱਚ ਖੋਲੋ ਬਹੁਤ ਸਾਰੇ ਡਿਪਾਰਟਮੈਂਟਸ ਨੇ। ਮੈਂ ਬੜੀਆਂ ਲੈਟਰਸ ਦੇ ਦਿੱਤੀਆਂ ਚੀਫ ਸੈਕਟਰੀ ਵੱਲੋਂ ਵੀ ਆਈਆਂ ਪਤਾ ਨਹੀਂ ਉਹਦੇ 'ਚ ਕੀ ਹੋ ਰਿਹਾ ਕਿ ਜੀ ਕਿਉਂ ਨਹੀਂ ਸਾਨੂੰ ਦੇ ਰਹੇ। ਵਾਕਿਆ ਜੇ ਇਕੱਲਾ ਪੰਜਾਬ ਗੌਰਮੈਂਟ ਹੀ ਸਾਡੇ ਬੈਂਕ ਦੇ ਨਾਲ ਪਹਿਲਾਂ ਸਾਡੀਆਂ ਵੀ ਪ੍ਰੋਬਲਮ ਸੀ ਜਿਹੜਾ ਅਸੀਂ ਮਰਜ ਕੀਤਾ ਇਹਦੇ 'ਚ ਉਹ ਚੀਜ਼ਾਂ ਹੁਣ ਅਸੀਂ ਤਕਰੀਬਨ ਸਾਰੀਆਂ ਗੌਰਮੈਂਟ ਦੀ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਅਸੀਂ ਪੂਰੀ ਕਰ ਦਾਂਗੇ। ਉਹਦੇ ਕਰਕੇ ਵੀ ਥੋੜ੍ਹੀ ਜਿਹੀ ਕਮੀਆਂ ਪੇਸ਼ੀਆਂ ਆ ਕੋਰ ਬੈਂਕਿੰਗ ਕਰਕੇ ਉਹਦੇ ਚਾਰੇ ਇੰਸ਼ੋਰੈਂਸ ਜਿਹੜੀ ਆ ਉਹ ਵੀ ਅਸੀਂ ਆਪਣੇ ਬੈਂਕ 'ਚ ਜਿਹੜੇ ਇੰਪਲਾਈਜ਼ ਨੂੰ ਦੂਸਰੇ ਪ੍ਰਾਈਵੇਟ ਬੈਂਕ ਇਹ ਕਹਿ ਦਿੰਦੇ ਕਿ ਤੁਹਾਡੀ ਇੰਸ਼ੋਰੈਂਸ ਫਰੀ ਕਰ ਦਾਂਗੇ। ਉਹ ਸਾਰੀਆਂ ਚੀਜ਼ਾਂ 'ਚ ਸਾਡੇ ਕੋਆਪਰੇਟਿਵ ਬੈਂਕ ਜਿਸ ਵੇਲੇ ਇੱਕ ਬੈਂਕ ਪੂਰਾ ਫੁੱਲ ਫਲੈਜ ਬੈਂਕ ਹੋ ਗਿਆ ਅਸੀਂ ਉਹ ਵੀ ਜਿਹੜੀ ਪੰਜਾਬ ਗੌਰਮੈਂਟ ਵੱਲੋਂ ਸਾਨੂੰ ਆਉਂਦੀ ਹੈ ਕਿ ਜੀ ਤੁਹਾਡੇ ਇੰਸ਼ੋਰੈਂਸ ਨਹੀਂ ਦਿੰਦੇ ਉਹ ਵੀ ਅਸੀਂ ਕਰ ਦਿੰਦੇ। ਮੈਂ ਆ ਬੈਠੇ ਸਾਡੇ ਦੋਨੋਂ ਡਿਪਾਰਟਮੈਂਟ ਦੋਵੇਂ ਪ੍ਰਿੰਸੀਪਲ ਸੈਕਟਰੀ ਸਾਹਿਬ ਤੇ ADGP ਸਾਹਿਬ ਤੇ ਇਹਨਾਂ ਨੂੰ ਬੈਂਕ ਵਾਲਿਆਂ ਨੂੰ ਕਹਾਂਗਾ ਕਿ ਇਹਨਾਂ ਨਾਲ ਕਰਨ ਪਹਿਲੋਂ ਇਸ ਡਿਪਾਰਟਮੈਂਟ ਦੀ 100 ਕਰੋੜ ਰੁਪਏ ਜਿਹੜੀ ਜਾਂਦੀ ਹੈ ਸੈਲਰੀ ਤੇ ਉਹ ਸਾਡੇ 'ਚ ਦੇਣ। ਮੇਰੇ ਖਿਆਲ ਇਹ ਜਿਹੜੇ ਅਸੀਂ ਕਰਕੇ ਉਹਨਾਂ ਦੀ ਜਿਹੜੀਆਂ ਚੀਜ਼ਾਂ ਨੇ ਇੰਸ਼ੋਰੈਂਸ ਵਾਲੀਆਂ ਉਹ ਅਸੀਂ ਆਪਣੇ ਵੱਲੋਂ ਕਰ ਰਹੇ। ਦੂਸਰੀ ਜਿਹੜੀ ਇੱਕ ਮਿੰਟ ਬਹੁਤ ਵੱਡਾ ਮੁੱਦਾ ਹੈ। ਐਜੂਕੇਸ਼ਨ ਡਿਪਾਰਟਮੈਂਟ ਸਭ ਤੋਂ ਵੱਡਾ ਡਿਪਾਰਟਮੈਂਟ ਆ। ਉਹਨਾਂ ਨੇ ਬਕਾਇਦਾ HDFC ਬੈਂਕ ਦੇ ਵਿੱਚ ਖਾਤੇ ਖੋਲ੍ਹੇ ਸਾਰੇ। ਤੁਸੀਂ ਪੰਚਾਇਤੀ ਰਾਜ ਨੂੰ ਵੀ ਟੋਟਲ ਖਾਤੇ ਖੋਲ ਦਿੱਤੇ ਨੇ ਇੱਕ ਡਿਪਾਰਟਮੈਂਟ ਨਹੀਂ ਸਾਰੇ ਡਿਪਾਰਟਮੈਂਟ HDFC ਨਾਲ ਪਤਾ ਨਹੀਂ ਕੀ ਪਿਆਰ ਹੈ ਮੈਨੂੰ ਇਹਦੀ ਅਜੇ ਤੱਕ ਸਮਝ ਨਹੀਂ ਆਈ। ਸੰਦੇਸ਼ਣ ਹੈ ਕਿ ਇਹ ਬਹੁਤ ਵੱਡਾ ਇਸ਼ੂ ਹੈ ਜਿਹੜੀ ਪ੍ਰਾਈਵੇਟ ਬੈਂਕ
ਕਮਾਈ ਇੱਥੋਂ ਕਰਦੇ ਨੇ, ਜਿਹੜੀ ਅਗਲੀ ਇਨਵੈਸਟਮੈਂਟ ਹੈ ਡਿਵੈਲਪਮੈਂਟ ਹੋਰ ਸਟੇਟਾਂ ਦੀ ਕਰਦੇ ਆ, ਬਹੁਤ ਵੱਡਾ ਨੁਕਸਾਨ ਹੈ। ਦੂਸਰੀ ਗੱਲ, ਇਹ ਪੰਜਾਬ ਸਰਕਾਰ ਨੇ ਕਰਨਾ। ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ, ਕੋਈ ਇਤਰਾਜ਼ ਨਾ ਕਰੇ, ਇਹ ਓਪਨ ਸੀਕਰਟ ਹੈ ਵੀ ਜਿਹੜੇ ਅਫਸਰ ਪ੍ਰਾਈਵੇਟ ਬੈਂਕਾਂ ਨੂੰ ਸੈਲਰੀਆਂ ਜੋ ਉਹ ਦਿੰਦੇ ਨੇ, ਉਹਨਾਂ ਨੂੰ ਗਿਫਟਾਂ ਦੇ ਰੂਪ ਵਿੱਚ ਵੱਡੀ ਕਰਪਸ਼ਨ ਮਿਲਦੀ ਹੈ, ਕਾਰਾਂ ਮਿਲਦੀਆਂ ਨੇ। ਕਾਈਂਡਲੀ ਤੁਸੀਂ ਕਰ ਸਕਦੇ ਮੇਰੇ ਕੋਲ ਅਜੇ ਤੱਕ ਆਇਆ ਨਹੀਂ, ਮੈਨੂੰ ਨਾ ਦੇਣ ਆਇਆ। ਮੇਰੇ ਵੱਲ ਵੀ ਭੇਜ ਦਿਓ ਉਹਨੂੰ ਕਿਸੇ ਨੇ। ਮੈਂ ਤੇ ਉਹਨਾਂ ਦਾ ਖੋਵਾਂਗਾ ਹੁਣ ਜਿਹੜੀ ਇਹਦੇ ਸਰ ਮੈਂ ਮਜ਼ਾਕ ਵਾਲੀ ਗੱਲ ਨਹੀਂ, ਮਜ਼ਾਕ ਨਹੀਂ। ਮੇਰਾ ਕਹਿਣ ਦਾ ਮਤਲਬ ਤੁਸੀਂ ਕਰ ਸਕਦੇ, ਤੁਹਾਡੇ ਕੋਲ ਵਿਜ਼ਨ ਹੈਗੀ, ਹਿੰਮਤ ਵੀ ਹੈਗੀ ਹੈ। ਕਾਈਂਡਲੀ ਪੰਜਾਬ ਨੂੰ ਬਚਾਉਣ ਲਈ ਆਪਣੇ ਬੈਂਕ 'ਚ ਸਾਰੀਆਂ ਸੈਲਰੀਆਂ ਕਰਾਉਣ ਦੀ ਮੁਹਿੰਮ ਚਲਾਓ। ਮੈਂ ਇਹ ਦੱਸਣ ਲੱਗਾ, ਆ ਜਿਹੜਾ ਮੈਂ ਮਰਜ਼ ਕੀਤਾ, ਮੇਰੇ ਲਈ ਆਪਣੀ ਪਾਰਟੀ ਚੋਂ ਹੀ ਮੇਰਾ ਵਿਰੋਧ ਹੋਇਆ। ਪਤਾ ਨਹੀਂ ਕਿਉਂ ਉਹਨਾਂ ਨੇ ਆਪਣੇ ਕਈਆਂ ਨੇ ਕੀਤਾ, ਪਰ ਮੈਂ ਇਹਦੇ ਤੇ ਕਾਇਮ ਹੈ। ਜਿਹੜੀ ਤੁਸੀਂ ਤਲੋਚਨ ਜੀ ਗੱਲ ਕਹੀ ਆ, ਇਹ ਤਾਂ ਹੀ ਹੋਏਗਾ ਜਦੋਂ ਮਰਜ਼ ਹੋ ਗਿਆ, ਉਸ ਵੇਲੇ ਮੈਂ ਇਹਨਾਂ ਦੇ ਮੁਕਾਬਲੇ 'ਚ ਖੜਾ ਹੋਵਾਂਗਾ। ਜਿਹੜੀ ਇੰਸ਼ੋਰੈਂਸ ਆ ਉਹ ਵੀ ਉਹਨਾਂ ਦਾ ਕਰਾਂ ਦੱਸਾਂਗਾ, ਤੇ ਉਹਦੇ ਨਾਲ ਹੀ ਅਸੀਂ ਜਿਹੜੇ ਕਹਿੰਦੇ ਤੁਹਾਡੇ ਇੰਪਲਾਈਜ਼ ਘੱਟ ਨੇ, ਉਹ ਤਕਰੀਬਨ ਅਸੀਂ 550 ਇੰਪਲਾਈ ਨਵਾਂ ਭਰਤੀ ਕਰਕੇ 200 ਅਸੀਂ ਰੱਖ ਲਿਆ। ਫੀਲਡ ਆਫੀਸਰ ਮੈਨੇਜਰ ਜਿੱਥੇ ਘੱਟ ਨੇ 80 ਕਿੰਨੇ ਉਹਨਾਂ ਦੀ ਐਡ ਦੇ ਦਿੱਤੀ ਹੈ। ਅਕਾਊਂਟੈਂਟ ਘੱਟ ਸੀ, ਉਹ ਵੀ ਕਰ ਦਿੱਤੇ। ਮੈਂ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਹੋਣਗੀਆਂ ਇਹਨਾਂ ਦੀਆਂ ਰਿਕੁਆਇਰਮੈਂਟਸ ਉਹ ਮੈਂ ਪੂਰੀਆਂ ਕਰਕੇ ਉਹਦੇ ਬਾਅਦ ਮੈਂ ਲੜਾਈ ਲੜਨ ਜੋਗਾ ਹੋ ਜਾਵਾਂਗਾ ਕਿ ਮੇਰਾ ਬੈਂਕ ਪ੍ਰਾਈਵੇਟ ਬੈਂਕਾਂ ਤੋਂ ਉੱਪਰ ਆ। ਔਰ ਪੰਜਾਬ ਦਾ ਬੈਂਕ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਇਹ ਕਹਿ ਰਹੇ ਹੋ, 802 ਬ੍ਰਾਂਚਿਸ ਨੇ ਸਾਡੀਆਂ ਪੂਰੇ ਪੰਜਾਬ ਦੇ। ਸਭ ਤੋਂ ਜ਼ਿਆਦਾ ਸਾਡੇ ਕੋਲ ਬ੍ਰਾਂਚ ਹੈ, ਔਰ ਪਿੰਡ ਦੇ ਵਿੱਚ ਰਿਮੋਟ ਏਰੀਆ 'ਚ ਬ੍ਰਾਂਚ ਹੈ ਕਿ ਸਰਪੰਚ ਨੂੰ ਜਾਂ ਕਿਸੇ ਹੋਰ ਨੂੰ ਬਾਹਰ ਨਾ ਜਾਣਾ ਪਏ, ਆਪਣੇ ਪਿੰਡ 'ਚ ਉੱਥੇ ਵਿਦਨ 5 ਕਿਲੋਮੀਟਰ ਜਾ ਕੇ ਆਪਣਾ ਪੈਸਾ ਲੈ ਕੇ ਵਾਪਸ ਆ ਸਕਦਾ। ਇਹਦੇ 'ਚ ਇਹ ਵੀ ਚੀਜ਼ ਕਰਨ ਲੱਗਿਆ ਕਿ ਕਈ ਬ੍ਰਾਂਚਿਸ ਇਹੋ ਨੇ ਕਿ ਜਿੱਥੇ ਬਿਲਕੁਲ ਹੀ ਨਹੀਂ, ਉਹਨਾਂ ਨੂੰ ਵੀ ਅਸੀਂ ਕਰਨ ਲੱਗਿਆ ਕਿ ਉਹਨਾਂ ਨੂੰ ਚੇਂਜ ਕਰ ਦਈਏ, ਸ਼ਿਫਟ ਕਰ ਦਈਏ, ਤਾਂ ਕਿ ਉਹ ਵੀ ਵਧੀਆ ਤਰੀਕੇ ਨਾਲ ਚਲਾ ਸਕੀਏ। ਦੂਸਰੀ, ਇੱਕ ਆਪਣੇ MLA ਸਾਹਿਬ ਨੇ ਮੈਨੂੰ ਕਿਹਾ ਕਿ ਸਾਡੀ ਜ਼ਮੀਨ ਐਕਵਾਇਰ ਹੋਈ ਆ ਤੇ ਮੇਰੇ ਪਿੰਡ 'ਚ ਬੈਂਕ ਖੋਲ ਦਿਓ। ਉਹਨਾਂ ਦੇ ਪਿੰਡ ਅਸੀਂ ਬੈਂਕ ਖੋਲ ਦਿੱਤਾ, ਸਾਨੂੰ ਉਹਨਾਂ ਨੇ 80 ਕਰੋੜ ਉਸੇ ਦਿਨ ਹੀ ਜਮ੍ਹਾਂ ਕਰਵਾ ਦਿੱਤਾ। ਇਹ ਮਦਨ ਲਾਲ ਹੋਣਾ ਨੇ, ਜਲਾਲਪੁਰ ਵਾਲੇ ਨੇ। ਹਾਂਜੀ, ਇਹ ਮੈਂ ਤੁਹਾਨੂੰ ਮੇਰੇ ਖਿਆਲ ਤੁਸੀਂ ਆ ਜਿਹੜਾ ਬਟਾਲਾ ਔਰ ਗੁਰਦਾਸਪੁਰ ਮੈਂ ਦੱਸ ਜਿਹੜਾ ਬਟਾਲਾ ਔਰ ਗੁਰਦਾਸਪੁਰ ਵਾਲੀ ਹੈ, ਇਹਦੇ 'ਚ ਬਰਾਊਨ ਸ਼ੂਗਰ ਵੀ ਬਣੇਗੀ, ਇਹਦੇ ਸ਼ੂਗਰ ਫ੍ਰੀ ਵੀ ਬਣੇਗੀ, ਇਹਦੇ ਸ਼ੂਗਰ ਕਿਊਬਸ ਵੀ ਬਣ ਗਈਆਂ। ਇਹ ਸਾਰੀਆਂ ਚੀਜ਼ਾਂ ਇਹ ਅਸੀਂ ਐਡ ਕਰ ਦਿੱਤੀਆਂ। ਦੂਸਰੀ ਚੀਜ਼, ਜਿਹੜਾ ਲੁਧਿਆਣਾ ਸਾਡਾ ਬੁੱਢੇਵਾਲ ਸ਼ੂਗਰ ਮਿਲ ਆ, ਉਹਦੇ 'ਚ ਫਤਿਹ ਬ੍ਰਾਂਡ ਦੇ ਨਾਂ ਦਾ ਅਸੀਂ ਗੁੜ ਵੀ ਸਟਾਰਟ ਕਰ ਦਿੱਤਾ, ਉਹ ਵੀ ਅਸੀਂ ਵੇਚਣਾ ਬਿਲਕੁਲ ਕਰ ਦਿੱਤਾ, ਉਹ ਵੀ ਕਰ ਦਿੱਤਾ ਜੀ। ਹੁਣ ਕੋਆਪਰੇਟਿਵ ਬੈਂਕ ਹੈ ਨਾ, ਉੱਤੇ ਸਟਾਫ ਦੀ ਬੜੀ ਕਮੀ ਹੈ ਪਿਛਲੇ 10-15 ਸਾਲਾਂ ਤੋਂ। ਕਿਹੜੇ ਜੀ ਕੋਆਪਰੇਟਿਵ ਜਿੰਨੇ ਵੀ ਬੈਂਕ ਹੈ ਉੱਥੇ 84 ਤੱਕ ਹੈ ਜਿਹੜੇ ਕਲਰਕ ਦਾ ਕੰਮ ਕਰ। ਹੁਣ 84 ਵਿਚਾਰਾ ਬੰਦਾ ਹੀ ਹੁੰਦਾ, ਪ੍ਰਮੋਸ਼ਨ ਜਾਣਾ ਉਹਦਾ ਕੰਮ ਬਣਦਾ ਹੀ ਹੈ। ਤੇ ਇੱਕ ਮਿੰਟ ਸੁਣ, ਜਿਹੜੇ ਕਲਾਸ 4 ਨੇ ਉਹਨਾਂ ਨੇ ਜਿਹੜੀਆਂ ਰਿਕੁਆਇਰਮੈਂਟ, ਜੇ ਕੋਈ ਗ੍ਰੈਜੂਏਟ ਹੋ ਗਿਆ ਉਹਨੂੰ ਅਸੀਂ ਪ੍ਰਮੋਟ ਕੀਤਾ। ਬਾਕੀ ਉੱਥੇ ਦੂਸਰੀ ਚੀਜ਼, ਅਸੀਂ 1600 ਬੰਦਾ ਰਿਕਰੂਟ ਕਰ ਰਹੇ ਤਾਂ ਅਸੀਂ ਐਡ ਦੇ ਦਿੱਤੀ। ਨੈਕਸਟ ਵੀਕ 'ਚ ਸਾਡਾ ਉਹ ਆ ਜਾਏਗਾ। ਇਸ ਕਰਕੇ ਮੈਂ ਤਾਂ ਹੀ ਕਿਹਾ ਕਿ ਤੁਸੀਂ ਤਲੋਚਨ ਜੀ ਜਿਹੜਾ ਕਿਹਾ ਨਾ ਕਿ ਤੁਸੀਂ ਅਸੀਂ ਬਿਲਕੁਲ ਟਾਈਆਂ ਵਾਲੇ ਹੁਣ ਬਿਠਾਵਾਂਗੇ। ਬਿਲਕੁਲ ਜਿਹੜਾ ਮੇਰੇ ਕੋਲ ਆਇਆ, ਮੇਰੇ ਕੋਲ ਜਿਹੜਾ 750 ਕਰੋੜ ਜਿਹੜਾ ਆਇਆ, ਇਹ ਮੇਰੇ ਕੋਆਪਰੇਟਿਵ ਬੈਂਕ 'ਚ ਹੀ ਆਇਆ ਤੇ ਉਹ ਲੈਂਡ ਮੋਰਗੇਜ ਬੈਂਕ ਕੋਲ ਆਇਆ। ਅਸੀਂ ਕਿਸੇ ਨੂੰ ਨਹੀਂ ਬਾਹਰ ਦਿੱਤਾ। ਉਹਦੇ 'ਚ ਅਸੀਂ ਹੁਣ ਜਿਹੜੀਆਂ ਸਾਡੀਆਂ C ਕੈਟਾਗਰੀ 'ਚ ਬੈਂਕ ਨੇ ਜਿਹੜੇ ਫਾਈਨਾਂਸ ਨਹੀਂ ਕਰ ਰਹੇ, ਉਹਨਾਂ ਨੂੰ ਅਸੀਂ ਕੱਢ ਰਹੇ ਹਾਂ। ਔਰ ਹਰ ਬ੍ਰਾਂਚ ਨੂੰ ਅਸੀਂ 1-1 ਕਰੋੜ ਰੁਪਇਆ ਦਿੱਤਾ ਕਿ ਤੁਸੀਂ ਉਹਨੂੰ ਰੀਫਾਈਨਾਂਸ ਕਰ ਦਿਓ ਤਾਂ ਕਿ ਲੋਕਾਂ 'ਚ ਪਹੁੰਚ ਜਾਏਗੀ। ਪਿਛਲੇ 10-15 ਸਾਲੋਂ ਭਰਤੀ ਨਹੀਂ ਹੋਈ। ਟੈਕਨੀਕਲ, ਨਾਨ ਟੈਕਨੀਕਲ ਪੋਸਟਾਂ
ਹਜ਼ਾਰਾਂ ਖਾਲੀ ਪਈਆਂ 400 ਬੰਦਾ ਅਸੀਂ ਉਹਦਾ ਭਰਤੀ ਜਿਹੜਾ ਕਰ ਰਹੇ ਹਾਂ। ਸਾਨੂੰ GNDU ਨੂੰ ਅਸੀਂ ਜਿਹੜੇ ਆਫੀਸਰ ਨੇ ਉਹਨਾਂ ਨੂੰ ਭਰਤੀ ਕਰਨੀ, ਉਹਨਾਂ ਕਿਹਾ ਕਿ ਉਹਨਾਂ ਦੇ ਪੇਪਰ ਤਿਆਰ ਕਰੋ। ਉਹ ਸਾਨੂੰ ਸਿਰਫ ਇਸ ਕਰਕੇ ਡਿਲੇ ਹੋ ਗਈ ਕਿ ਜਿਹੜਾ ਸੈਂਟਰਲ ਪੇ ਕਮਿਸ਼ਨ ਕਰਕੇ, ਨਹੀਂ ਤਾਂ 2 ਮਹੀਨੇ ਪਹਿਲਾਂ ਅਸੀਂ ਉਹ ਭਰਤੀ ਕਰ ਦੇਣੀ ਸੀ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਾਡੇ ਕੋਲ ਇੱਕ ਮਿੰਟ, ਸਾਡੇ ਕੋਲ ਚੀਫ ਕੈਮਿਸਟ CCDO ਇਹਨਾਂ ਦੀ ਪ੍ਰੋਬਲਮ ਸੀਗੀ, ਉਹ ਅਸੀਂ ਪੂਰੀ ਕਰ ਦਿੱਤੀ। ਇੱਕ ਸ਼ੂਗਰ ਮਿਲ ਦੇ ਵਿੱਚ ਕੋਈ 3-4 ਸਾਲ ਪਹਿਲਾਂ 3-4 ਕਰੋੜ ਦਾ ਸਕੈਂਡਲ ਹੋਇਆ ਸੀਗਾ। ਉਹਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ ਹੈ ਉਹਨਾਂ ਕੋਲ ਤੋਂ ਕੋਈ ਰਿਕਵਰੀ ਨਹੀਂ ਹੋਈ, ਕੋਈ ਕਾਰਵਾਈ ਨਹੀਂ ਹੋਈ। ਸਰ ਕਾਰਵਾਈ ਹੋ ਗਈ, ਰਿਕਵਰੀ ਹੋ ਰਹੀ ਹੈ ਸਰ। ਕਿੰਨੀ ਕਿਹੜੇ ਕਿਸ ਲੈਵਲ ਤੇ ਸੀ? ਜਿਹੜੇ GM ਨੂੰ ਵੀ ਰਿਕਵਰੀ ਪੈ ਗਈ, ਜਿਹੜਾ ਰਿਟਾਇਰ ਹੋਇਆ ਜੀ ਕੰਪਨੀ ਉਹ ਰਿਕਵਰੀ, ਹਾਂ ਠੀਕ ਹੈ, ਉਹ ਸਾਰੇ ਰਿਕਵਰੀ ਕਰ ਪਾ ਦਿੱਤੀ ਜੀ ਉਹਨੇ। ਹੋ ਨਹੀਂ ਰਿਹਾ। ਮੈਂ ਰਿਕਵਰੀ ਉਹਨਾਂ ਦੀ ਤਨਖਾਹ ਹੀ ਕੱਟਾਂਗੇ ਜਾਂ ਜਿਹੜੇ ਉਹਨਾਂ ਨੂੰ ਬੈਨੀਫਿਟਸ ਮਿਲਦੇ ਕੱਟ ਲਏ ਉਹਨਾਂ ਦੇ। ਮੰਤਰੀ ਸਾਹਿਬ ਇੱਧਰ ਇੱਕ ਤੋਂ ਪਿੱਛੇ ਵੀ ਕਰ ਲਓ। ਕਿਸਾਨਾਂ ਦਾ ਬਹੁਤ ਗੰਨਾ ਕਿਸਾਨਾਂ ਦਾ ਬਕਾਇਆ ਪਿਆ ਹੈ। ਤੁਹਾਡੇ ਦੋਨਾਂ ਦੇ ਇੱਕੋ ਕੁਐਸਚਨ, ਉਹਦਾ ਮੈਂ ਜਵਾਬ ਦੇਣ ਲੱਗਾ। ਕਿਸਾਨਾਂ ਦਾ ਬਹੁਤ ਸਾਰਾ ਬਕਾਇਆ ਪਿਆ ਹੈ, ਉਹ ਤੋਂ ਤੱਕ ਰਿਲੀਜ਼ ਕਰ ਦਿੱਤਾ ਜਾਏਗਾ। ਸਰ ਨਾਲ ਬਹੁਤ ਪ੍ਰਾਈਵੇਟ ਜਿਹੜਾ ਵੀ ਪਿਆ ਤੇ ਕੋਆਪਰੇਟਿਵ ਸੋਸਾਇਟੀ ਜਿਹੜੀ ਪ੍ਰਾਈਵੇਟ ਸ਼ੂਗਰ ਮਿਲ ਆ ਜੀ, ਉਹ ਤੁਹਾਡਾ ਪੰਜਾਬ ਸਰਕਾਰ ਦਾ ਜਿਹੜਾ ਕਿ ਬਕਾਇਆ ਖੜਾ 2 ਵਾਰੀ ਪੰਜਾਬ ਜਿਹੜੀ ਕੈਬਨਿਟ ਆ ਉਹ ਵੀ ਪਾਸ ਕਰ ਚੁੱਕੀ ਹੈ ਤੋਂ ਆਪਣੀ ਬਕਾਇਆ ਰਾਸ਼ੀ ਉਹ ਕਿਉਂ ਨਹੀਂ ਪ੍ਰਾਈਵੇਟ ਜਿਹੜਾ ਸ਼ੂਗਰ ਮਿਲ ਆ ਤੁਹਾਡਾ ਭੁਗਤਾਨ? ਉਹ ਤੇ ਐਗਰੀਕਲਚਰ ਮਿਨਿਸਟਰ ਹੀ ਜਵਾਬ ਦੇ ਸਕਦੇ ਆ, ਕਿਉਂਕਿ ਮੈਂ ਤੇ ਉਹਨਾਂ ਦਾ ਕੰਪੀਟੀਟਰ ਆ। ਮੈਂ ਦਊਂਗਾ ਤੇ ਕਹਿਣਗੇ ਸਾਡਾ ਸ਼ਰੀਕ ਬੋਲਦਾ, ਤੇ ਇਸ ਕਰਕੇ ਉਹ ਐਗਰੀਕਲਚਰ ਮਿਨਿਸਟਰ ਸਾਹਿਬ ਕੋਲੋਂ ਇਹ ਕੁਐਸਚਨ ਕਰਿਓ। ਨੇ ਤੁਹਾਡੀ ਜਿਹੜੀ ਪੇਮੈਂਟ ਦੀ ਵਾਕਈ ਇਹਦੇ 'ਚ ਡਿਲੇ ਹੋਈ ਆ। 60 ਕਰੋੜ ਸਾਡੀ ਐਕਸਪੋਰਟ ਹੋਈ ਸੀ ਸ਼ੂਗਰ ਕੋਆਪਰੇਟਿਵ ਡਿਪਾਰਟਮੈਂਟ ਦੀ। ਉਹਦੇ ਚ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਫਰਵਰੀ ਮਹੀਨੇ ਦਾ ਇੱਕ ਬਿੱਲ ਭੇਜਿਆ ਕਿ ਸਾਡੇ ਜਿਹੜੇ ਨੇ ਪੈਸੇ ਵਾਪਸ ਕੀਤੇ ਜਾਣ, ਤੇ ਸਾਡੀ CC ਲਿਮਟ ਜਿਹੜੀ ਸੀਗੀ ਉਹ ਰਿਲੀਜ਼ ਹੋ ਗਿਆ 640 ਕਰੋੜ ਦੀ। ਉਹਦੇ 'ਚ ਅਸੀਂ ਆਪਣੀ ਲਿਮਟ ਚੋਂ ਤਕਰੀਬਨ ਅਸੀਂ ਬੁੱਧਵਾਰ ਤੱਕ ਪੇਮੈਂਟ ਜਿਹੜੀ ਕਰ ਦੇਣੀ, ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਹੋਏਗੀ। ਉਹ ਸ਼ੂਗਰ ਮਿਲਾਂ ਨੂੰ ਕਹਿ ਕੇ 60% ਜਿਹੜੀ 60 ਕਰੋੜ ਆ ਉਹਦਾ ਅਸੀਂ ਵੇ ਆਊਟ ਕੱਢਣ ਲੱਗੇ ਹਾਂ ਕਿ ਉਹਦੇ 'ਚ 15% ਉਹਨਾਂ ਫਾਰਮਰਸ ਦੀ ਜਾਂ ਤੇ ਰੱਖ ਲਵਾਂਗੇ ਕਿ ਤਾਂ ਕਿ ਜਦੋਂ ਆਵੇ ਤਾਂ ਉਹਦੇ ਕਰੀਏ। ਇਹਨਾਂ ਨੇ ਮੈਨੂੰ MD ਸਾਹਿਬ ਨੇ ਕਿਹਾ ਕਿ ਜਿਹੜੀ ਕਰੰਟ ਪੇਮੈਂਟ ਹੋਏਗੀ ਉਹਦੇ 'ਚ ਅਫੈਕਟ ਕਰੇਗਾ ਕਿ ਜੇ ਅਸੀਂ ਉਹਨਾਂ ਦੇ ਡਾਇਰੈਕਟ ਉਹ 60 ਕਰੋੜ ਦੇ ਦਿੰਦੇ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਦੇਣੀ, ਉਹਦਾ ਅਸੀਂ ਵੇ ਆਊਟ ਕੱਢਿਆ ਕਿ ਜਿਸ ਵੇਲੇ ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਤੁਹਾਨੂੰ ਨੈਕਸਟ ਜਾਂ 2 ਮਹੀਨੇ ਦੇ ਵਿੱਚ ਉਹ ਪੇਮੈਂਟ ਜਿਹੜੀ ਆ ਕਰ ਦਿੱਤੀ ਜਾਏਗੀ। ਇਹਨਾਂ ਨੇ ਇਹ ਕੱਢੀ ਹੈ ਕਿ ਅਸੀਂ ਜਿਹੜੀ ਉਹ ਪੇਮੈਂਟ ਆਏਗੀ ਤੇ ਉਹਨਾਂ ਫਾਰਮਰਸ ਨੂੰ ਉਹ ਕਰੰਟ ਪੇਮੈਂਟ ਕਰ ਦਿੱਤੀ ਜਾਏ। ਇਹਦਾ ਮਤਲਬ ਅਸੀਂ ਬੁੱਧਵਾਰ ਤੱਕ ਤਕਰੀਬਨ 75% ਸਾਡੀ ਹੋ ਗਈ ਹੈ ਪੇਮੈਂਟ, ਤੇ ਜਿਹੜੀ 60 ਕਰੋੜ ਕਰਕੇ ਸਾਡੀ ਪ੍ਰੋਬਲਮ ਆਉਂਦੀ ਉਹਦਾ ਅਸੀਂ ਵਾਕਈ ਵੀ ਆਊਟ ਕੱਢਿਆ ਕਿ ਫਾਰਮਰਸ ਨੂੰ ਕਿਉਂ ਉਹਦੇ ਜਿਹੜੀ ਕੋਵਿਡ ਕਰਕੇ ਜਿਹੜੀ ਸ਼ੂਗਰ ਦੀ ਸੇਲ ਵੀ ਉਹ ਹੋਈ ਨਹੀਂ, ਟੈਂਡਰ ਲਾਏ 3-4 ਵਾਰੀ ਟੈਂਡਰ ਵੀ ਨਹੀਂ ਆਏ, ਤੇ ਉਹ ਜਿਹੜੀ CC ਲਿਮਟ ਸਾਡੀ 4 ਦਿਨ ਪਹਿਲਾਂ ਹੀ ਆਈ ਹੈ ਉਹਦੇ 'ਚੋਂ ਅਸੀਂ ਪੇਮੈਂਟ ਕਰ ਦੇਣਾ। ਪ੍ਰਾਈਵੇਟ ਸ਼ੂਗਰ ਮਿਲ ਦਾ ਵੀ 96 ਕਰੋੜ ਪਿਆ, ਉਹ ਉਸ ਬਾਰੇ ਵੀ ਦੇਖੋ ਮੈਨੂੰ ਤੇ ਗੁਰਦਾਸਪੁਰ ਵਾਲੀ ਦਾ ਜਿਹੜੀ ਕੀੜੀ ਅਫਗਾਨਾ ਦਾ ਉਹਦਾ ਜ਼ਰੂਰ ਮੈਂ DC ਨੇ ਇੰਟਰਸਟ ਸੀਗਾ। ਉਹਨਾਂ ਨੇ ਦਸੰਬਰ ਦੇ ਲਾਸਟ ਵਿੱਚ ਉਹ ਆਪਣੀ ਕੀੜੀ ਵਾਲਿਆਂ ਨੇ ਪੂਰੀ ਦੀ ਪੂਰੀ ਪੇਮੈਂਟ ਕਰ ਦਿੱਤੀ। ਜਿਹੜੀ ਕਿਸਾਨ ਯੂਨੀਅਨ ਨੇ 150 ਕਰੋੜ ਰੁਪਏ ਹੈਗਾ ਸਾਡਾ, ਤੇ ਇੱਕ ਸਭ ਤੋਂ ਵੱਡੀ ਗੱਲ ਇਹ 1 ਮਹੀਨਾ ਹੋ ਗਿਆ ਉਹਦੇ 'ਚ ਸਾਡਾ 100 ਕਰੋੜ, ਫੀਸ ਹੋਇਆ ਗੰਨੇ ਦਾ। ਉਹਦੇ 'ਚੋਂ ਸਾਡਾ 100 ਕਰੋੜ ਜਿਹੜਾ ਸਾਡੇ ਕੋਆਪਰੇਟਿਵ ਦਾ ਅਸੀਂ ਬੁੱਧਵਾਰ ਤੱਕ ਉਹਨੂੰ ਕਲੀਅਰ ਕਰ ਦਿੱਤਾ। ਇੱਕ ਗੰਨੇ ਦਾ ਡੇਟ ਦੀ ਫਿਕਸ ਹੋਇਆ। ਉਹਦੇ ਗੰਨੇ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਉਹਦੇ ਚੇਅਰਮੈਨ ਨੇ, ਐਗਰੀਕਲਚਰ ਮਿਨਿਸਟਰ ਨੇ, ਮੈਂ ਵੀ ਜਿਵੇਂ ਪ੍ਰਾਈਵੇਟ ਮਿਲਾਂ ਵਾਲੇ ਮੈਂਬਰ ਨੇ ਉਹਦੇ 'ਚ ਮੈਂ ਵੀ ਇੱਕ ਮੈਂਬਰ ਹੈ। ਜਿਸ ਦਿਨ ਮੀਟਿੰਗ ਰੱਖਣਗੇ ਉਹ ਜੋ ਡਿਸਾਈਡ ਕਰਨਗੇ। ਕਿਸਾਨ ਸਰ ਆਪਣਾ ਪ੍ਰਾਈਵੇਟ ਜ਼ਿਲ੍ਹਾ ਦਾ ਪੂਰਾ ਕਲੀਅਰ ਹੈ ਸਮੇਂ ਤੁਹਾਡੇ ਮੈਂ ਸਿਰਫ ਇੱਕ ਦੀ ਕਹੀ ਹੈ ਕਿ ਜਿਹਦੇ 'ਚ ਉੱਥੇ ਬਹਿੰਦੇ ਸੀ, ਮੇਰਾ ਆਪਣਾ ਡਿਸਟ੍ਰਿਕਟ ਸੀਗਾ ਤੇ ਉਹਦੇ 'ਚ ਮੈਂ ਵੀ ਇਨਵੋਲਵ ਹੋਇਆ ਸੀ, ਤੇ ਮੈਂ ਕਿਹਾ ਕਿ ਪੇਮੈਂਟ ਕਰੋ। ਉਹਦੀ ਮੈਂ ਤੱਕ ਬੜੇ ਜਦੋਜਦ ਕਰਕੇ ਇੱਕ ਮੈਂ ਉਹਨੂੰ ਕਰਾਈ, ਬਾਕੀ ਕਿਉਂਕਿ ਮੈਂ ਆਪ ਪੇਮੈਂਟ ਦੇਣੀ ਆ ਜੀ, ਤੇ ਮੈਂ ਦੂਸਰੇ ਨੂੰ ਕਹੀ ਜਾਵਾਂ ਤੇ ਆਪ ਦਵਾਂ ਨਾ, ਜੇ ਤਾਂ ਮੈਂ ਆਪ ਕਰ ਲਾਂਗਾ ਉਸ ਦਿਨ ਮੈਂ ਤੁਹਾਡਾ ਉਹ ਵੀ ਜਵਾਬ ਦੇ ਦਾਂਗਾ। ਸਰ ਕਿਸਾਨਾਂ ਵੱਲੋਂ ਚੇਤਾਵਨੀ ਜਾਰੀ ਹੋਈ ਹੈ ਕਿ ਜੇਕਰ ਗੰਨੇ ਦਾ ਰੇਟ ਫਿਕਸ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਊਗਾ। ਦਿੱਲੀ ਮੋਰਚੇ ਮੇਰੇ ਖਿਆਲ 'ਚ ਰੇਟ ਵਧਾਉਣ ਦੀ ਬਜਾਏ ਉਹਨਾਂ ਨੂੰ ਇੱਕ ਕਹਿਣਾ ਚਾਹੀਦਾ ਕਿ ਪੰਜਾਬ 'ਚ ਗੰਨੇ ਦੀ ਪੈਦਾਵਾਰ ਕਿਵੇਂ ਵਧਾਉਣੀ ਹੈ, ਇਹਦਾ ਝਾੜ ਕਿਵੇਂ ਵਧਾਉਣਾ। ਆਪਾਂ 10 ਰੁਪਏ ਇਹਦਾ ਜੇ ਰੇਟ ਵਧਾਉਂਦੇ ਆ ਤੇ 2500 ਰੁਪਏ ਕਿੱਲੇ ਦਾ
ਰੇਟ ਵਧੇਗਾ। ਤੇ ਜੇ ਇਸੇ ਝਾੜ ਨੂੰ ਅਸੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 15/023 ਉੱਥੋਂ ਦਾ ਹਰਿਆਣੇ ਵਾਲੇ, ਜਿਵੇਂ ਕੱਲ੍ਹ ਸਾਨੂੰ ਸੀਡ ਦਾ ਕਰਕੇ ਗਏ ਨੇ, ਸਾਡੇ ਨਾਲ ਐਗਰੀਕਲਚਰ ਯੂਨੀਵਰਸਿਟੀ ਨੇ ਅਪਰੂਵ ਕਰ ਦਿੱਤਾ। ਜੇ ਅਸੀਂ ਇਹਨੂੰ ਹੀ 500 ਟਨ ਤੱਕ ਲੈ ਜਾਂਦੇ ਹਾਂ ਤੇ ਇਹਦਾ ਰੇਟ ਵੀ ਵਧਾ ਦਿੰਦੇ ਹਾਂ, ਤੇ ਅਸੀਂ ਕਿਸਾਨ ਦੀ ਬਹੁਤ ਵੱਡੀ ਹੈਲਪ ਕਰਾਂਗੇ। ਜਿਹੜਾ ਕਲਾਨੌਰ ਵਾਲਾ ਲੱਗ ਰਿਹਾ ਕੇਨ ਰਿਸਰਚ ਸੈਂਟਰ, ਉਹ ਇਸੇ ਚੀਜ਼ ਦੇ ਵਿੱਚ ਹੈ। ਜਿੱਥੇ ਜਿੱਥੇ ਸਾਡੀਆਂ ਆਪਣੀਆਂ ਕੋਆਪਰੇਟਿਵ ਸ਼ੂਗਰ ਮਿਲਾਂ ਦੀ ਜ਼ਮੀਨ ਪਈ ਆ, ਉਹਨਾਂ ਦੇ ਵਿੱਚ ਵੀ ਅਸੀਂ ਇਮੀਡੀਏਟਲੀ ਉਹ ਗੰਨਾ ਲਵਾਉਣਾ ਸਟਾਰਟ ਕਰ ਦਿੱਤਾ। ਜੇਲ੍ਹ ਡਿਪਾਰਟਮੈਂਟ ਆ ਜੀ। ਅਗਲਾ ਕਰ ਲਈਏ ਹੈ। ਜੇਲ੍ਹ ਵੱਖਰਾ ਰੱਖਾਂ, ਮੈਂ ਵੱਖਰੀ ਰੱਖਾਂ। ਮੇਰੀ ਗੱਲ ਸੁਣ ਲਓ, ਜੇਲ੍ਹ ਦੀ ਰੋਟੀ ਖਾਣਾ ਚਾਹੁੰਦੇ ਨੇ, ਜੇਲ੍ਹ ਦੀ ਵੱਖਰੀ ਕਰੀਏ। ਚਲੋ ਚਲੋ ਠੀਕ ਹੈ, ਸਾਰੇ ਕਹਿੰਦੇ ਆ। ਕੋਈ ਆਪਣੇ ਵਾਕਿਆ ਤੁਹਾਡਾ ਫੇਵਰੇਟ ਡਿਪਾਰਟਮੈਂਟ ਹੈ ਜੇਲ੍ਹ। ਤੇ ਨੈਕਸਟ ਟਾਈਮ ਰੱਖ ਲਈਏ, ਇਹ 12 ਰੱਖ ਲਈਏ ਜੀ। ਚਲੋ ਜੀ, ਮੈਂ ਲੋਹੜੀ ਦੇ ਬਾਅਦ ਰੱਖ ਲਓ। ਇਹ ਥੋੜਾ ਜਿਹਾ ਬੋਲ ਲੈਣ ਜੀ। ਸਾਡੇ ਤੇਲੰਗਾਨਾ ਤੋਂ ਆਏ ਨੇ DGP, ਅਸੀਂ ਆਪਣੇ ਕੰਸਲਟੈਂਟ ਰੱਖਿਆ। ਇਹ ਆਫ ਦਾ ਰਿਕਾਰਡ ਹੀ ਸੁਣ ਲਓ। ਇਹ ਉਦੋਂ ਇਹਨਾਂ ਨੂੰ ਭੁਲਾਇਆ ਨਹੀਂ ਜਾਣਾ ਜੋ ਅਸੀਂ ਸਰਚ ਕਰ ਰਹੇ ਹਾਂ। ਪੰਜਾਬ ਇੰਟਰੋਡਿਊਸ ਕਰਾ। ਮੇਰੇ ਸੱਜੇ ਪਾਸੇ ਸ਼੍ਰੀ VK ਸਿੰਘ। ਸਾਰੇ ਔਨ ਨੇ, ਆਫ ਦਾ ਰਿਕਾਰਡ ਕਿਵੇਂ ਹੋਈ? ਉਹ ਚਲੋ ਕੈਮਰੇ ਨਹੀਂ ਕਰ ਲਓ ਸਰ। ਮੀਟਿੰਗ ਹੈਗੀ ਹੈ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ, ਉਸ ਤੇ ਗੱਲ ਨਿਕਲ ਕੇ ਆ ਰਹੀ ਹੈ ਵੀ ਕੇਂਦਰ ਸਰਕਾਰ ਇਹ ਕਰਨ ਜਾ ਰਹੀ ਹੈ ਵੀ ਸਟੇਟਾਂ ਨੂੰ ਅਧਿਕਾਰ ਦੇ ਰਹੀ ਹੈ, ਜਿਹੜੀ ਸਟੇਟ ਲਾਗੂ ਕਰਨਾ ਚਾਹਦੀ ਹੈ ਲਾਗੂ ਕਰੇ, ਜਿਹੜੀ ਨਹੀਂ ਕਰਨਾ ਚਾਹਦੀ ਨਾ ਲਾਗੂ ਕਰੇ। ਕੁਝ ਇਹੀ ਪ੍ਰਪੋਜ਼ਲ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਤੇ ਉਹਦੇ 'ਚ ਗਵਰਨਮੈਂਟ ਫਿਰ ਇੰਡੀਆ ਦਾ ਜਿਹੜੀ MSP ਦਾ ਉਹ ਕਿਵੇਂ ਡਿਸਾਈਡ ਕੀਤਾ ਜਾਏਗਾ? MSP ਤੇ ਗਵਰਨਮੈਂਟ ਆਫ ਇੰਡੀਆ ਨੇ ਦੇਣਾ, ਤੇ ਜੇ ਸਾਡੀ ਸਟੇਟ ਨਹੀਂ ਚਾਹੁੰਦੀ ਲਾਗੂ ਕਰਨਾ ਤਾਂ ਉਹ MSP ਦੀ ਇੰਸ਼ੋਰੈਂਸ ਦੇਣਗੇ। ਚੀਜ਼ਾਂ ਤੇ ਇਹ ਦੇਖਣ ਵਾਲੀਆਂ ਨੇ। ਇੱਕ ਮੈਂ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ ਕਿ 1936 ਵਿੱਚ ਮੇਰਾ ਖਿਆਲ ਕਿਸਾਨ ਉਦੋਂ ਚੱਲਿਆ ਸੀ ਅੰਗਰੇਜ਼ਾਂ ਦੇ ਟਾਈਮ ਅੰਮ੍ਰਿਤਸਰ 'ਚ। ਨਹੀਂ, ਇੱਕ ਉਹਦੇ ਬਾਅਦ ਵੀ ਚੱਲਿਆ ਸੀ। ਉਦੋਂ ਜਦੋਂ ਚੱਲਿਆ ਸੀਗਾ ਉਹ 9 ਮਹੀਨੇ ਚੱਲਿਆ ਸੀ। ਪਗੜੀ ਸੰਭਾਲ ਜੱਟਾ, ਉਹਦੇ 'ਚ ਅੰਗਰੇਜ਼ਾਂ ਨੂੰ ਵੀ ਝੁਕਣਾ ਪੈ ਗਿਆ ਸੀ। ਤੇ ਹੁਣ ਕਾਲੇ ਅੰਗਰੇਜ਼ ਹੀ ਨਹੀਂ ਝੁਕਦੇ, ਕੀ ਕਰੀਏ? ਕਾਲੀ ਦਾ ਖਰਾਬ ਆ ਜੀ, ਸਰ ਕਹਿਣੇ ਨਹੀਂ ਮੰਨਦੇ ਜੀ। ਗੋਰੇ ਤੇ ਫੇਰ ਝੁਕ ਗਏ ਸੀ। ਉਹ ਵੀ 9 ਮਹੀਨੇ ਬਾਅਦ ਝੁਕੇ ਸੀ। ਨਹੀਂ, ਅੱਜ ਤਾਂ ਇਹ 4 ਹੋ ਗਏ। ਨਹੀਂ, ਵੇਖੋ ਜਿਹੜੇ ਫਾਰਮਰਸ ਉੱਥੇ ਬੈਠੇ ਆ, ਉਹਨਾਂ ਨੂੰ ਹੈ ਹੀ ਨਹੀਂ। ਮੇਰੇ ਆਪਣੇ ਇਲਾਕੇ ਦਾ ਇੱਕ ਗਿੱਲਾਂ ਵਾਲੀ ਪਿੰਡ ਦਾ ਕਿਸਾਨ ਉੱਥੇ ਵਿਚਾਰਾ ਸ਼ਹਾਦਤ ਪਾ ਗਿਆ। ਤੇ ਉਸ ਘਰ ਦੇ ਜੋ ਹਾਲਾਤ ਨੇ ਬਾਕੀ ਬਹੁਤ ਹੀ ਮਾੜੇ। 1 ਏਕੜ ਜ਼ਮੀਨ, ਸਾਰਾ ਪਰਿਵਾਰ ਉੱਥੇ ਗਿਆ। ਤੇ ਜੇ ਇਹਨੂੰ ਅੰਨਦਾਤਾ ਕਹਿੰਦੇ ਆ, ਇਸੇ ਅੰਨਦਾਤਾ ਕੋਲੋਂ ਲੈ ਕੇ ਅਸੀਂ ਲੰਗਰ ਲਾਉਂਦੇ ਹਾਂ। ਤੇ ਜੇ ਮੋਦੀ ਸਾਹਿਬ ਲੰਗਰਾਂ ਵਾਲਿਆਂ ਨੂੰ ਇੱਕ ਥੋੜੀ ਬਹੁਤੀ ਰਾਹਤ ਦੇ ਦੇਣ, ਮੇਰਾ ਖਿਆਲ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੋਏਗੀ। ਕੋਈ ਬੰਦਾ ਤਾਂ ਨਹੀਂ ਤੁਹਾਡਾ ਜੇਲ੍ਹ 'ਚ? ਅਰਸੀ ਸਾਹਿਬ ਜੇਲ੍ਹ ਦੀ। ਚਲੋ ਆ ਜਾਓ ਜੀ, ਇਹ ਪਹਿਲਾਂ ਤੁਹਾਡੇ ਨਾਲ ਕਰਦੇ ਆ ਜੀ। ਅਸੀਂ ਬੜੀ ਚੰਗੀ ਖੁਸ਼ਕਿਸਮਤੀ ਹੈ ਕਿ ਮੈਂ ਤੁਸੀਂ ਸਾਰਿਆਂ ਨੂੰ ਅੱਜ ਸਾਡੇ ਕੋਲ ਮਿਸਟਰ VK ਸਿੰਘ, ਜਿਹੜੇ ਕਿ 87 ਬੈਚ ਦੇ IPS ਅਫਸਰ ਨੇ ਤੇਲੰਗਾਨਾ ਕਾਡਰ ਦੇ। ਇਹਨਾਂ ਨੂੰ ਸ਼੍ਰੇਅ ਜਾਂਦਾ ਹੈ। ਇੱਕ ਬਹੁਤ ਵੱਡਾ ਰੋਲ ਇਹਨਾਂ ਨੇ ਅਗਰ ਤੇਲੰਗਾਨਾ ਸਟੇਟ ਦੇ ਪ੍ਰਿਜ਼ਨਸ ਦੀ ਪ੍ਰਿਜ਼ਨ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ, ਪ੍ਰਿਜ਼ਨਸ ਦੀ ਕੰਡੀਸ਼ਨ ਦੀ ਗੱਲ ਕਰੀਏ, ਔਰ ਪ੍ਰਿਜ਼ਨ ਇੰਡਸਟਰੀਜ਼ ਨੂੰ ਐਕਟੀਵੇਟ ਕਰਨ ਦੀ ਗੱਲ ਕਰੀਏ, ਤੇ ਉਹਦੇ ਵਿੱਚ ਸਰ ਨੇ ਇੱਕ ਵੱਡਾ ਰੋਲ ਪਲੇ ਕੀਤਾ ਹੈ। ਇਹ 4 ਸਾਲ ਕਰੀਬਨ 4 ਸਾਲ ਪ੍ਰਿਜ਼ਨ ਐਜ਼ ADGP ਪ੍ਰਿਜ਼ਨ ਰਹੇ ਨੇ ਤੇਲੰਗਾਨਾ ਸਟੇਟ ਦੇ ਵਿੱਚ। ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹਨਾ। ਤੇਲੰਗਾਨਾ ਸਟੇਟ ਦੇ ਵਿੱਚ ਕਰੀਬ
ਐਵਰੇਜ 6000 ਪ੍ਰਿਜ਼ਨਰਸ ਨੇ 6-6500 ਪੰਜਾਬ ਸਟੇਟ 'ਚ ਐਵਰੇਜ ਕੋਵਿਡ ਪ੍ਰੀ ਕੋਵਿਡ ਫਿਗਰ ਦੀ ਗੱਲ ਕਰ ਰਿਹਾ ਮੈਂ 24000 ਦੇ ਨੇੜੇ ਤੇੜੇ ਰਹਿੰਦਾ ਸੀ 4 ਟਾਈਮਸ ਪ੍ਰਿਜ਼ਨਰਸ ਹੈ ਇਹਨਾਂ ਤੇਲੰਗਾਨਾ 'ਚ ਕਰੀਬ 1900 ਕਨਵਿਕਟਸ ਹੁੰਦੇ ਨੇ ਸਾਡੇ ਕੋਲ 30% ਕਨਵਿਕਟਸ ਹੈ ਤੇ ਕੋਈ 7,500-8,000 ਦੇ ਆਸ-ਪਾਸ ਕਨਵਿਕਟਸ ਹੁੰਦੇ ਸਾਡਾ ਜਿਹੜਾ ਜੇਲ ਫੈਕਟਰੀਜ਼ ਓਵਰ ਦ ਇਅਰਸ ਐਕਟੀਵੇਟ ਨਹੀਂ ਹੋ ਪਾਇਆ due to procedural issues, organizational issues. तेलंगाना ने एक अच्छा एक्सपेरिमेंट किया सी प्रिजन डेवलपमेंट बोर्ड का और सिर्फ फिगर के तौर पे उस तो बाद तुम्हारे सवाल अगर कुछ होंगे तो सर देंगे बट मंत्री जी मैं उस तो पहले रिक्वेस्ट करांगा कि जेडे की अचीवमेंट्स ने ਉਹਦੇ ਬਾਰੇ ਗੱਲ ਕਰ ਲਈਏ ਤੇ पंजाब ਦਾ ਜਿਹੜਾ फैक्ट्रीज ਦਾ टर्नओवर है it is around between 1 to 1.5 crores ਬਸ ਨਹੀਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਤੇਲੰਗਾਨਾ ਪ੍ਰਿਜ਼ਨਸ ਜਿਹੜਾ ਕਿ 1/4 ਸਾਈਜ਼ ਹੈ ਪੰਜਾਬ ਦਾ ਕਿਸੇ ਨੇ ਕੋਈ ਗੈਸ ਕਰੋ ਕਿੰਨਾ ਹੋਏਗਾ ਕੋਈ ਫਿਗਰ ਦੱਸੋ ਪੰਜਾਬ ਦਾ 1.5 ਕਰੋੜ ਮਾਰ ਲਓ 1.25 ਕਰੋੜ ਤੋਂ 1.5 ਕਰੋੜ ਤੇ ਤੇਲੰਗਾਨਾ ਦਾ ਕਿੰਨਾ ਹੋਣਾ ਚਾਹੀਦਾ ਸਾਰੇ ਪੁਲਿਸ ਦੇ ਸਾਹਮਣੇ ਗੈਸ ਕਿਵੇਂ ਕਰੀਏ ਤੁਸੀਂ ਤਾਂ ਬਣਾ ਹੀ ਲੈ ਕੋਈ ਨਹੀਂ it is इस साल ਦਾ ਟਰਨਓਵਰ ਟੂ ਦਾ ਟਿਊਨ ਆਫ ਅਰਾਊਂਡ 600 ਕਰੋੜ ਹੈ ਜਿਹਦੇ ਵਿੱਚ 550 ਕਰੋੜ ਟਰਨਓਵਰ ਹੈ ਪੈਟਰੋਲ ਪੰਪਸ ਦਾ 50 ਕਰੋੜ ਹੈ ਫੈਕਟਰੀਜ਼ ਦਾ ਜਿਹੜਾ ਜੇਲ੍ਹ ਦੇ ਅੰਦਰ ਚੱਲ ਰਿਹਾ ਠੀਕ ਹੈ ਸੋ ਉਹ इन ਚੀਜ਼ਾਂ ਨੂੰ ਐਕਟੀਵੇਟ ਕਰਨ ਲਈ ਆਪਾਂ ਵੀ ਬਹੁਤ ਯਤਨ ਕਰ ਰਹੇ ਦੈਟ ਇਜ਼ ਵੀ ਆਰ ਟੇਕਿੰਗ ਐਸ ਤੇਲੰਗਾਨਾ ਦੇ ਮਾਡਲ ਨੂੰ ਲਾਉਣ ਲਈ ਉਹਦੇ ਬਾਰੇ ਮੰਤਰੀ ਜੀ ਆਗੇ ਬਰੀਫ ਕਰਨ ਜਿਸ ਵੇਲੇ ਮੈਂ ਟੇਕ ਓਵਰ ਕੀਤਾ ਜੇਲ੍ਹ ਡਿਪਾਰਟਮੈਂਟ ਤੇ ਜੇਲ੍ਹ ਮੰਤਰੀ ਕਰਕੇ ਮੈਨੂੰ ਜ਼ਿਆਦਾ ਜਾਣਦੇ ਨੇ ਮੇਰਾ ਸੀਗਾ ਕਿ ਜਿਹੜੇ ਜੇਲ੍ਹ ਦੇ ਵਿੱਚ ਨੇ ਉਹ ਕ੍ਰਿਮੀਨਲੀ ਨਾ ਬਣ ਕੇ ਨਿਕਲ ਜਿਵੇਂ ਇਹਨਾਂ ਦੀ ਉਸ ਵੇਲੇ ਤੋਂ ਅਸੀਂ ਵੀਪੀ ਸਿੰਘ ਉਹਨਾਂ ਨਾਲ ਇਨ ਟੱਚ ਹੋ ਗਿਆ ਮੈਂ ਇਹਨਾਂ ਨੇ ਕਿਹਾ ਕਿ ਸਾਡੀ ਜੇਲ੍ਹ ਆ ਕੇ ਦੇਖੋ ਤੇ ਨਾਲ ਹੀ ਇਹਨਾਂ ਨੇ ਮੈਂ ਕਿਹਾ ਕਿ ਸੀਐਮ ਸਾਹਿਬ ਨੂੰ ਦਿਖਾਈਏ ਕਿਉਂਕਿ ਉਹਨਾਂ ਸਾਰਿਆਂ ਨੇ ਉਹਨੂੰ ਕਰਨਾ ਤੇ ਜਿਸ ਵੇਲੇ ਉਹਨਾਂ ਪ੍ਰੈਜੈਂਟੇਸ਼ਨ ਦਿੱਤੀ ਉਹਨਾਂ ਨੇ ਇਮੀਡੀਏਟਲੀ ਅਪਰੂਵ ਕਰ ਦਿੱਤਾ ਕਿ ਇਹਨਾਂ ਨੂੰ ਇੰਪਲੀਮੈਂਟ ਕਰ ਦਿਓ ਉਹ ਸਾਰੀ ਚੀਜ਼ਾਂ ਅਸੀਂ ਜੇਲ੍ਹ ਬੋਰਡ ਕੈਬਨਿਟ ਨੇ ਵੀ ਅਪਰੂਵ ਕਰ ਦਿੱਤਾ ਜੇਲ੍ਹ ਬੋਰਡ ਸਾਡਾ ਬਣ ਗਿਆ ਉਹਦੇ 'ਚ ਮੈਂਬਰਸ ਵੀ ਬਣ ਗਏ ਨੇ 2 ਅਸੀਂ ਐਕਟ ਪਾਸ ਹੋ ਗਿਆ ਸਰ ਐਕਟ ਪਾਸ ਹੋ ਗਿਆ ਰੂਲ ਸਾਡੇ ਫਰੇਮ ਹੋ ਗਏ ਸਾਰਾ ਕੁਝ ਸਾਡਾ ਬਣ ਗਿਆ ਉਹਦੇ 2 ਮੈਂਬਰ ਅਸੀਂ ਨਾਨ ਆਫੀਸ਼ੀਅਲ 2 ਮੈਂਬਰ ਲਏ ਨੇ ਇੱਕ ਤੇ ਸਬੰਧ ਭਲਾ ਟਰਸਟ ਵਾਲੇ SPS ਸਬਰਾਈ ਕਿਉਂਕਿ ਉਹਨਾਂ ਪਹਿਲਾਂ ਜੇਲ੍ਹਾਂ ਦੇ ਵਿੱਚ ਕਾਫੀ ਕੁਝ ਸਾਨੂੰ ਪ੍ਰੋਵਾਈਡ ਕਰਾਇਆ ਸੀ ਤੇ ਨਾਲ ਦੂਸਰੇ ਮੋਨਕਾ ਧਵਨ ਨੇ ਦਿੱਲੀ ਤੋਂ ਡਾਇਰੈਕਟਰ ਇੰਡੀਆ ਵਿਜ਼ਨ ਫਾਊਂਡੇਸ਼ਨ ਉਹਨਾਂ ਨੂੰ ਅਸੀਂ ਲਿਆਂਦਾ ਇਹ ਸਾਡੇ 2 ਅਸੀਂ ਐਡਵਾਈਜ਼ਰ ਲਏ ਨੇ ਇੱਕ ਵੀਪੀ ਸਿੰਘ ਜੀ ਇੱਕ ਧੀਰਜ ਸ਼ਰਮਾ ਵੀਕੇ ਸਿੰਘ ਔਰ ਧੀਰਜ ਸ਼ਰਮਾ ਇਹ 2 ਅਸੀਂ ਇਹਦੇ 'ਚ ਐਡਵਾਈਜ਼ਰ ਜਿਹੜੇ ਲਏ ਨੇ ਕਿ ਜਿਹੜੇ ਸਾਨੂੰ ਐਡਵਾਈਜ਼ ਕਰਨਗੇ ਜੇਲ੍ਹਾਂ ਜਿਹੜੀਆਂ ਨੇ ਜੇ ਕੋਵਿਡ 'ਚ ਆਪਾਂ ਗੱਲ ਕਰ ਲਈਏ ਉਹਦੇ ਵਿੱਚ ਸਾਡੇ ਕੋਲ ਜਿਹੜੀਆਂ ਨੇ 6 ਜੇਲ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਬਣਾਇਆ 7 ਜੇਲ੍ਹਾਂ ਨੂੰ ਨਵੇਂ ਜਿਹੜੇ ਆਉਂਦੇ ਸੀਗੇ ਪੇਸ਼ੈਂਟ ਨਵੇਂ ਕੈਦੀ ਆਉਂਦੇ ਸੀ ਉਹਨਾਂ ਨੂੰ ਪਹਿਲਾਂ ਉੱਥੇ 14 ਦਿਨ ਲਈ ਕੁਆਰੰਟਾਈਨ ਕੀਤਾ ਜਾਂਦਾ ਸੀ ਉਹਦੇ ਬਾਅਦ ਉਹਨਾਂ ਨੂੰ ਦੂਸਰੇ ਸੈੱਲ ਜਾਂ ਜੇਲ੍ਹ ਦੇ ਵਿੱਚ ਭੇਜਣ ਤੋਂ ਪਹਿਲਾਂ ਵੀ ਉਹਨਾਂ ਨੂੰ ਫਿਰ 14 ਦਿਨ ਕੁਆਰੰਟਾਈਨ ਕੀਤਾ ਜਾਂਦਾ ਸੀ ਸੈਪਰੇਟ ਕੀਤਾ ਸੀ ਆਈਸੋਲੇਸ਼ਨ 'ਚ ਰੱਖਿਆ ਜਾਂਦਾ ਸੀ 13 ਜੇਲ੍ਹ ਖਾਲੀ ਕਰਾਏ ਗਏ 13 ਜੇਲ੍ਹ ਖਾਲੀ ਕਰਾਏ ਗਏ ਔਰ ਉਹਨਾਂ 'ਚ ਲਾ ਕੇ ਫਿਰ ਆਪਾਂ ਸ਼ਿਫਟ ਕੀਤੇ ਗਏ ਤੇ ਉਹਦੇ 'ਚ ਮੇਰੇ ਖਿਆਲ 7 ਤੋਂ 8000 ਇਹਨਾਂ ਪੇਸ਼ੈਂਟ ਇਹਨਾਂ ਛੱਡੇ ਕੈਦੀ ਆਪਾਂ 7000 ਅਸੀਂ ਜਿਹੜੇ ਉਹਨਾਂ ਨੂੰ ਪੈਰੋਲ ਤੇ ਭੇਜਿਆ ਤਾਂ ਕਿ ਉੱਥੇ ਜਾ ਸਕਣ ਇਸੇ ਤਰ੍ਹਾਂ ਇੰਟਰਿਮ ਬੇਲ ਮਿਲਾ ਕੇ 4 ਜੇਲ੍ਹਾਂ ਦੇ ਵਿੱਚ ਸਾਡੇ ਕੋਲ CRPF ਆ ਨਵੀਆਂ ਜਿਹੜੇ 14 ਦਿਨ ਉੱਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਮਾਸਕ ਸੈਨੀਟਾਈਜ਼ਰ PPE ਕਿੱਟਾਂ ਸਾਰੀਆਂ ਜੇਲ੍ਹਾਂ ਜਿੰਨੀ ਚਾਹੀਦੀ ਸੀ ਉਹ ਅਸੀਂ ਪ੍ਰੋਵਾਈਡ ਕਰਾ ਦਿੱਤੀ ਤੇ ਜਿਹੜੀ ਫਿਜ਼ੀਕਲ ਮੁਲਾਕਾਤ ਸੀ ਉਹ ਬੰਦ ਕਰ ਦਿੱਤੀ ਉਹ ਉਹਨਾਂ ਨੂੰ WhatsApp ਤੇ ਵੀ ਕਰ ਸਕਦੇ ਨੇ ਉਹ ਸਾਡਾ
ਅੰਦਰੋਂ ਜੇਲ੍ਹ ਡਿਪਾਰਟਮੈਂਟ ਉਹਨਾਂ ਦੀ ਪਰਿਵਾਰ ਦੇ ਨਾਲ ਗੱਲ ਕਰਾਉਂਦਾ ਤੇ ਉਹਨਾਂ ਨੂੰ ਆਨਲਾਈਨ ਜਿਹੜਾ ਈ-ਪਰਸ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਦੀ ਵੀ ਉਹ ਕਰਵਾ ਦਿੱਤੀ ਹੈ। 38,000 ਤੋਂ ਵੱਧ ਕੈਦੀਆਂ ਨੂੰ 100% ਉਹਨਾਂ ਦੀ ਕੀਤੀ ਜਾਂਦੀ ਆ, ਟੈਸਟਿੰਗ ਕੀਤੀ ਜਾਂਦੀ ਹੈ ਤੇ ਉਹਦੇ ਵਿੱਚੋਂ 38,000 ਕੈਦੀਆਂ ਚੋਂ ਜਿਹੜੀ ਟੈਸਟਿੰਗ ਕੀਤੀ ਉਹਦੇ 'ਚ 2,000 ਜਿਹੜਾ ਕੈਦੀ ਸੀ ਉਹ ਪੋਜ਼ਿਟਿਵ ਪਾਇਆ ਗਿਆ। 13 ਜੇਲ੍ਹਾਂ ਵਿੱਚ ਅਸੀਂ ਜਿਹੜੇ ਹਾਈ ਸਿਕਿਉਰਿਟੀ 2000 से पिछले 8 महीने 8 ਮਹੀਨਿਆਂ 'ਚ ਜਿਹੜੀ 8 ਮਹੀਨਿਆਂ 'ਚ 38,000 ਦੇ ਵਿੱਚੋਂ 2,000 ਕਦੀ ਕਿਸੇ ਮਹੀਨੇ ਕੋਈ ਜਾਂ ਦਿਨ 'ਚ ਕਦੀ 4 ਆ ਗਏ, ਕਦੀ 5 ਆ ਗਏ, ਇਹ ਨਹੀਂ ਕੋਈ ਇਹਦੇ ਤੋਂ ਜ਼ਿਆਦਾ ਜਾਂ 10 ਆ ਗਏ ਸਾਰੀਆਂ ਜੇਲ੍ਹਾਂ 'ਚੋਂ। ਇੱਦਾਂ ਕਰਕੇ 38,000 ਟੈਸਟ ਹੋਇਆ, ਉਹਦੇ 'ਚੋਂ ਸਿਰਫ 2,000 ਜਿਹੜਾ ਪੋਜ਼ਿਟਿਵ ਨਿਕਲਿਆ ਔਰ ਉਹਦੇ 'ਤੇ ਵੀ ਅਸੀਂ ਜਲਦੀ ਕੰਟਰੋਲ ਕਰ ਲਿਆ। 13 ਜੇਲ੍ਹਾਂ ਦੇ ਵਿੱਚ ਸਾਡੇ ਹਾਈ ਸਿਕਿਉਰਿਟੀ ਜ਼ੋਨ ਨੇ ਜਿਨ੍ਹਾਂ ਦੇ ਵਿੱਚ ਗੈਂਗਸਟਰ ਬੰਦ ਕੀਤੇ ਨੇ ਜਾਂ ਹੋਰ ਵੱਖ-ਵੱਖ ਜਿਹੜੇ ਕ੍ਰਿਮੀਨਲ ਬੰਦੇ ਜਿਹੜੇ ਨੰਬਰ 1 ਕੈਟਾਗਰੀ ਦੇ ਉਹ ਉਹਨਾਂ 'ਚ ਬੰਦ ਕੀਤੇ ਨੇ। ਪਿਛਲੇ 4 ਸਾਲਾਂ ਦੇ ਵਿੱਚ ਅਸੀਂ 735 ਵਾਰਡਰ ਤੇ 87 ਮੈਟਰਨ ਜਿਹੜੀਆਂ ਲੇਡੀ ਨੇ ਉਹ ਭਰਤੀ ਕੀਤੀਆਂ ਨੇ। 2017 'ਚ 525 ਵਾਰਡਰ ਕੀਤੇ ਸੀ, ਮੈਂ ਤੁਹਾਨੂੰ ਦੱਸਦਾ। 32 ਜਿਹੜੇ ਮੈਟਰਨ ਭਰਤੀ ਕੀਤੇ ਨੇ। 18 'ਚ ਅਸੀਂ ਕੀਤੇ ਸੀ 210। ਮੇਰੇ ਖਿਆਲ 10-15 ਸਾਲਾਂ 'ਚ ਪਹਿਲੀ ਵਾਰ ਭਰਤੀ ਹੋਈ ਹੈ। 15 ਸਾਲ ਬਾਅਦ ਜੇਲ੍ਹ ਡਿਪਾਰਟਮੈਂਟ ਜੇਲ੍ਹਾਂ ਬਹੁਤ ਵੱਡੀਆਂ ਬਣ ਗਈਆਂ। ਜਿਹੜੀ ਜੇਲ੍ਹ ਮੇਰੇ ਖਿਆਲ ਥੋੜ੍ਹੇ ਏਰੀਏ ਸੀਗੀ, ਹੁਣ ਜਿਵੇਂ ਨਵੀਂ ਜੇਲ੍ਹ ਗੋਇੰਦਵਾਲ ਸਾਹਿਬ ਅਸੀਂ ਵਿਜ਼ਿਟ ਕਰਕੇ ਆਏ ਹਾਂ, ਉਹਦੇ 'ਚ ਕਈ ਬਹੁਤ ਚੀਜ਼ਾਂ ਜਿਹੜੀਆਂ ਨੇ ਕਿ ਜੇ ਬਾਹਰਲੀਆਂ ਸਟੇਟਾਂ 'ਚ ਜਾਂ ਕੈਦੀਆਂ ਦੇ ਹਿਸਾਬ ਨਾਲ ਜਾਂ ਸਿਕਿਉਰਿਟੀ ਦੇ ਹਿਸਾਬ ਨਾਲ ਵੇਖਿਆ ਜਾਏ ਤੇ ਉਹਦੇ 'ਚ ਹੈ ਨਹੀਂ ਗਿਆ ਕਿ ਜਿਸ ਪਿਛਲੀ ਗਵਰਨਮੈਂਟ ਨੇ ਪਤਾ ਨਹੀਂ ਜ਼ਿਆਦਾ ਪਿਆਰ ਸੀਗਾ ਜਿਹੜੇ ਕ੍ਰਿਮੀਨਲਸ ਨੇ। ਜਿੱਥੇ ਫੈਕਟਰੀ ਹੋਣੀ ਚਾਹੀਦੀ ਆ ਉੱਥੇ ਬੈਰਕਾਂ ਬਣ ਗਈਆਂ, ਜਿੱਥੇ ਬੈਰਕਾਂ ਬਣਨੀਆਂ ਸੀ ਉੱਥੇ ਫੈਕਟਰੀ ਬਣਾ ਦਿੱਤੀ ਗਈ। ਹੁਣ ਜਿਹੜੀ ਆਊਟਰ ਬਾਉਂਡਰੀ ਦੇ ਨਾਲ ਜੇ ਅਸੀਂ ਬੈਰਕਾਂ ਬਣਾ ਦਈਏ ਉਹ ਮੇਰਾ ਨਹੀਂ ਖਿਆਲ ਕਿ ਉਹ ਕੋਈ ਵਧੀਆ ਚੀਜ਼ ਹੈ। ਹਮੇਸ਼ਾ ਜੇਲ੍ਹ ਇਨਸਾਈਡ ਹੋਣੀ ਚਾਹੀਦੀ ਆ, ਜਿਹੜੇ ਕੰਮ ਕਰਨ ਵਾਲੇ ਆਊਟਸਾਈਡ ਹੋਣੇ ਚਾਹੀਦੇ ਨੇ। ਉਹਦੇ 'ਚ ਉਹਨਾਂ ਨੂੰ ਉਹਦੇ ਦੇਖ ਕੇ ਚੇਂਜਿਸ ਕਰਨ ਲੱਗੇ ਆ। ਦੂਸਰੀ ਚੀਜ਼ ਜਿਹੜੀ ਮੈਂ ਉੱਥੇ ਹੈਦਰਾਬਾਦ ਜ਼ਿਲ੍ਹਾ 'ਚ ਤੇਲੰਗਾਨਾ ਜ਼ਿਲ੍ਹਾ 'ਚ ਦੇਖ ਕੇ ਆਇਆ, ਮੇਰਾ ਮੋਬਾਈਲ ਹੈ ਨਹੀਂ, ਮੈਂ ਤੁਹਾਨੂੰ ਦਿਖਾਉਣਾ ਸੀ। ਉਹਨੂੰ ਜੇਲ੍ਹ ਨਹੀਂ ਕਹਿ ਸਕਦੇ, ਉਹ ਜਿੱਦਾਂ ਦੇ ਫਿਲਮ ਸਟੂਡੀਓ ਨਹੀਂ ਹੁੰਦੇ ਬਣੇ, ਪਲਾਂਟੇਸ਼ਨ ਉਹਨਾਂ ਦੀ ਜਿਹੜੀ ਐਂਟਰੈਂਸ ਆ ਉਹੋ ਹੀ ਇਹੋ ਜਿਹਾ ਕਿ ਜਿਵੇਂ ਯੂਨੀਵਰਸਿਟੀ ਦੇ ਵਿੱਚ ਐਂਟਰ ਕਰ ਲੱਗੇ। ਤੇ ਮੇਰਾ ਇਹ ਨਹੀਂ ਖਿਆਲ ਕਿ ਜਿਹੜਾ ਉੱਥੇ ਜਾਏਗਾ ਜਿੱਦਾਂ ਦੀ ਇਹਨਾਂ ਦੀ ਉੱਥੇ ਮੈਂ ਦੇਖ ਕੇ ਆਇਆ ਕਿ ਅੰਦਰ ਲੈਂਡਸਕੇਪਿੰਗ ਦੀ ਜਿਹੜੀ ਅਸੀਂ ਇੱਥੇ 5-7 ਦਿਨ ਹੋਇਆ ਜਾ ਕੇ ਆਇਆ ਮੈਂ ਗੋਇੰਦਵਾਲ ਸਾਹਿਬ, ਨਾਲ ਐਗਰੀਕਲਚਰ ਯੂਨੀਵਰਸਿਟੀ 'ਚੋਂ ਮੈਂ ਲੈਂਡਸਕੇਪਿੰਗ ਕਰਨ ਵਾਲਾ ਵੀ ਲੈ ਕੇ ਗਿਆ ਔਰ ਉਹਦੀ ਸਾਨੂੰ ਮੇਰੇ ਕੋਲ ਤੁਹਾਨੂੰ ਆ ਗਈ, ਉਹਨੇ ਮੈਨੂੰ ਕਹਿੰਦਾ ਸੀ ਮੈਂ 90% ਪ੍ਰਪੋਜ਼ਲ ਉਹਦੀ ਆ ਗਈ ਆ। ਅਸੀਂ ਉਹ ਵੀ ਜੇਲ੍ਹ ਜਿਹੜੀ ਆ ਕਿ ਇਹ ਨਹੀਂ ਰੱਖਣਾ, ਜੇਲ੍ਹ ਨੂੰ ਜੇਲ੍ਹ ਨਹੀਂ ਰੱਖਣਾ, ਇਹ ਵੀ ਕਿ ਜਿਹੜੇ ਅੰਦਰ ਬੈਠੇ ਨੇ ਉਹਨਾਂ ਦਾ ਮਾਈਂਡ ਸੈਟ ਜਿਹੜਾ ਉਹਨੂੰ ਚੇਂਜ ਵੀ ਕਰਨਾ। ਉਹਨਾਂ ਨੂੰ ਅਸੀਂ ਇਹ ਵੀ ਚਾਹੁੰਦੇ ਕਿ ਉਹ ਕ੍ਰਾਈਮ ਨਾ ਕਰਨ, ਉਹਨਾਂ 'ਚ ਬਾਹਰ ਨਿਕਲਣ। ਜਿਵੇਂ ਉੱਥੇ ਸਾਨੂੰ ਕਿਸੇ ਨੇ ਬੈਠੇ ਹੀ ਕਈ ਕਿ ਜਿੰਨੀਆਂ ਜੇਲ੍ਹਾਂ ਨੇ ਫੈਕਟਰੀਜ਼ ਜਿਹੜੀਆਂ ਨੇ, ਕਿਉਂਕਿ ਗਵਰਨਮੈਂਟ ਵੱਲੋਂ ਬਹੁਤ ਨਹੀਂ ਸਾਨੂੰ ਹੁਣ ਅਸੀਂ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਕਹਿ ਕੇ ਸਾਡੇ ਨਾਲ ਪ੍ਰਾਈਵੇਟ ਪ੍ਰੋਜੈਕਟ 'ਚ ਆ ਜਾਓ ਕਿ ਤੁਸੀਂ ਆਪਣਾ ਮਸ਼ੀਨਰੀ ਅੰਦਰ ਫਿੱਟ ਕਰੋ, ਤੁਸੀਂ ਰॉ ਮਟੀਰੀਅਲ ਦਿਓ, ਸਾਡੇ ਨਾਲ ਤੁਸੀਂ ਉਹਨੂੰ ਪ੍ਰੋਫਿਟ ਬੇਸ 'ਤੇ ਸਾਡੇ ਨਾਲ ਉਹਨੂੰ ਕੀਤਾ ਜਾਵੇ। MOU ਸਾਈਨ ਜਿਹੜੇ ਅਸੀਂ ਬਹੁਤ ਜਲਦੀ ਸਟਾਰਟ ਕਰ ਲੱਗਿਆ। ਜਿਵੇਂ ਅੰਮ੍ਰਿਤਸਰ ਜੇਲ੍ਹ 'ਚ ਸਾਡੇ ਨਾਲ ਇੱਕ ਨਹੀਂ ਕੀਤਾ ਕਿ ਸਾਨੂੰ ਸਾਬਣ ਬਣਾਉਣ ਦਾ ਜਿਹੜਾ ਅੰਦਰ ਦੇ ਦਿੱਤਾ ਜਾਏ। ਇਹਨਾਂ ਦੀਆਂ ਜੇਲ੍ਹਾਂ 'ਚ ਉਹ ਆਪ ਸਾਬਣ ਬਣਾ ਰਹੇ ਨੇ, ਜਿਹੜੀ ਨਾਲ 600 ਕਰੋੜ ਦੀ ਟਰਨਓਵਰ ਦੱਸੀ ਉਹ ਗਵਰਨਮੈਂਟ ਦੀ ਹੈ। ਤੇ ਅਸੀਂ ਇਹ ਹੌਲੀ ਹੌਲੀ ਗ੍ਰੈਜੂਅਲੀ ਅਸੀਂ ਕਰ ਰਹੇ ਹਾਂ ਕਿ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਫੈਕਟਰੀ ਸਿਸਟਮ ਜਿਹੜਾ ਸਟਾਰਟ ਕਰਤਾ। ਮੈਨੂੰ ਬੜੀ ਵੱਡੀ ਉੱਥੇ ਜਾ ਕੇ ਜਦੋਂ ਬਾਹਰਲੇ ਸਟੇਟਾਂ ਜਾ ਕੇ ਅਸੀਂ ਉੱਥੇ ਜਾ ਕੇ ਰਿਅਲਾਈਜ਼ ਵੀ ਕੀਤਾ ਕਿ ਸਾਨੂੰ ਪ੍ਰੈਸ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ। ਬਿਲਕੁਲ ਅਸੀਂ ਹੁਣ ਤੁਹਾਡਾ 5-7 ਦਾ ਡੈਲੀਗੇਸ਼ਨ ਭੇਜਣ ਲੱਗੇ ਇਹਨਾਂ ਦੀ ਜੇਲ੍ਹਾਂ 'ਚ ਕਿ ਉੱਥੇ ਜਾ ਕੇ ਦੇਖ ਕੇ ਆਓ ਕਿ ਕਿਉਂਕਿ ਤੁਸੀਂ ਪਰਸੈਪਸ਼ਨ ਬਣਾਉਣੀ ਹੈ। ਹਾਂਜੀ ਪਹਿਲਾਂ ਆਪਣੀਆਂ ਦਿਖਾਓ। ਨਹੀਂ ਦੋਨੋਂ ਦੇਖਣ ਵਾਲੀਆਂ ਨੇ, ਬਿਲਕੁਲ ਇਹ ਦੋਨੋਂ ਦੇਖਣ ਵਾਲੀਆਂ ਨੇ ਔਰ ਬੜੀਆਂ ਚੇਂਜਿਸ ਕਰਨ ਵਾਲੀਆਂ ਨੇ। ਇਹਨਾਂ ਦੇ ਵਿੱਚ ਜਿਹੜੇ ਕੈਦੀ ਨੇ ਉਹ 100% ਜਿਹੜੇ ਨੇ ਉਹ ਕੰਮ ਕਰਦੇ ਨੇ, ਸਾਡੇ 100% ਵੇਲੇ ਬੈਠੇ ਨੇ।
ਇਹਨਾਂ ਨੇ ਇੱਥੋਂ ਤੱਕ ਉਹਨਾਂ ਦੇ ਵਿੱਚ ਜਿਹੜੀ ਅਸੀਂ ਜੋ ਕਰਨ ਲੱਗੇ ਹਾਂ ਕਿ ਅੰਦਰ ਜਿਹੜਾ ਕੈਦੀ ਆ ਉਹ ਮਿਹਨਤ ਕਰੇਗਾ, ਉਹਦੇ ਪਰਿਵਾਰ ਨੂੰ ਬਾਹਰ ਬੈਠਿਆਂ ਨੂੰ ਅਸੀਂ 1 ਲੱਖ ਤੋਂ 2 ਲੱਖ ਤੱਕ ਲੋਨ ਵੀ ਦੇਵਾਂਗੇ ਤਾਂ ਕਿ ਉਹਦਾ ਪਰਿਵਾਰ ਬਾਹਰ ਬੈਠਾ ਹੋਰ ਕੰਮ ਲਈ ਨਾ ਤੁਰੇ, ਉਹ ਆਪਣਾ ਕੰਮ ਚਲਾਵੇ ਤੇ ਜਿਹੜਾ ਅੰਦਰ ਕੈਦੀ ਹੋਏਗਾ ਉਹਨੂੰ ਕੰਮ ਦੇਵਾਂਗੇ ਤੇ ਉਹਦੀ ਤਨਖਾਹ ਦੇ ਵਿੱਚੋਂ ਉਹ ਜਿਹੜਾ ਬਾਹਰ ਲੋਨ ਦਿੱਤਾ ਉਹ ਅਸੀਂ ਉਹਨੂੰ ਡਿਡਕਸ਼ਨ ਕਰ ਲਿਆ। ਦੂਸਰੀ ਚੀਜ਼ ਜਿਹੜੀ ਆ ਹੁਣ ਆਪਾਂ ਨੂੰ ਮੇਰੇ ਕੋਲ 800 ਕਿੰਨੇ ਬੰਦਿਆਂ ਦੀ ਸਾਨੂੰ ਅਪਰੂਵਲ ਮਿਲ ਗਈ ਹੈ, ਪਰ 815 ਸਰ 815 ਬੰਦੇ ਅਸੀਂ ਨਵੇਂ ਭਰਤੀ ਹੋਰ ਕਰਨ ਜਾ ਰਹੇ ਹਾਂ। ਜੇਲਾਂ ਵੱਡੀਆਂ ਆਰਡਰ ਸਰ 32 ਮੈਟਰਨ ਟੋਟਲ ਮਿਲਾ ਕੇ 960 ਬੰਦਿਆਂ ਦੀ ਅਸੀਂ ਨਵੀਂ ਭਰਤੀ ਕਰ ਰਹੇ ਹਾਂ। ਉਹਦੇ ਵਿੱਚ ਸਾਡੇ ਕੋਲ ਡਿਪਟੀ ਸੁਪਰਡੈਂਟ, ਅਸਿਸਟੈਂਟ ਸੁਪਰਡੈਂਟ ਜੇਲ੍ਹ, ਉਹਨਾਂ ਦੀ ਵੀ ਸਾਡੀ ਭਰਤੀ ਜਿਹੜੀ ਸਟਾਰਟ ਹੋ ਗਈ ਹੈ, ਉਹ ਵੀ ਜਲਦੀ ਅਸੀਂ ਕਰਨ ਜਾ ਰਹੇ ਹਾਂ। ਉਹਦੇ ਨਾਲ ਬਹੁਤ ਨਹੀਂ, ਸਾਨੂੰ 70% ਮੇਰਾ ਖਿਆਲ ਆਪਣੀ ਜੇਲ੍ਹ ਡਿਪਾਰਟਮੈਂਟ ਦੀ ਅਸੀਂ ਕਰਾਂਗੇ, 30% PAP ਆ, ਪੈਸਕੋ ਆ, ਹੋਮਗਾਰਡ ਨੇ, ਉਹ ਵੀ ਉਹਨਾਂ ਨੂੰ ਗਵਰਨਮੈਂਟ ਨੂੰ ਕਿਹਾ ਕਿ ਸਾਨੂੰ ਟੋਟਲ ਜਿਹੜੇ 100% ਜੇਲ੍ਹ ਡਿਪਾਰਟਮੈਂਟ ਦੇ ਹੀ ਅੰਦਰ ਇੰਪਲਾਈਜ਼ ਹੋਣੇ ਚਾਹੀਦੇ। ਜਿਵੇਂ ਇਹਨਾਂ ਨੇ ਦੱਸਿਆ ਕਿ ਜਿਵੇਂ ਪੈਟਰੋਲ ਪੰਪ ਜੋ ਸਭ ਤੋਂ ਵੱਧ ਇਨਕਮ ਇਹਨਾਂ ਨੇ ਕੀਤੀ ਆ, ਸਾਡਾ MD ਸਾਹਿਬ ਨਾਲ ਉੱਧਰ ਵੀ ਨੇ, ਲੋਕਲ ਬਾਡੀਜ਼ ਵਿੱਚ ਵੀ, ਤੇ ਇਹਨਾਂ ਨੂੰ ਸਾਡੀਆਂ ਫਾਈਲਾਂ ਚਲੀ ਗਈਆਂ ਨੇ। ਪਟਿਆਲਾ ਜੇਲ੍ਹ ਦੀ ਪਹਿਲੀ ਜਿਹੜੀ ਸਾਡੀ ਪੈਟਰੋਲ ਪੰਪ ਦਾ ਉੱਥੇ, ਪ੍ਰਤਾਪਪੁਰ ਜਿਹੜੀ ਅੰਮ੍ਰਿਤਸਰ ਵਾਲੀ, ਤਕਰੀਬਨ 8 ਜਾਂ 12 ਜੇਲ੍ਹਾਂ ਦੇ ਵਿੱਚ ਅਸੀਂ ਪੈਟਰੋਲ ਪੰਪ ਜਿਹੜੇ ਲਾਉਣ ਲਈ ਜਾ ਰਹੇ ਹਾਂ। ਆਊਟਰ ਜਿਹੜੇ ਗੁੱਡ ਕੰਡਕਟ ਵਾਲੇ ਕੈਦੀ ਨੇ ਉਹਨਾਂ ਕੋਲ ਵੀ ਕਰਾਵਾਂਗੇ, ਤੇ ਜਿਹੜੇ ਕੈਦ ਕੱਟ ਕੇ ਚਲੇ ਗਏ ਨੇ ਉਹਨਾਂ ਨੂੰ, ਉਹਨਾਂ ਦਾ ਮੈਂ ਹੈਦਰਾਬਾਦ ਦੇ ਵਿੱਚ ਇੱਕ ਇਹਨਾਂ ਦਾ ਪੈਟਰੋਲ ਪੰਪ ਸੀ, ਉੱਥੇ 100% ਜਿਹੜੀਆਂ ਕੈਦ ਕੱਟ ਕੇ ਲੇਡੀਜ਼ ਚਲੀਆਂ ਗਈਆਂ ਉਹ ਚਲਾ ਰਹੀਆਂ ਨੇ ਔਰ ਬੜਾ ਸਕਸੈਸਫੁਲ। ਮੈਕਸਿਮਮ ਉਹਦੀ ਮੇਰੇ ਖਿਆਲ ਸੇਲ ਜਿਹੜੀ ਆ, ਹਾਈਐਸਟ ਸੇਲ ਜਿਹੜੀ ਆ ਹੈਦਰਾਬਾਦ ਸ਼ਹਿਰ ਦੀ, ਉਹ ਉਹਨਾਂ ਦੀ ਹੈ। ਉਹਦੇ 'ਚ ਵੀ ਦੇਖਾਂਗੇ ਕਿ ਜਿਹੜੇ ਗੁੱਡ ਕੰਡਕਟ ਵਾਲੇ ਨੇ ਉਹਨਾਂ ਨੂੰ ਵੀ ਦੇਵਾਂਗੇ ਕੰਮ ਡੇ ਟਾਈਮ ਤੇ ਜਿਹੜੇ ਬਾਕੀ ਹੋਣਗੇ ਉਹ ਜਿਹੜੇ ਕੈਦੀ ਸਾਡੇ ਕੈਦ ਕੱਟ ਕੇ ਪ੍ਰਿਜ਼ਨਰ ਜਿਹੜੇ ਰਿਲੀਜ਼ ਹੋ ਗਏ ਨੇ ਉਹਨਾਂ ਨੂੰ ਉੱਥੇ ਇੰਪਲੋਇਮੈਂਟ ਦਿੱਤੀ ਜਾਏਗੀ। ਇਹਦੇ 'ਚ 9 ਜੇਲ੍ਹਾਂ 'ਚ ਵੇਟਿੰਗ ਹਾਲ, ਪਹਿਲਾਂ ਵੇਟਿੰਗ ਹਾਲ ਹੀ ਹੈ ਨਹੀਂ ਸੀਗੇ ਕਿ ਜਿਹੜੇ ਮਿਲਣ ਆਉਂਦੇ ਸੀ ਉਹਨਾਂ ਦੇ, ਉਹ ਬਾਹਰ ਕਿਵੇਂ ਦਰਖਤ ਥੱਲੇ ਖੜਾ, ਕੋਈ ਕਿਤੇ ਖੜਾ, ਉਹ ਉਹਨਾਂ ਲਈ ਵਧੀਆ ਤਰੀਕੇ ਦੇ ਅਸੀਂ ਪੱਖੇ ਪੁੱਖੇ ਲਾ ਕੇ, ਕਈਆਂ ਕਿਤੇ AC ਵੀ ਲਾ ਦਿੱਤੇ ਨੇ ਕਿ ਜਿਹੜੇ ਆਉਂਦੇ ਨੇ ਉਹਨਾਂ ਨੂੰ ਮਿਲਣਾ ਕਰ ਦਿੱਤਾ। ਪ੍ਰਿਜ਼ਨਿੰਗ ਜਿਹੜੀ ਆ ਅਸੀਂ ਲਾਗੂ ਕਰ ਦਿੱਤੀ ਹੈ। ਜਿਹੜੀ ਸਲਾਹ ਕਰਤੇ ਅਸੀਂ 2 ਲਾਇ ਦਿੱਤੇ ਨੇ, ਜੇਲ੍ਹਾਂ ਦਾ ਵਿਕਾਸ ਬੋਰਡ ਸਾਡਾ ਬਣ ਗਿਆ, ਜਿਹੜਾ ਜੇਲ੍ਹ ਮੈਨੂਅਲ ਉਹ ਵੀ ਲਾਗੂ ਕਰ ਲਿਆ। ਨਵਾਂ ਜਿਹੜਾ ਆਪਾਂ ਡਰਾਫਟ ਕਰ ਰਹੇ ਹਾਂ ਉਹਦੇ 2016 ਦੇ ਉਹਦੇ ਮੁਤਾਬਕ 10 ਡਿਪਟੀ ਸੁਪਰਡੈਂਟ ਜੇਲ੍ਹ ਜਿਹੜੇ ਨਵੇਂ ਭਰਤੀ ਕਰਨੇ ਆ ਉਹ PPSC ਨੂੰ ਦੇ ਦਿੱਤਾ ਹੈ। ਸਹਾਇਕ ਸੁਪਰਡੈਂਟ ਜੇਲ੍ਹ ਜਿਹਨੂੰ ਅਸਿਸਟੈਂਟ ਸੁਪਰਡੈਂਟ ਜੇਲ੍ਹ ਕਹਿੰਦੇ 46 ਨੇ, ਉਹ SS ਬੋਰਡ ਕਰੇਗਾ। 815 ਤੇ 32 ਮੈਟਰਸ ਉਹ ਤੇ ਕਲੈਰੀਕਲ ਤੇ ਟੈਕਨੀਕਲ ਸਟਾਫ ਜਿਹੜਾ ਉਹਨਾਂ ਨੇ ਕੀਤਾ। ਜਿਹੜੀ ਇੱਕ ਸਭ ਤੋਂ ਵੱਡੀ ਹੁੰਦੀ ਕਿ ਕੈਦੀ ਦੌੜ ਜਾਂਦੇ ਨੇ ਹਸਪੀਟਲ 'ਚੋਂ, ਅਸੀਂ 2 ਜੇਲ੍ਹਾਂ ਦੇ ਵਿੱਚ ਆਪਣੇ ਹਸਪੀਟਲ ਜਿਹੜੇ ਉਹ ਤਿਆਰ ਕਰ ਰਹੇ ਹਾਂ। ਉੱਥੇ ਪੂਰੀ ਫੈਸਿਲਿਟੀ, ਉੱਥੇ ਸਾਰਾ ਕੁਝ ਜੋ ਵੀ ਹੈਗੀ ਆ, ਔਰ ਹਰ ਜੇਲ੍ਹ ਦੇ ਵਿੱਚ